ਬਾਰੇ ਚ ਕੋਈ ਗੱਲ ਨਹੀਂ ਹੋ ਸਕਦੀ। ਐਵੇਂ ਤੇ ਦੱਸ ਬੇਸ਼ੱਕ ਦਿਓ, ਨਾਂ ਤੇ ਦੱਸੋ। ਮੇਰਾ ਮੇਰਾ ਐਕਸ ਫਰੈਂਡ ਜਿਹੜਾ ਨਾ, ਹੋਵੇ ਅਹਿਮਦ ਜੱਟ, ਅੱਜ ਕੱਲ ਉਹਦਾ ਨਾਮ ਮਸ਼ਹੂਰ ਹੋਇਆ ਹੈ ਬਹਾਦਰ ਜੱਟ। ਠੀਕ ਹੈ, ਉਹਦੇ ਬਾਰੇ ਚ ਕੋਈ ਗੱਲ ਨਹੀਂ ਹੋਣੀ। ਮੇਰਾ ਉਹ ट्रिपल ਐਕਸ एक्स ਫਰੈਂਡ फ्रेंड ट्रिपल एक्स फ्रेंड है। ਜੋ ਮਰਜ਼ੀ ਸਮਝ ਲਓ, ਮੇਰਾ ਉਹ ਦੋਸਤ ਰਿਹਾ ਕਿਸੇ ਦੌਰ ਚ। ਅਕਬਰ ਸਾਹਿਬ ਅੱਜ ਤੁਹਾਡੇ ਤੇ ਬਰਾੜ ਲੱਗ ਜਾਣੀ ਹੈ ਜੇ ਤੁਸੀਂ ਹੁਣ ਕਹਿੰਦੇ ਪਏ ਨਾ ਇੰਜ। ਹਾਂ, ਉਹਨਾਂ ਤੇ ਕਹਿਣਾ ਦੋਸਤ ਵੀ ਲੋ ਕੀ, ਜੀ। ਹਾਂ ਦੋਸਤ ਵੀ ਕੀ, ਮੇਰਾ ਤੇ ਭਰਾ ਵੀ ਰਿਹਾ ਕਿਸੇ ਦੌਰ ਚ। ਠੀਕ ਹੈ, ਤੇ ਉਹਦੇ ਬਾਰੇ ਗੱਲ ਨਹੀਂ ਕਰਨੀ। ਹੋਰ ਤੁਸੀਂ ਜਿਹਦੇ ਮਰਜ਼ੀ ਗੱਲ ਕਰ ਲਓ। ਬਾਕੀ ਉਹ ਜਿਹੜਾ ਮੁੱਦਾ ਲੈ ਕੇ ਬੈਠਾ ਹੈ, ਭਾਵੇਂ ਉਸ ਮੁੱਦੇ ਤੇ ਗੱਲ ਕਰ ਲਓ, ਕੋਈ ਮਸਲਾ ਨਹੀਂ। हाँ मुद्दे तो कर लो, चलो मुद्दा यार उन्होंने ਉਹ ਵੀ बीबी ਉਹ ਵੀ ਤੇ ਆਪਣੀ ਭੈਣ ਨੂੰ ਇਨਸਾਫ ਦਿਵਾਉਣ ਵਾਸਤੇ ਬੈਠਾ ਹੈ, ਤੇ ਕੋਈ ਜਾ ਕੇ ਦੇਗਾ ਉਹਨਾਂ ਦੀ ਭੈਣ ਨੂੰ ਇਨਸਾਫ? यार मैंने ਮਿਲ याद है ਗਿਆ। इन्होंने खुद भी बड़े बड़े सख्त बयान दिते हुए ने सफिया के खिलाफ। जो ਅਸੀਂ ਉਹਦੀ ਬਰਾੜ ਤੇ ਬਹਿੰਦੇ ਸੀ ਨਾ, ਤੇ ਉਦੋਂ ਜਦੋਂ ਸਫੀਆ ਨੇ ਬਰਾੜ ਆਪਣੀ ਤੇ ਕੋਈ ਤਮਾਸ਼ਾ ਲਾਇਆ ਸੀ ਨਵਾਂ ਨਵਾਂ, ਤੇ ਇੱਥੇ ਬਹਿ ਕੇ ਕਾਫੀ ਸਾਰਾ ਡਿਬੇਟ ਇਹਨਾਂ ਕੀਤੀ ਸੀ ਅਹਿਮਦ ਜੱਟ ਸਾਹਿਬ ਨੇ। ਅਲੀ ਔਰ ਅਕਬਰ ਸਾਹਿਬ ਉਹਨਾਂ ਤੇ ਕਿਹਾ ਮੈਂ ਅੱਜ ਤੱਕ ਕੁਝ ਕੀਤਾ ਹੀ ਨਹੀਂ, ਅਗਰ ਲਿਆ ਹੈ ਵੇ ਤੇ ਪੇਸ਼ ਕਰੋ। ਸਾਰੇ ਕੀਤਾ ਕਿਉਂ ਨਹੀਂ ਕੀਤਾ, ਲੇਕਿਨ ਮੈਂ ਦੇ ਨਾਲ ਬਹਿੰਦਾ ਹੁੰਦਾ ਸੀ। ਮੇਰੇ ਤੇ ਪਤਾ ਮੇਰੇ ਤੇ ਕਹਿੰਦਾ ਖਿਲਾਫ ਮੈਂ ਕਦੀ ਕਿਸੇ ਦੀ, ਕਹਿੰਦਾ ਮੈਂ ਕਦੀ ਕਿਸੇ ਧੀ ਭੈਣ ਨੂੰ ਟਾਰਗੇਟ ਨਹੀਂ ਕੀਤਾ। ਜੋ ਵੀ ਗੱਲ ਹੋਵੇ ਨਾ, ਅਲੀ ਅਕਬਰ ਸਾਹਿਬ ਨਾਲ ਮੇਰਾ ਵੀ ਇਖਤਲਾਫ ਬਣਿਆ ਸੀ ਉਹਦੀ ਬਰਾੜ ਦੀ ਵਜ੍ਹਾ ਤੋਂ ਹੀ ਨਾ, ਥੋੜਾ ਜਿਹਾ। ਲੇਕਿਨ ਅਲੀ ਅਕਬਰ ਸਾਹਿਬ ਨੂੰ ਮੈਂ ਨਾ ਝੂਠ ਬੋਲਦੇ ਨਹੀਂ ਦੇਖਿਆ। ਅਲੀ ਅਕਬਰ हाँ जी ਤੁਹਾਡੇ ਸੰਗਤ ਟੁਰ ਗਏ ਨੇ। ਮੈਂ ਤੇ ਸਰ ਜੀ ਉਹਨਾਂ ਦੇ ਨਾਲ ਆਖਰ ਤੱਕ ਠੀਕ ਸੀ, ਲੇਕਿਨ ਉਹਨੇ ਆਖਰ ਜਦੋਂ ਸਫੀਆ ਦੀ ਬਰਾਤ ਜਾ ਕੇ ਬਿਆਨ ਦਿੱਤਾ ਸੀ ਨਾ, ਤੇ ਇੱਕ ਬਿਆਨ ਤੋਂ ਮੇਰਾ ਇਖਤਲਾਫ ਹੋਇਆ ਸੀ। ਸਾਰੇ ਜਿੰਨੇ ਸਾਡੇ ਗਰੁੱਪ 'ਚ ਬੰਦੇ ਸੀ, ਮੈਂ ਸਾਰਿਆਂ ਨੂੰ ਕਿਹਾ ਸੀ। ਕਈ ਬੰਦੇ ਛੱਡ ਗਏ, ਉਹ ਸ਼ੇਖ ਸਾਹਿਬ ਛੱਡ ਗਏ, ਸਰ ਜੀ ਦੀ ਆਈਡੀਆ ਵਾਲੇ ਗੁੱਡੂ ਛੱਡ ਗਿਆ, ਦਿਲ ਬਰਦਾਸ਼ਤ ਹੋ ਕੇ ਜਨਾਬ ਮੋਹਤਰਮ ਛੱਡ ਗਿਆ। ਕਿਉਂ? ਵਜ੍ਹਾ ਇਹੀ ਸੀ, ਉਹਨਾਂ ਨੇ ਜਾ ਕੇ ਲਫ਼ਜ਼ ਇੱਕ ਬੋਲਿਆ ਸੀ, म्यूट ला मैं, उन्होंने एक लफ्ज बोले थे कि ओपन आई और सफिया आप जो इन अहमदियों के साथ कर रही हैं बिल्कुल ठीक कर रही हैं। आप इन अहमदियों को ऐसे ਕੱਲ ਵੀ ਕੀ ਹੈ ਨਾ। हाँ जी, और जो उन्होंने ये लफ्ज बोलिया सी ना, तो इत्थों आके फिर मेरा मैं फिर उन्होंने कहता सी यार रामा जुदा हो गया, मेहरबानी करो। जो तो ਅੱਛਾ, ਲੇਕਿਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ। ਦੇਖੋ ਉਹਨਾਂ ਦੇ ਉਹ ਸਿਸਟਰ ਜਿਹੜੀ ਹੈ, ਉਹਨਾਂ ਦੇ ਮੁਸਲਮਾਨ ਵੀ ਇੰਨੇ ਬੜੇ ਉਹਨਾਂ ਦੇ ਪਿੱਛੇ ਖਲੋਤੇ ਨੇ, ਅਹਿਮਦੀ ਵੀ ਬੜੇ ਖਲੋ ਕੇ ਪਿੱਛੇ ਹਟ ਗਏ, ਕੁਛ ਹਾਲੇ ਵੀ ਖਲੋਤੇ ਨੇ। ਤੇ ਦੇਖੋ ਆਪਣੀ ਭੈਣ ਨੂੰ ਇਨਸਾਫ ਨਹੀਂ ਦਿਵਾ ਸਕੇ, ਦੋਨਾਂ ਪਾਸੋਂ ਹੀ ਕੋਈ ਨਹੀਂ ਦਿਵਾ ਸਕਿਆ। ਅਸੀਂ ਪਿਛਲੇ ਪੂਰੇ ਸਾਲ ਤੋਂ ਉਹ ਬਰਾਡਾਂ ਵੀ ਲੱਗੀਆਂ, ਇਨਸਾਫ ਵੀ ਦਿਵਾਉਂਦੇ ਰਹੇ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਮਤਲਬ ਇਹ ਉਹੀ ਵਾਲਾ ਇਨਸਾਫ ਹੈ ਜਿਹੜਾ ਉਹ ਕਹਿੰਦਾ ਨਹੀਂ ਸੀ ਕਿ ਉੱਥੇ ਚੜ ਗਿਆ ਤੁਹਾਡਾ ਇਨਸਾਫ। अच्छा तो वो फिर मैं तो बड़े वादे लफ्ज़ दसता सी उन्होंने, उस बाद उन्होंने बड़े वजाहत ਨਾਲ ਦੱਸਤਾ ਸੀ ਕਿ ਸਾਰੇ ਐਂਟੀ ਸ਼ੂਟਿੰਗ ਮੈਂ ਹੁਣ ਇਸ ਕੰਮ 'ਚ ਨਹੀਂ ਪੈ ਸਕਦਾ, ਕਿਉਂਕਿ ਜੇ ਤੁਸੀਂ ਅਹਿਮਦੀ ਕਾਊਟ ਕਰ ਛੱਡੇ ਨੇ ਨਾ, ਤਾਂ ਉਹਦੇ 'ਚ ਫਿਰ ਸਾਰੀ ਜਮਾਤ ਆ ਜਾਂਦੀ ਹੈਗੀ, ਉੱਤੋਂ ਖਲੀਫਿਆਂ ਤੋਂ ਸ਼ੁਰੂ ਕਰਕੇ ਥੱਲੇ ਤੱਕ, कि आप इसी तरह इन अहमदियों को जलील करें। मैं कहता साढ़े राह वखरे गए, असी तो अपने अब्बे छड़ता इस वजह के नाल, जो जमात ने बोला भला कि असी हाँ अली अकबर की फोटो टंगी हुई सी, तुसी अहमद साहब उत्थे गए हो, तुसी अली अकबर उत्ते बयान दे दो, कोई मुश्किल नहीं हैगी। तुसी कहो जी अली अकबर की बेइज्जती करो, अली अकबर की भैन कट दो, अली अकबर ये कर दो, मैंने प्रॉब्लम नहीं। जब आप जाके ये बयान देंगे ना कि जी आप इन अहमदियों को ऐसे ही जलील करें, नहीं फिर इस तरह तो असी बिल्कुल यारी छड़ के असी अपने यार ਨੂੰ ਕੰਨ ਲਾ ਕੇ 3 ਮਾਰ ਦਿੰਦੇ ਆ, ਜਿਹੜੇ ਜਮਾਤ ਤੇ ਗੱਲ ਕਰੇ ਫਿਰ ਲਾਉਂਦੇ ਰਹਿਣ ਬਰਾਟਾਂ। ਕੋਈ ਮੈਨੂੰ ਲੋਕੀ ਕਹਿੰਦੇ ਨੇ ਜਾਓ, ਮੈਂ ਕਹਿੰਦਾ ਲਾ ਕੇ ਬੈਠੇ ਰਹਿਣ, ਕੋਈ ਮਸਲਾ ਨਹੀਂ। ਇਹ ਹੁਣ ਕਹਿਣਾ ਚਾਹੀਦਾ ਹੈ ਕਿ ਮੇਰੀ ਬਹਿਨ को इंसाफ दो, ਹਾਂਜੀ ਲਿਖ ਕੇ ਪੋਸਟਰ ਲਾਣਾ ਚਾਹੀਦਾ। ਪਰ ਸਾਹਿਬ ਇੱਕ ਪਲੇਟ ਵਿੱਚ ਬੰਦੇ ਨੇ ਖਾਦਾ ਹੋਵੇ, ਬਹਿ ਕੇ ਇਕੱਠੇ ਗੱਲਾਂ ਕੀਤੀਆਂ ਹੋਵਣ, ਤੂੰ ਹੈ ਤੇ ਅਗਲੇ ਦਿਨ ਤੁਸੀਂ ਕਿਸੇ ਦੀ ਬਰਾੜ ਉੱਤੇ ਜਾ ਕੇ, ਚਲੋ ਤੁਸੀਂ ਕਿਹਾ ਕਿ ਪਰਸਨਲ ਮੈਨੂੰ ਕਹਿ ਲੈਂਦੇ ਖੈਰ ਸੀ, ਤੁਸੀਂ ਪੂਰੀ ਜਮਾਤ ਨਹੀਂ ਕਹਿ ਦੋ ਕਿ ਯਾਰ ਗਾਲੀਬਾਜ਼ ਹੈ, ਇनको ਟੰਗ ਕੇ ਰੱਖੇ, ਤੇ ਖੁਦ ਤੁਸੀਂ ਜਿਸ ਨਸਲ ਦੀ ਗਾਲ ਕੱਢੀ ਏ, ਉਹ ਤਾਂ ਅਸੀਂ ਕਿਸੇ ਡਿਕਸ਼ਨਰੀ ਵਿੱਚ ਨਹੀਂ ਸੁਣੀ ਅੱਜ ਤੱਕ। ਮੌਕਾ ਦਿਓ। ਗੱਲ ਇਹ ਵੇ ਕਿ ਮੈਂ ਤੁਹਾਨੂੰ ਦੱਸਣਾ ਗੱਲ, ਥੱਲੇ ਮੁਹੰਮਦ ਅਹਿਮਦ ਸਾਹਿਬ ਮੈਂ ਨਹੀਂ ਵੇਖ ਰਿਹਾ ਬੈਠੇ ਨਹੀਂ ਜਾਂ ਨਹੀਂ ਬੈਠੇ, ਤੁਹਾਨੂੰ ਸਾਰਿਆਂ ਨੂੰ ਬੜੇ ਮਸਲੇ ਨੇ ਮੁਹੰਮਦ ਅਹਿਮਦ ਸਾਹਿਬ ਨਾਲ। ਉੱਤੇ ਕਿਉਂ ਨਹੀਂ ਆਉਂਦੇ ਯਾਰ? ਸੁਣ ਲਓ ਗੱਲ ਤਾਂ ਸੁਣ ਲਓ। ਮੈਨੂੰ ਇੰਨੇ ਕੁਛ ਕਾਲ ਸੁਣਨਾ ਇਹਨਾਂ ਦੇ ਉੱਤੇ, ਇੰਨੇ ਕੁਛ ਕਾਲ ਸੁਣ, ਮੈਨੂੰ ਇਸ ਬੰਦੇ ਨੇ ਸਾਰੇ ਹੀ ਤੋਂ ਛੜੇ ਸਿਰਫ ਇੱਕ ਛੋਟਾ ਜਿਹਾ ਕੰਮ ਕਰਕੇ ਜਮਾਤ ਦੀ ਮੁਹੱਬਤ ਦੇ ਵਿੱਚ। ਹਾਂ ਅਮਰ ਨਜ਼ੀਰ ਨੇ ਕੀ ਕੀਤਾ, ਚੈਲੰਜ ਕੀਤਾ, 10 ਇਤਰਾਜ਼ ਕੀਤੇ। ਇਸ ਬੰਦੇ ਨੇ ਅੱਜ ਮੁਹੰਮਦ ਅਹਿਮਦ ਹੈ, ਠੀਕ ਹੈ, ਥੱਲੇ ਬੈਠਾ ਜਿਹਨੂੰ ਤੁਸੀਂ ਆਂਦੇ ਹੋ ਫਲਾਂ ਉਹ ਟੀਂਗ, ਸਰ ਇਹਨੇ
ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਵੀਡੀਓ ਹਵਾਲੇ ਉਹਨੇ ਆਖਿਆ ਇਹ ਇਤਰਾਜ਼ ਦਾ ਇਹ ਜਵਾਬ ਜੇ, ਇਹ ਇਤਰਾਜ਼ ਦਾ ਇਹ ਜਵਾਬ ਜੇ, ਇਹ ਇਤਰਾਜ਼ ਦਾ ਇਹ ਜਵਾਬ ਜੇ। ਮਤਲਬ ਕਿ ਉਹਨੂੰ ਕੀ ਸੀ, ਉਹਨੂੰ ਕੋਈ ਪੈਸੇ ਲੱਭਣੇ ਸਨ ਇਸ ਚੀਜ਼ ਦੇ? ਨਹੀਂ। ਉਹਨੇ ਕੀ ਕੀਤਾ ਇਹ ਕੰਮ? ਉਹਨੇ ਜਮਾਤ ਦੀ ਮੁਹੱਬਤ ਵਾਸਤੇ ਤੇ ਮਸੀਹ ਮੌਦ ਦੀ ਮੁਹੱਬਤ ਵਾਸਤੇ ਉਹਨੇ ਇਮਰਾਨ ਕਾਲੂ ਦਾ ਸਾਥ ਦਿੱਤਾ, ਮੇਰਾ ਸਾਥ ਦਿੱਤਾ, ਬਾਕੀ ਸਾਰੇ ਅਹਿਮਦੀਆਂ ਦਾ ਸਾਥ ਦਿੱਤਾ। ਠੀਕ ਹੈ, ਮੈਂ ਸਰ ਉਹ ਦਿਨ ਜਾਏ, ਅੱਜ ਦਾ ਦਿਨ ਆਏ, ਮੈਂ ਉਹਦੇ ਦਿਲ ਦੇ, ਮੇਰੇ ਦਿਲ ਦੇ ਜਿੰਨੇ ਇਸ਼ਕਾਲ ਸਨ ਇਸ ਬੰਦੇ ਵਾਸਤੇ ਮੈਂ ਸਾਰੇ ਰੱਦ ਕਰ ਦਿੱਤੇ, ਸਿਰਫ ਕਿ ਜਮਾਤ ਦੀ ਮੁਹੱਬਤ ਪਿੱਛੇ। ਠੀਕ ਹੈ, ਸਰ ਸਭ ਤੋਂ ਅੱਗੇ ਜਿਹੜੀ ਗੱਲ ਹੋਣੀ ਚਾਹੀਦੀ ਹੈ ਨਾ, ਉਹ ਤੁਹਾਡੀ ਜਮਾਤ ਹੈ। ਜਿੱਡਾ ਮਰਜ਼ੀ ਬੰਦਾ ਸਹੀ ਭੈੜਾ ਹੋਏ, ਜਿੱਡਾ ਮਰਜ਼ੀ ਉਹ ਤੁਹਾਡੇ ਖਿਲਾਫ ਹੋਏ, ਲੇਕਿਨ ਅਗਰ ਉਹਦੇ ਵਿੱਚ ਜਮਾਤ ਦੀ ਮੁਹੱਬਤ ਇਸ ਪਲੇਟਫਾਰਮ ਦੇ ਉੱਤੇ ਨਹੀਂ ਨਾ ਹੈ ਸਰ, ਤੁਹਾਨੂੰ ਕੋਈ ਉਹਦੇ ਬਾਰੇ 'ਚ ਇਹਤਰਾਮ ਠੀਕ ਹੈ ਯਾਰ, ਉਹਨੂੰ ਗਾਲੀ ਗਲੋਚ ਨਹੀਂ ਕਰਨੀ ਚਾਹੀਦੀ, ਲੇਕਿਨ ਇਹ ਵੇ ਕਿ ਸਰ ਉਹਦੇ ਆਪਣੇ ਦਿਲ ਦੇ ਵਿੱਚ ਉਹਦੇ ਵਾਸਤੇ ਕੋਈ ਵੀ ਗ੍ਰੀਨ ਏਰੀਆ ਨਾ ਰੱਖੋ। ਠੀਕ ਹੈ, ਅਗਰ ਉਸ ਬੰਦੇ ਤੁਹਾਨੂੰ ਸਮਝ ਆਈਏ ਨਾ ਕਿ ਬੰਦਾ ਜਮਾਤ ਦੇ ਖਿਲਾਫ ਹੈ, ਜਮਾਤ ਦੀ ਮੁਖਾਲਫਤ ਕਰ ਰਿਹਾ ਬਹਿ ਕੇ, ਇਹਦੇ ਦਿਲ ਦੇ ਵਿੱਚ ਜਮਾਤ ਵਾਸਤੇ ਕੋਈ ਮੁਹੱਬਤ ਨਹੀਂ। ਠੀਕ ਹੈ, ਹੋ ਯਾਰ ਇਤਰਾਜ਼ ਰੱਖਣੇ, ਇਖਤਲਾਫ ਰੱਖਣਾ ਹੋਰ ਚੀਜ਼ ਹੈ। ਆ ਮੁਹੰਮਦ ਅਹਿਮਦ ਸਾਹਿਬ ਨਾਲ 100 ਇਖਤਲਾਫ ਨੇ ਮੇਰੇ, ਅਜੇ ਵੀ ਹੋ ਸਕਦੇ ਨੇ ਹੁਣ। ਠੀਕ ਹੈ, ਲੇਕਿਨ ਉਹ ਬੰਦਾ ਯਾਰ ਜਮਾਤ ਨਾਲ ਤਾਂ ਮੁਹੱਬਤ ਕਰਦਾ ਨਾ। ਠੀਕ ਹੈ, ਜਿਹੜਾ ਬੰਦਾ ਜਮਾਤ ਨਾਲ ਮੁਹੱਬਤ ਕਰਦਾ, ਉਹ ਜਮਾਤ ਦੇ ਹੱਕ 'ਚ ਗੱਲ ਕਰਦਾ, ਉਹਦੇ ਨਾਲ ਤੁਹਾਡਾ ਮੁਹੱਬਤ ਕਰਨਾ ਫਰਜ਼ ਹੈ। ਅਤੇ ਜਿਹੜਾ ਬੰਦਾ ਜਮਾਤ ਨਾਲ ਮੁਹੱਬਤ ਨਹੀਂ ਕਰਦਾ, ਖੁਲਫਾ ਨਾਲ ਮੁਹੱਬਤ ਨਹੀਂ ਕਰਦਾ, ਹਜ਼ਰਤ ਮਸੀਹ ਮੌਊਦ अलैहिस्सलाम ਨਾਲ ਮੁਹੱਬਤ ਨਹੀਂ ਕਰਦਾ, ਸਰ ਉਹਦੇ ਨਾਲ ਮੁਹੱਬਤ ਰੱਖਣ ਦੀ ਕੋਈ ਲੋੜ ਨਹੀਂ, ਕੋਈ ਗੱਲ ਹੋ ਕੇ ਤੁਹਾਡੀ ਕੋਈ ਮਜਬੂਰੀ ਨਹੀਂ। ਤੁਹਾਡੀ ਗੱਲ ਮੁੱਕ ਗਈ ਤੇ ਮੈਂ ਕਰਾਂ ਮੇਰੀ ਸ਼ੁਰੂ ਹੋਣੀ ਨਹੀਂ ਮੈਂ ਛੋਟੀ ਜਿਹੀ ਗੱਲ ਕਰਨੀ ਫਿਰ ਮੁਹੰਮਦ ਅਹਿਮਦ ਭਾਈ ਦੀ। ਮੈਂ ਗਵਾਹੀ ਦਿੰਦਾ ਵਾਂ ਕਿ ਮੈਨੂੰ ਉਹਨਾਂ ਨਾਲ ਬੜੇ ਇਖਤਲਾਫਾਤ ਸੀ ਮੇਰੇ। ਉਦਣ ਸਾਰੇ ਮੈਂ ਢੋ ਕੇ ਡਸਟਬਿਨ 'ਚ ਸੁੱਟਤੇ ਇਖਤਲਾਫਾਤ, ਜਿੱਦਣ ਉਹਨਾਂ ਨੇ ਆਮਰ ਨਜ਼ੀਰ ਨੂੰ, ਮੁਹੰਮਦ ਜ਼ਾਹਿਦ ਭੌਂਕਾ, ਉਹ ਤਿੰਨ ਦੋ ਹੋਰ ਬੰਦੇ, ਤਾਰਕ ਚੌਹਾਨ, ਹਾਂ, ਉਹਨੇ ਆਖਿਆ ਕਿ ਇੱਥੇ ਮੈਂ ਹਜ਼ਰਤ ਮਸੀਹ ਮਊਦ अलैहिस्सलाम ਪੜ੍ਹਨਾ ਹੈ। ਜਿਹਨੂੰ ਦਰਦ ਹੁੰਦੀ ਹੈ ਨਾਮ ਸੁਣ ਕੇ, ਜਾਂ ਜਿਹਨੂੰ ਦਰਦ ਹੁੰਦੀ ਹੈ ਇੱਥੋਂ ਜੋ ਜੁੱਲੀ ਬਿਸਤਰਾ ਚੁੱਕੋ, ਨਿਕਲੋ ਇੱਥੋਂ। ਲਫ਼ਜ਼ ਬੋਲੇ ਅਸੀਂ ਦਫਾ ਹੋ ਜਾਓ ਯਾਰ। ਮੇਰਾ ਦਿਲ, ਯਕੀਨ ਕਰੋ, ਮੇਰਾ ਦਿਲ ਮੇਰੇ ਲਾਗੇ ਹੁੰਦਾ ਨਾ, ਮੈਂ ਮੋਢਿਆਂ ਤੇ ਚੁੱਕ ਲੈਂਦਾ ਕਿ ਸਾਨੂੰ ਜ਼ਰੂਰਤ ਹੀ ਕੋਈ ਨਹੀਂ। ਜਿੱਥੇ ਅਸੀਂ ਹਜ਼ਰਤ ਮਸੀਹ ਮੌਊਦ अलैहिस्सलाम ਨਹੀਂ ਕਹਿਣਾ, ਸਾਨੂੰ ਲੋੜ ਕੋਈ ਨਹੀਂ ਤੁਹਾਡੇ ਅੰਗਰੇ ਕੁੱਤਿਆਂ ਨਾਲ ਕਿਸੇ ਕਿਸਮ ਦੀ ਗੱਲ ਕਰਨੀ। ਇਹਨੇ ਅੱਗੇ ਫਿਰ ਬਿਆਨ ਚਲਾ ਜਾਏਗਾ ਨਾ। ਮੁਹੰਮਦ ਅਹਿਮਦ ਦੀ ਗੱਲ ਹੋ ਰਹੀ, ਮੈਂ ਵੀ ਉਸ ਦਿਨ ਮੇਰੇ ਵੀ, ਮੈਂ ਕਈ ਦਫਾ ਕਹਿੰਦਾ ਮੇਰਾ ਇਖਤਲਾਫ ਹੋ ਸਕਦਾ ਹੈ, ਲੇਕਿਨ ਅਲੀਮ ਸਾਹਿਬ ਦਾ ਸਿਸਟਮ ਹੋਰ ਹੈ। ਉਹ ਆ ਕੇ ਐਸਾ ਥੱਲੇ ਸੁਣਦੇ ਰਹਿੰਦੇ ਨੇ, ਪਿੱਛੇ ਬਹਿ ਕੇ ਉਹ ਵਿੱਚ ਆ ਕੇ ਐਸਾ ਸਵਾਲ ਮੰਡਦੇ ਨੇ ਆ ਕੇ, ਜਿਹੜਾ ਕਿ ਸ਼ੈਤਾਨੀ ਟਾਈਪ ਲੱਗਦਾ ਹੈਗਾ ਨਾ। ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਈਮਾਨ ਹੈ, ਲੇਕਿਨ ਮੁਹੰਮਦ ਅਹਿਮਦ ਸਾਹਿਬ ਨੂੰ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਇਹਨਾਂ ਨੇ ਕੋਈ ਐਸਾ ਬਿਆਨ ਦਿੱਤਾ ਹੋਵੇ ਜਾਂ ਜਮਾਤ ਦੀ ਤਲੀਮ ਦੇ ਖਿਲਾਫ ਮਸੀਹਤ ਹੈ। ਇਹਨਾਂ ਨੇ ਜਿਹੜੇ ਉਸਨੇ ਇਹੀ ਬਿਆਨ ਦਿੱਤਾ ਨਾ ਕਿ ਆਮਰ ਨਜ਼ੀਰ ਨੂੰ ਵੀ ਚੁੱਕ ਕੇ ਥੱਲੇ ਮਾਰਿਆ, ਔਰ ਬੜੇ ਸਫੈਦ ਦਫਾ ਗੁੱਸੇ ਦੇਖਿਆ ਸੀ ਇਹਨਾਂ ਨੂੰ। ਇਹਨਾਂ ਨੇ ਕਿਹਾ ਦਫਾ ਹੋ ਜਾਓ यहाँ से। और इन्होंने फिर ओपन आई मुतनब्बे किया कि जब भी आप आमन नज़ीर जैसे लोगों को ऊपर लेना है तो लें, लेकिन उनके मुकाबले में फिर इन जैसे बंदे बिठाया करो, अली अकबर जैसे, ਜਿਹੜੇ उन्होंने ਜ਼ਬਾਨ 'ਚ ਜਵਾਬ देन। इन्होंने उत्थे मुतालबा किया सी ओपन आई दे नाल कि फिर अगर बुलाना है ना इन आमन नज़ीर जैसे लोगों को, तो फिर मुकाबले पे अली अकबर जैसे बंदों को बिठाया करो, ਜਿਹੜਾ ਇਹਨਾਂ ਦੀ ਜ਼ਬਾਨ ਦੇ ਵਿੱਚ ਜਵਾਬ ਦੇ ਕਰਨ। ਮੈਂ ਵੀ ਉਦੋਂ ਕਿਹਾ ਬੱਲੇ ਅਲੀ ਅਕਬਰ ਕੋਲ ਉਹ ਪਟਾ ਹੈਗਾ ਜਿਹੜਾ ਕੁੱਤੇ ਨੂੰ ਪਤਾ ਚੱਲੇ ਕਿ ਕਿਹੜੇ ਕੁੱਤੇ ਨੂੰ ਕਦੋਂ ਪਟਾ ਪਾਣਾ। ਆਖਰੀ ਬਿਆਨ ਮੁੱਕਾ ਨਹੀਂ ਸੀ, ਸੈਕਿੰਡ ਰਹਿ ਗਿਆ ਸੀ, ਆਖਰੀ ਸੈਕਿੰਡ ਹੈ ਕਿ ਉਸ ਤੋਂ ਬਾਅਦ ਸੈਫੀ ਸਾਹਿਬ ਤੁਸੀਂ ਉੱਥੇ ਕਿ ਮੁਹੰਮਦ ਅਹਿਮਦ ਸਾਹਿਬ ਨੂੰ ਰਗੜਤਾ ਸੀ। ਮੈਂ ਰੋਕ ਤਾਂ ਰਿਹਾ ਸੀ ਕਿ ਇੱਕ ਬੰਦੇ ਰਗੜ ਲਓ। ਮੁਹੰਮਦ ਅਹਿਮਦ ਸਾਹਿਬ ਜਿਹੜੇ ਨੇ ਉਹ ਸ਼ਰੀਫ ਆਦਮੀ ਨੇ, ਮੈਂ ਉਹਨਾਂ ਕੋਲੋਂ ਜਦੋਂ ਸੁਣ ਲਾਂਗਾ ਫਿਰ ਰਾਏ ਕਾਇਮ ਕਰਾਂਗਾ। ਉਹਨਾਂ ਨੇ ਅੱਜ ਤੱਕ ਐਸਾ ਕੰਮ ਨਹੀਂ ਕੀਤਾ। ਰਾਏ ਕਾਇਮ ਕਰਨ ਦਾ ਵੀ ਹੱਕ ਕੋਈ ਨਹੀਂ, ਵੈਸੇ ਤਾਂ ਹਰ ਬੰਦੇ ਦਾ ਆਪਣਾ ਦੀਨ ਈਮਾਨ ਹੈਗਾ, ਲੇਕਿਨ ਉਹਨਾਂ ਨੇ ਮੇਰੇ ਖਿਆਲ ਕੋਈ ਐਸਾ ਕੰਮ ਨਹੀਂ ਸੀ ਕੀਤਾ ਜੇ ਤੁਸੀਂ ਉਹਨਾਂ ਨੂੰ ਜੋੜ ਗਏ ਸਨ ਨਾਲ ਹੀ। ਹੁਣ ਬੋਲ ਰਹੇ ਤੁਸੀਂ ਜ਼ਰਾ। ਮੇਰਾ ਖਿਆਲ ਹੈ ਕਿ ਤੁਹਾਡੇ ਨਾ ਟਿਕਟਾਕ ਤੇ ਆਉਣ ਤੋਂ ਪਹਿਲੋਂ ਦੀਆਂ ਗੱਲਾਂ ਨੇ। ਮੁਹੰਮਦ ਅਹਿਮਦ ਸਾਹਿਬ, ਮੈਂ ਹੁਸੈਨੀ ਕੋਲ ਬਹਿੰਦੇ ਸਾਂ, ਹੁਸੈਨੀ ਨੇ ਨਵੀਂ ਲਾਈਵ ਲਾਈ ਸੀ ਜਦੋਂ ਨਾਦਰ ਨੇ ਉਹਨੂੰ ਥੱਲੇ ਲਾ ਦਿੱਤਾ ਸੀਗਾ, ਤੇ ਇਹਨਾਂ ਨੇ ਆਪਣੀ ਲਾਈਵ ਲਾਉਣਾ ਸ਼ੁਰੂ ਕਰਤੀ ਸੀ। ਤੇ ਸਾਹਿਲ ਕਾਲੂ ਨਾਲ ਇਹਨਾਂ ਦੀਆਂ ਬੜੀਆਂ ਲੰਬੀਆਂ ਬੈਠਕਾਂ ਮੈਂ 3-3 4-4 ਘੰਟੇ ਦੀਆਂ ਸੁਣੀਆਂ ਨੇ ਮੁਹੰਮਦ ਅਹਿਮਦ ਸਾਹਿਬ ਦੀਆਂ। ਤੇ ਮੇਰੇ ਨਾਲ ਇਹਨਾਂ ਦੀ ਇੱਕ ਵਾਰੀ ਫੋਨ ਤੇ ਵੀ ਗੱਲ ਹੋ ਚੁੱਕੀ ਹੈ। ਮੈਂ ਖੁਦ ਇਹਨਾਂ ਦਾ ਬਹੁਤ ਵੱਡਾ ਫੈਨ ਆ, ਇਹਨਾਂ ਦੇ ਇਲਮ ਦਾ, ਇਹਨਾਂ ਦੀਆਂ ਚੀਜ਼ਾਂ ਦਾ ਕੋਈ ਇਹਦੇ ਸ਼ੱਕ ਨਹੀਂ ਹੈਗਾ। ਠੀਕ ਹੈ, ਗੈਰਤ ਵੀ ਹੈ ਇਹਨਾਂ ਦੇ ਵਿੱਚ, ਲੇਕਿਨ ਮਸਲਾ ਇਹ ਬਣਿਆ ਕਿ ਕੁਛ ਜਗ੍ਹਾ ਦੇ ਉੱਤੇ, ਗੱਲ ਸੁਣ ਲਓ ਜ਼ਰਾ ਮੇਰੀ ਗੱਲ ਸੁਣ। ਦੇ ਵਿੱਚ ਕੌਣ? ਅੱਛਾ, ਮੇਰੀ ਇਹਨਾਂ ਨਾਲ ਕੋਈ ਮਸਲਾ ਨਹੀਂ, ਕੋਈ ਕੁਛ ਨਹੀਂ, ਲੇਕਿਨ ਕੁਛ ਜਗ੍ਹਾ ਦੇ ਉੱਤੇ
ਇਹ ਜਿਵੇਂ ਹੁਣ ਅਸੀਂ ਕਿਸੇ ਉੱਤੇ ਗੱਲ ਕਰ ਰਹੇ ਹਾਂ ਨਾ, ਕਿਸੇ ਬੰਦੇ ਦੇ ਉੱਤੇ, ਜਾਂ ਕਿਸੇ ਬੰਦੇ ਨੇ ਤੁਹਾਡੇ ਉੱਤੇ ਅਟੈਕ ਕੀਤਾ ਹੈ, ਤੁਸੀਂ ਉਹਦਾ ਜਵਾਬ ਦੇ ਰਹੇ ਹੋ ਨਾ ਉਸ ਬੰਦੇ ਨੂੰ, ਜਾਂ ਤੁਸੀਂ ਕੋਈ ਗੱਲ ਕਰ ਰਹੇ ਹੋ, ਇਹਨਾਂ ਨੇ ਵਿੱਚ ਆ ਕੇ ਨਾ, ਉਹ ਮਤਲਬ ਕਿ 2 ਐਕਸੀਡੈਂਟ ਹੋਏ ਨੇ, ਇਹਨਾਂ ਨੇ ਆਪਣੀ ਤੀਜੀ ਗੱਡੀ ਵਿੱਚ ਮਾਰ ਦਿੱਤੀ। ਠੀਕ ਹੈ, ਬਾਕੀ ਮੈਂ ਤੇ ਇਹਨਾਂ ਦੀ ਕਦੀ ਵੀ ਇਹਨਾਂ ਉੱਤੇ ਕੋਈ ਬਲੇਮ ਕੀਤਾ, ਜਾਂ ਹੁਣ ਵੀ ਮੈਂ ਸਿਰਫ ਇਹਨਾਂ ਦੇ ਉੱਤੇ ਇਹ ਗੱਲ ਕਰ ਰਿਹਾ, ਮੁਹੰਮਦ ਅਹਿਮਦ ਸਾਹਿਬ ਜਿਹੜਾ ਉਹਨੇ ਬਿਆਨ ਦਿੱਤਾ ਸੀ, ਤੁਸੀਂ ਉੱਥੇ ਤੱਕ ਗੱਲ ਰਹਿਣ ਦਿਓ। ਉਹ ਤੇ ਇਹਨਾਂ ਨੇ ਅਲੀ ਅਕਬਰ ਸਾਹਿਬ ਤੁਹਾਡੇ ਸਾਹਮਣੇ ਬਹਿ ਕੇ ਵੀ ਚੇਂਜ ਕੀਤਾ ਹੈ ਯਾਰ, ਕੀਤਾ ਜਾਂ ਨਹੀਂ ਚੇਂਜ ਕੀਤਾ? ਠੀਕ ਹੈ, ਅਸੀਂ ਮਾਮਲਾ ਕਵਰ ਹੋਵੇ। ਹਾਂ, ਮਤਲਬ ਉਸ ਤੋਂ ਇਲਾਵਾ ਅਗਰ ਇਹ ਭਰਾ ਨੇ ਮੇਰੇ, ਵੱਡੇ ਨੇ ਛੋਟੇ ਨੇ ਜੋ ਵੀ ਹੈ, ਮੈਂ ਇਹਨਾਂ ਦੀ ਇੱਜ਼ਤ ਕਰਦਾ, ਕਦੀ ਹੋ ਜਾਂਦੀ ਹੈ ਕੋਈ, ਅਸੀਂ ਕੋਈ ਦੁਸ਼ਮਣ ਥੋੜੀ ਆ, ਦਿਨ ਵਿੱਚ ਕਿਸੇ ਨਾਲ ਵੀ ਕੁਝ ਵੀ ਹੋ ਜਾਂਦਾ ਹੈ। ਕਾਈਂਡ ਹਾਰਟ ਨਾਲ ਮੇਰਾ ਸਿਰਫ ਇਹ ਮਸਲਾ ਬਣਿਆ ਕਿ ਕਾਫੀ ਦਿਨਾਂ ਤੋਂ ਯਾਰ ਇਹ ਹਰਕਤ ਕਰ ਰਹੇ, ਇਹਨੂੰ ਮਨਾ ਕਰ ਰਹੇ ਨੇ, ਮੁਹੰਮਦ ਅਹਿਮਦ ਭਾਈ ਨੇ ਖੁਦ ਵੀ ਮਨਾ ਕੀਤਾ ਇਹਨੂੰ, ਲੇਕਿਨ ਇਹ ਨਹੀਂ ਮਨਾ ਹੋ ਰਿਹਾ ਯਾਰ। ਮਤਲਬ ਕਿ ਮਨਾ ਕਿਉਂ ਨਹੀਂ ਹੋ ਰਿਹਾ, ਮੈਂ ਦੱਸਣਾ ਵਾ। ਇਹਦੇ ਪਿੱਛੇ ਹੱਥ ਏ ਆਮਰ ਖੰਜ਼ੀਰ ਦਾ ਤੇ ਬਲਾਲ, ਉਹਦਾ ਛੋਟਾ ਬੱਚਾ ਖੰਜ਼ੀਰ ਜਿਹੜਾ ਵੇ ਬਲਾਲ ਨੀਫ ਦਾ। ਉਹ ਕੱਲ ਵੀ ਤਾਰੀਫਾਂ ਕਰਨ ਡੇ ਸੀ ਕਿ ਕਾਇੰਡ ਹਾਰਟਡ ਨੂੰ ਲਾਗੇ ਬਿਠਾ ਕੇ, ਇਹ ਕਾਇੰਡ ਹਾਰਟਡ ਤੂੰ ਬੜੇ ਹੱਕ ਦੀ ਗੱਲ ਕਰਨਾ, ਤੂੰ ਇੰਜ ਕਰਨਾ, ਤੂੰ ਇੰਜ ਕਰਨਾ। ਹੁਣ ਉਹਨੇ ਖਾਨਾ ਕਾਬਾ ਦੀ ਗੱਲ ਕੀਤੀ ਹੈ ਤੇ ਦਿਲ ਕਰੇ ਕਿ ਉਹਦੀ ਕਾਇੰਡ ਹਾਰਟਡ ਦੀ ਫੋਟੋ ਲਾ ਕੇ ਤੇ ਉਹਦੀ ਲਾ ਕੇ ਤੇ ਹੁਣ ਦੋਨੋਂ ਜਣੇ, ਦੋਨੋਂ ਪਿਓ ਪੁੱਤਰ ਉਹਨੂੰ ਗਾਲਾਂ ਕੱਢਦੇ ਹੋਣਗੇ ਨੇ, ਸ਼ਾਤਮੀਤ ਕਰਤੀ ਤੇ ਰੌਲਾ ਪਾਤਾ। ਕੱਲ ਇਹੀ ਤਾਰੀਫਾਂ ਕਰਨ ਡੇ ਸੀ ਦੋਨੋਂ ਪਿਓ ਪੁੱਤਰ। ਕਾਇੰਡ ਹਾਰਟ ਤੇ ਇੱਕ ਪਤਾ ਨਹੀਂ ਕੀ ਮਖਲੂਕ ਹੈ, ਉਹਨੂੰ ਤਾਂ ਬਾਕੀ ਦੂਜੀ ਪਾਰਟੀ ਵਾਲੇ ਇਹੀ ਕਹਿੰਦੇ ਨੇ ਕਿ ਇਹ ਪਤਾ ਨਹੀਂ ਉਹਨੂੰ ਮੈਂ ਬੇਵਕੂਫ ਸਮਝਣਾ ਵਾ। ਉਹ ਇਸ ਤਰ੍ਹਾਂ ਦਾ ਬੱਚਾ ਹੈਗਾ ਵੇ ਕਾਇੰਡ ਹਾਰਟਡ, ਜਿਹਨੇ ਲਾਇਆ ਗੱਲੀ ਉਹਦੇ ਨਾਲ ਟੁਰ ਚੱਲੀ, ਉਹਦਾ ਆਪਣਾ ਦਿਮਾਗ ਤੋਂ ਕੋਈ ਨਹੀਂ ਹੈਗਾ। ਨਹੀਂ, ਤੁਸੀਂ ਗਲਤ ਸੋਚਿਆ। ਉਹ ਇੰਤਹਾਈ ਡੇਂਜਰਸ ਮੈਨ ਹੈ ਔਰ ਬੜਾ ਸਿਆਣਾ ਹੈ। ਠੀਕ ਹੈ, ਉਹਦਾ ਫੈਮਿਲੀ ਪ੍ਰੋਬਲਮ ਹੈ, ਉਹਨੇ ਦੱਸਿਆ ਹੋਇਆ ਹੈ ਕਿ ਉਹਦੇ ਬੱਚੇ ਵੀ ਅਬਨੋਰਮਲ ਨੇ, ਉਹ ਆਪ ਵੀ ਅਬਨੋਰਮਲ ਹੈਗਾ ਉਹਦੇ ਦਿਲ, ਲੇਕਿਨ ਇਸ ਮਾਮਲੇ 'ਚ ਆ ਕੇ ਉਹ ਬੜਾ ਸਿਆਣਾ ਹੈਗਾ। ਉਹ ਬੜੀ ਗਹਿਰੀ ਸੱਟ ਮਾਰਦਾ ਹੈ ਔਰ ਬੜਾ ਚਵਲ ਬੰਦਾ ਹੈਗਾ ਉਹ ਵਾਲਾ। ਉਹ ਰੋਜ਼ ਡੇਲੀ ਬੇਸਿਸ ਤੇ ਆਪਣਾ ਬਿਆਨ ਬਦਲਦਾ ਹੈਗਾ। ਤੁਹਾਨੂੰ ਉਹ ਬੰਦਾ ਲਾਂਦਾ ਰਿਹਾ, ਤੁਹਾਨੂੰ ਸ਼ਾਤਮ ਕਹਿੰਦਾ ਰਿਹਾ, ਤੁਹਾਨੂੰ ਗੁਸਤਾਖ ਕਹਿੰਦਾ ਰਿਹਾ। ਖੁਦ ਇਹ ਬੰਦਾ ਸ਼ੁਰੂ ਵਿੱਚ ਆਇਆ, ਕਦੀ ਕਹਿੰਦਾ ਮੈਂ ਈਸਾਈ ਹਾਂ, ਫਿਰ ਕਹਿੰਦਾ ਮੈਂ ਮੁਲਹਦ ਹਾਂ, ਫਿਰ ਹੁਣ ਪਤਾ ਚੱਲਿਆ ਜੀ ਇਹ ਅਹਿਮਦੀ ਏ, ਫਿਰ ਜੀ ਮੇਰੇ ਭਰਾ ਦਾ ਇਖਰਾਜ ਹੋਇਆ ਸੀਗਾ, ਮੈਂ ਵੀ ਜਮਾਤ ਤੋਂ ਬਾਹਰ ਹੋ ਗਿਆ ਸੀ, ਫਿਰ ਕਦੀ ਕੋਈ ਗੱਲ ਕਦੀ ਕੋਈ ਗੱਲ। ਫਿਰ ਤੂੰ ਇਹਨੇ ਇੱਕ ਨਾ ਯਾਰ, ਰਵਾ ਕਿੰਨਾ ਸਿਟੀ ਹੈ, ਛੋਟਾ ਜਿਹਾ ਸਿਟੀ ਹੈ ਯਾਰ ਰਵਾ। ਯਾਰ ਮੈਂ ਗਲਤ ਗੱਲ ਕਰ ਰਿਹਾ ਯਾਰ, ਸਾਨੂੰ ਸਾਰਾ ਨਹੀਂ ਪਤਾ ਹੈਗਾ ਯਾਰ, ਚਿੜੀਆਂ ਵੋਟ ਸਾਨੂੰ ਸਾਰਾ ਪਤਾ, ਲਾਲੀਆਂ। ਤੁਸੀਂ ਸੈਫੀ ਭਾਈ ਇਹ ਛੱਡੋ ਨਾ, ਸਾਰੀਆਂ ਗੱਲਾਂ ਤੇ ਮਿੱਟੀ ਪਾਓ। ਤੁਸੀਂ ਇਹ ਦੇਖੋ ਜਿਹੜਾ ਬੰਦਾ ਭਾਈ ਯਾਰ, ਜਿਹੜਾ ਬੰਦਾ 15-20 ਸਾਲ ਤੋਂ ਪਾਕਿਸਤਾਨ ਗਿਆ, ਅਗਲੇ ਬੰਦੇ ਨੂੰ ਗੱਲ ਕਰ ਲੈਂਦੇ ਕਰੋ, ਫਿਰ ਆਪਣੀ ਵਾਰੀ ਵਿੱਚ ਗੱਲ ਕਰਿਆ ਕਰੋ ਯਾਰ, ਅੱਲਾ ਦਾ ਵਾਸਤਾ ਹੈ ਯਾਰ। ਠੀਕ ਹੈ, ਉਹ ਬੰਦਾ ਕਰਾਚੀ ਰਹਿ ਰਿਹਾ ਹੈ, ਕਰਾਚੀ ਵੰਗਰੇ ਸ਼ਹਿਰ ਵਿੱਚ ਉਹਨੇ ਗੰਦ ਨਹੀਂ ਵੇਖਿਆ, ਉਹਨੇ ਕਿਤੇ ਹੋਰ ਗੰਦ ਨਹੀਂ ਵੇਖਿਆ। ਉਹ ਬਾਰ-ਬਾਰ ਰੱਵਾ ਨੂੰ ਟਾਰਗੇਟ ਕਰੀ ਜਾ ਰਿਹਾ, ਰੱਵਾ ਨੂੰ ਟਾਰਗੇਟ ਕਰੀ ਜਾ ਰਿਹਾ, ਤੇ ਕਹਿ ਰਿਹਾ ਕਿ ਮੈਂ ਅਹਿਮਦੀ ਹਾਂ। ਕਰਾਚੀ ਦੇ ਵਿੱਚ ਭਾਈ ਚਲੋ ਯਾਰ ਕੋਈ ਨਹੀਂ ਮਸਲਾ, ਖੈਰ ਉਹਦੀ ਗੱਲ ਨੂੰ ਹੁਣ ਛੱਡੋ, ਸਹੀ ਹੈ। ਉਹ ਹੁਣ ਜਦੋਂ ਆਏਗਾ ਨਾ ਸਾਹਮਣੇ ਕਿਤੇ, ਉਦੋਂ ਗੱਲ ਕਰ ਲਾਂਗੇ ਉਹਦੇ ਨਾਲ। ਹੁਣ ਆਪਣਾ ਕਿੱਥੇ ਗਏ ਨੇ ਥੱਲੇ ਬੰਦੇ ਆਏ ਸਨ ਯਾਰ, ਕੀ ਨਾਂ ਉਹਦਾ, ਕੋਈ ਬੰਦਾ ਕੋ ਆਇਆ ਨਹੀਂ ਹੈ ਕੋਈ ਗੈਰਮ ਦੀ ਕਰਾਚੀ ਦੇ ਵਿੱਚ ਲੋਹੇ ਦੇ ਭਾਅ ਜਿਹੜਾ ਨਾ ਤੁਹਾਨੂੰ ਮਿਲਦੀ ਹੈ ਚੀਜ਼। ਕੀ ਲਿਖਿਆ ਇਹਨੂੰ ਉਹ ਕਾਇੰਡ ਹਾਰਟਡ ਨੂੰ ਕਿਤੇ ਬਿਠਾ ਕੇ ਨਾ, ਮੇਰੀ ਗੱਲ ਸੁਣੋ, ਅਸਲ 'ਚ ਮੈਂ ਤੁਹਾਨੂੰ ਦੱਸਣਾ ਉਹਦਾ ਕਸੂਰ ਕੋਈ ਨਹੀਂ। ਉਹ ਜਦੋਂ ਤੁਸੀਂ ਜਿਵੇਂ ਕਹਿੰਦੇ ਨਾ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ, ਠੀਕ ਹੈ, ਉਹ ਜਦੋਂ ਸਾਰੀ ਦਿਹਾੜੀ ਇੱਕ ਐਸੀ ਮਹਿਫਲ 'ਚ ਬਹਿ ਜਾਂਦਾ ਨਾ, ਮੇਰਾ ਯਕੀਨ ਮੰਨੋ, ਪਤਾ ਨਹੀਂ ਮੇਰੇ ਦਿਲ ਨੂੰ ਹੌਲ ਪੈਂਦੇ ਨੇ ਜਦੋਂ ਮੈਂ ਅਮਨ ਅਜ਼ੀਜ਼ ਦੀ ਹੁਣ ਬਰਾੜ ਵੇਖਣਾ ਵਾ। ਇਹਨਾਂ ਨੇ ਪਿਛਲੇ ਦਿਨਾਂ 'ਚ ਜਿਵੇਂ ਕਹਿ ਲਓ ਕਿ ਗਾਲਾਂ ਕੱਢੀਆਂ ਨੇ, ਤੁਸੀਂ ਇਨ ਕੀਤੀ ਹੈ ਨਬੀਆਂ ਦੀ, ਸਾਥ ਮੇ ਰਸੂਲ ਬਣੇ ਨੇ। ਮੈਂ ਉਸ ਦਿਨ ਦਾ ਮੈਨੂੰ ਇਹਨਾਂ ਦੀ ਅਲਰਜੀ ਹੋ ਗਈ, ਮੈਂ ਇਹਨਾਂ ਦੀ ਬਰਾੜ ਕਦੀ ਸੁਣੀ ਨਹੀਂ ਹੁਣ। ਤੇ ਮੈਨੂੰ ਹੈਰਾਨਗੀ ਹੁੰਦੀ ਉਹਨਾਂ ਲੋਕਾਂ ਤੇ ਕਿ ਜਿਹੜੇ ਜਾ ਕੇ ਉੱਥੇ ਤੇ ਅੱਧਾ ਘੰਟਾ ਜਾ ਕੇ ਤੇ ਬਹਿ ਰਹਿੰਦੇ ਨੇ ਝੜੋਂਕਾ ਮਾਰ ਕੇ। ਕਾਇੰਡ ਹਾਰਟਡ ਵੀ ਉਹਨਾਂ ਚੋਂ ਹੀ ਹੈ। ਹੁਣ ਜਦੋਂ ਉਹ ਜਿਹੜੀ ਨੀਅਤ ਨਾਲ ਜਾ ਕੇ ਬਹਿੰਦਾ, ਅਗਰ ਤੁਸੀਂ ਰੱਦ ਕਰਨ ਜਾਂਦੇ ਫਿਰ ਹੋਰ ਚੀਜ਼ ਹੈ, ਠੀਕ ਹੈ। ਤੇ ਕਿਸੇ ਚੀਜ਼ ਦਾ ਰੱਦ ਕਰਨ ਜਾ ਰਹੇ ਹੋ ਜਾਂ ਕਿਸੇ ਨੂੰ ਝੂਠਾ ਪਾਉਣ ਜਾ ਰਹੇ ਹੋ, ਹੋਰ ਚੀਜ਼ ਹੁੰਦੀ ਹੈ। ਲੇਕਿਨ ਤੁਸੀਂ ਜਾ ਕੇ ਉੱਥੇ ਚਰੌਂਕਰਾ ਮਾਰ ਕੇ ਬਹਿ ਗਏ ਹੋ, ਠੀਕ ਹੈ, ਤੇ ਉਹਨਾਂ ਦੀ ਹਾਂ 'ਚ ਹਾਂ ਮਿਲਾਈ ਜਾ ਰਹੇ ਹੋ। ਤੁਹਾਡੀ ਤਹਿਕੀਕ ਤੁਹਾਡਾ ਆਪਣੀ ਨੂਲ ਹੈ, ਠੀਕ ਹੈ। ਖੁਦ ਨਹੀਂ ਤੁਸੀਂ ਪੜ੍ਹਨਾ, ਖੁਦ ਨਹੀਂ ਕੋਈ ਤਹਿਕੀਕ ਕਰਨੀ, ਅਗਲੇ ਨੇ ਜੋ ਕਹਿਣਾ ਉਹ ਮੰਨੀ ਜਾਣਾ, ਠੀਕ ਹੈ। ਇਸ ਗੱਲ ਦੇ ਉੱਤੇ ਕਹਿ ਲਓ ਕਿ ਫਿਰ ਮਜਬੂਰ ਹੋ ਜਾਂਦਾ ਬੰਦਾ ਇਹੋ ਜਿਹੀ ਸਟੇਜ ਤੇ ਪਹੁੰਚਣ ਵਾਸਤੇ ਨਾ। ਤੇ ਹੁਣ ਇਹੋ ਜਿਹੀ ਸਟੇਜ ਤੇ ਪਹੁੰਚ ਗਿਆ ਤੇ ਉਹ ਕਈ ਵਾਰੀ ਰਗੜ ਜਾਂਦਾ, ਜਿਵੇਂ ਹੁਣ ਉਹਨੇ ਰਗੜਿਆ ਨਾ ਆਪਣਾ ਖਾਨਾ ਕਾਬਾ ਦਾ ਨਮਲ। ਉਹ ਕੁਰਾਨ ਮਜੀਦ ਉਹ ਹਦੀਸ, ਉਹ ਪਿਛਲੇ ਦਿਨਾਂ 'ਚ ਇੱਕ ਐਸੀ ਹਦੀਸ ਕੱਢ ਕੇ ਲੈ ਕੇ ਆਇਆ ਸੀ
ਜਿਹੜੀ ਕਹਿ ਲਓ ਕਿ ਜਿਹਦੇ 'ਚ ਜ਼ਾਹਰੀ ਅਲਫਾਜ਼ ਇਹੀ ਆਉਂਦੇ ਨੇ ਕਿ ਬਈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੌਜ਼ ਬਿਲਾ ਉਹਦੀ ਤੋਹੀਨ ਹੁੰਦੀ ਉਹ ਅਲਫਾਜ਼ਾਂ 'ਚ, ਠੀਕ ਹੈ। ਲੇਕਿਨ ਕੀ ਹੈ ਕਿ ਉਹ ਫਿਰ ਵੀ ਲੈ ਆਉਂਦਾ ਨਾ, ਤੇ ਇਸ ਲਈ ਛੱਡ ਦਿਓ, ਕੋਈ ਨਹੀਂ ਮਸਲਾ, ਖੈਰ ਹੈ, ਹੁੰਦਾ ਰਹਿੰਦਾ, ਕਈ ਮੁਖਤਲਿਫ ਲੋਕ ਆਉਂਦੇ ਰਹਿੰਦੇ ਨੇ ਇੰਝ ਦੇ। ਯਾਰ ਮੈਂ ਹੁਣ ਕਿਹਨੂੰ ਕਰਾਂ, ਮੈਨੂੰ ਫੌਰੀ ਤੌਰ ਉਹਨੂੰ ਸੱਦੋ, ਜ਼ਫਰੁੱਲਾ ਸ਼ਾਹ ਨੂੰ ਸੱਦੋ। ਤੁਦਾ ਆਵਾਮ ਆਇਓ ਬਈ ਜੀ, ਕਿਸੇ ਨੇ ਡਿਬੇਟ ਕਰਨੀ ਹੈ ਤੇ ਤੇ ਅਮਰ ਖੰਜ਼ੀਰ ਨੂੰ ਸੱਦ ਲਓ, ਨਹੀਂ ਤੇ ਉਹਦੇ ਸ਼ਾਗਿਰਦ ਬਲਾਲ ਨਹੀਂ ਵਲਦੂ ਖੰਜ਼ੀਰ ਨੂੰ ਸੱਦ ਲਓ। ਉਹ ਅੱਗੇ ਰਾਤੀ ਮਿਸਟਰ ਐਕਸਸ ਸਾਹਿਬ ਕਹਿ ਰਹੇ ਸੀ ਮੈਦਾਨ ਵਿੱਚ, ਕਹਿੰਦੇ ਜਿਹੜਾ ਪੈਨਲ ਬੈਠਾ ਜ਼ਰੂਰਤ ਕਰੇਗਾ ਆਉਣ ਦੀ, ਉੱਤੇ ਪੈਨਲ ਦੇ ਦੇਖੋ ਕਿਹੜਾ ਬੈਠਾ, ਤੇ ਜ਼ਰੂਰਤ ਕਰ ਸਕਦਾ ਉੱਤੇ ਆਉਣ ਦੀ। और देखो सैफी साहब, अली अकबर, 1122, काला ब्रांड, पापा जानी, कोई बंदा हिम्मत करेगा उत्ते आने दी? उन्होंने पता उत्ते लेना ही है, थल्ले ही ठीक कोई नहीं करेगा। उत्ते निरी मौत है, ये तो सारे बड़े बड़े शातम बैठे ने। ਨਹੀਂ ਯਾਰ, ਇਹ ਨਾ ਕਹੋ ਸ਼ਾਤਮ ਬੈਠੇ ਆ, ਕੋਈ ਵੀ ਨਹੀਂ ਸ਼ਾਤਮ ਬੈਠਾ ਯਾਰ। ਇਹ ਉਹਨਾਂ ਦੇ ਮੁਤਾਬਕ ਕਹਿ ਆਹੋ, ਨਾਲ ਪੂਰਾ ਅਲਫਾਜ਼ ਬੋਲਿਆ ਕਰੋ, ਅਲਫਾਜ਼ਾਂ ਦੇ ਮਤਲਬ ਗਲਤ ਹੋ ਜਾਂਦੇ ਨੇ। ਹਬੀਬੁੱਲਾ ਸਾਹਿਬ ਵਾਲਾ ਮਸਲਾ ਹੱਲ ਹੋ ਗਿਆ ਸੀ, ਉਹਨਾਂ ਨੇ ਕੋਈ ਮਿਸਾਲ ਸੁਣਾਣੀ ਸੀ ਕੋਈ। ਉਹ ਵੇਖੀ ਹੈ ਦੁਬਾਰਾ ਉਹਨਾਂ ਨੂੰ ਉੱਤੇ ਲੈ ਲਓ। ਯਾਰ ਮੇਰੀ ਗੱਲ ਕਰ ਲੈਣ ਦਿਓ ਮੈਨੂੰ। ਉਹ ਜਿਹੜਾ ਹੈ ਨਾ, ਜਿਹੜਾ कल अहमद जट की लाइव पे लिख रहा सी बिलाल हनीफ कि किसी की भी माँ को गाली नहीं निकालनी चाहिए, वो अहमदी हो या गैर अहमदी। सैफी भाई बिबला साहब एक मिनट दे दियो यार, बस यार फिर कर लियो ਵੇਖ ਲਓ ਮੇਰੇ ਤੇ ਇਲਜ਼ਾਮ ਲਾਈ ਜਾ ਰਹੇ ਨੇ। और नहीं कर लियो तुसी कोई यार, गल तो सुन लो सर, गल तुहानू दसना, मैं तुहानू मैसेजेस भी विखावांगा। बिलाल हनीफ कह रहा सी कि अहमद जट की लाइव ते वो सपोर्ट कर रहा सी कि किसी की भी माँ को गाली नहीं निकालनी चाहिए, वो अहमदी हो या गैर अहमदी। तो ਉਹਦਾ ਜਿਹੜਾ ਉਸਤਾਦ ਹੈ ਉਹ ਆਮਰ ਨਜ਼ੀਰ ਕਹਿੰਦਾ ਹੈ ਕਿ ਸਾਰੀ ਰਾਤ ਇਹਨਾਂ ਦੇ ਖਲੀਫਾ ਦੀ ਬੀਵੀ ਦੀ ਤਸਵੀਰ ਲਾਓ ਆਪਣੀਆਂ ਲਾਈਵਾਂ ਦੇ ਉੱਤੇ, ਮੈਂ ਤੁਹਾਨੂੰ ਹੁਕਮ ਦੇ ਕੇ ਜਾ ਰਿਹਾ, ਤੇ ਸ਼ਾਤਮੀਅਤ ਕਰੋ। ਮਤਲਬ ਸ਼ਾਤਮੀਅਤ ਤਾਂ ਨਹੀਂ ਉਹਨੇ ਕਿਹਾ, ਤੇ ਇਹ ਇਹਨਾਂ ਦੇ ਦੋਗਲੇਪਨ ਨੇ ਜਨਾਬ। ਕੌਣ ਆਏਗਾ ਇੱਥੇ ਉੱਤੇ ਗੱਲ ਕਰਨ? ਕੋਈ ਨਹੀਂ ਆ ਸਕਦਾ ਜੀ। ਕਰ ਲਓ ਜੀ ਹਬੀਬੁੱਲਾ ਸਾਹਿਬ ਤੁਸੀਂ। ਮੈਂ ਗੱਲ ਨਹੀਂ ਕਰਨੀ ਸੀ, ਉਹ ਮੇਰੇ ਤੇ ਫਤਵਾ ਲਾ ਰਹੇ ਸਨ, ਕੀ ਕਹਿੰਦੇ ਨੇ ਹੁਣੇ, ਕਿ ਉਹ ਕਹਿੰਦੇ ਨੇ ਕਿ ਸਾਰੇ ਉੱਤੇ ਸ਼ਾਤਮ ਬੈਠੇ ਨੇ। ਅਲੀ ਅਕਬਰ ਭਾਈ ਆਪਣੇ ਕੋਲੋਂ ਹੀ ਗੱਲਾਂ ਕਰ ਦਿੰਦੇ ਜੇ, ਵੇਖ ਲਓ ਫਿਰ ਤੁਸੀਂ। ਤੁਹਾਨੂੰ ਨਹੀਂ ਕਿਹਾ ਯਾਰ। ਕਿਹਨਾਂ ਨੇ ਕਿਹਾ ਸੀ? ਜੱਗੇ ਨੇ ਕਿਹਾ ਸੀ? ਉਹ ਤੁਹਾਨੂੰ ਨਹੀਂ ਕਿਹਾ, ਤੁਹਾਨੂੰ ਨਹੀਂ ਕਿਹਾ, ਮੁਖਾਲਫਾਂ ਨੂੰ ਕਿਹਾ ਹੈ। ਕਰ ਦਿਓ। ਉਹ ਚੱਲ ਠੀਕ ਹੈ ਜੀ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰਵੋ, ਵਸਦੇ ਰਵੋ। ਮੁਖਾਲਫਾਂ ਨੂੰ ਕਿਹਾ ਸੀ, ਮੁਖਾਲਫਾਂ ਨੂੰ। ਮੈਂ ਪੁੱਛਿਆ ਹਬੀਬ ਸਾਹਿਬ ਪੁੱਛਿਆ, ਇਹ ਉਹੀ ਮੁਹੰਮਦ ਅਹਿਮਦ ਸਾਹਿਬ ਨੇ ਜਿਸ ਨੇ ਕਮੈਂਟ ਕੀਤਾ ਸੀ, ਉਹੀ ਜੇ ਆਪ ਹੀ ਕਹਿੰਦੇ। ਚਲੋ ਕੋਈ ਨਹੀਂ, ਉਹਨਾਂ ਨੂੰ ਲੱਗ ਗਿਆ ਪਤਾ ਕਿ ਹੁਣ ਅੱਜ ਤੋਂ ਬਾਅਦ ਮੈਂ ਧਿਆਨ ਕਰਾਂਗਾ। ਠੰਡੇ ਹੋ ਗਏ ਹੁਣ। ਕੀ ਹੋ ਗਏ? ਗੱਲ ਇਹ ਹੈ ਕਿ ਜਦੋਂ ਸਾਰੀ ਦੁਨੀਆ ਇੱਥੇ ਲੜਦੀ ਹੈ, ਮੈਂ ਕਿਹਨੂੰ ਨਹੀਂ ਵੇਖਿਆ, ਹਰ ਇੱਕ ਦੀ ਲੜਾਈ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈ, ਸਾਰੇ ਲੜੇ ਹੋਏ ਨੇ ਆਪਸ ਦੇ ਵਿੱਚ। ਕਿ ਕਿਹੜੇ ਨਹੀਂ ਲੜੇ? ਮੈਂ ਕਦੀ ਕਿਸੇ ਨੂੰ ਆਖਿਆ ਕਿਉਂ ਲੜਦੇ ਜੇ, ਜਾਂ ਕਿਉਂ, ਕੀ ਪ੍ਰੋਬਲਮ ਹੈ? ਸਾਡੀ ਵਾਰੀ ਸਾਰੇ ਬੋਲ ਪੈਂਦੇ ਨੇ ਯਾਰ, ਇਹ ਕੀ ਗੱਲ ਹੈ? ਸਾਨੂੰ ਅਸੀਂ ਗੂੰਗੇ ਆ। ਹਬੀਬ ਸਾਹਿਬ, ਤੁਸੀਂ ਜਿਹਦੇ ਨਾਲ ਲੜਨਾ ਦੱਸੋ, ਕਿਹਦੇ ਨਾਲ ਲੜਨਾ ਜੇ? ਮੇਰੇ ਨਾਲ ਲੜਨਾ ਜੇ ਜਾਂ ਅਲੀ ਅਕਬਰ ਨਾਲ, ਕਿਹਦੇ ਨਾਲ ਲੜਨਾ ਜੀ ਦੱਸੋ? ਨਹੀਂ ਪਿਆਰੇ ਭਾਈ ਮੇਰੀ ਗੱਲ ਸੁਣੋ। ਸਰ ਤੁਹਾਡੀ ਲੜਾਈ ਕਰਾ ਦੇਣੇ ਆ, ਮਸਲਾ ਕੋਈ ਇਹਦੀ ਨਹੀਂ। ਗੱਲ, ਮੇਰੀ ਗੱਲ ਸੁਣੋ। ਅਸੀਂ ਅੱਛਾ। ਤੁਸੀਂ ਤੁਹਾਡੀ ਮੇਰੀ ਕੋਈ ਗੱਲ ਛੋਟੀ ਮੋਟੀ ਹੋ ਜਾਂਦੀ, ਚਲੋ ਜੀ ਦੁਨੀਆ ਵਾ, ਦੁਨੀਆਦਾਰੀ ਚ ਉਹ ਭਾਂਡੇ ਵੀ ਕਹਿੰਦੇ ਨੇ ਖੜਕ ਪੈਂਦੇ ਨੇ, ਬਹਿ ਪਏ ਕਿਤੇ। ਮੇਰੀ ਗੱਲ ਸੁਣੋ, ਕਰਨ ਦੇ ਨੇ ਜੋ ਵੀ ਕਰਨ ਦੇ ਨੇ, ਹੁਣ ਤੁਸੀਂ ਥੱਲੇ ਬੈਠੇ ਹੋ ਤੇ ਐਵੇਂ ਰਿਕਾਰਡ ਥੱਲੇ ਮੈਸੇਜ ਕਰੀ ਜਾਵੋ ਪੁੱਠੇ ਸਿੱਧੇ। ਨਹੀਂ ਤੁਹਾਨੂੰ ਮਸਲਾ ਕੀ, ਰਾਜਸਥਾਨ ਦਾ ਮਸਲਾ ਕਿ ਰਾਜੇ ਬਣਾਉਣ ਦਾ ਕੀ ਮਸਲਾ ਹੋਇਆ? ਰਾਜਾ ਬਣਾਉਣ ਦਾ ਮਸਲਾ ਇਹ ਹੈ ਕਿ ਤੁਸੀਂ ਮੈਨੂੰ ਇਹ ਦੱਸੋ, ਇੱਥੇ ਜੋ ਅਸੀਂ 8 ਜਣੇ ਬੈਠੇ ਆ ਇਸ ਟਾਈਮ, ਥੋੜੇ ਉਹਨਾਂ ਕੋਲ 8 ਜਣੇ ਬੈਠੇ ਆ ਪੂਰੇ, 9ਵੇਂ ਆਪਸਰ ਤੈਰ ਅਠਵਾਲ ਸਾਹਿਬ, ਤੇ ਰਾਜਾ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਕਿ ਸਾਰਿਆਂ ਨੂੰ ਥੱਲੇ ਲਾ ਦਿਓ ਤੇ ਮੈਂ ਕੋਈ ਗੱਲ ਕਰਨੀ ਹੈ। ਬੰਦਾ ਪੁੱਛੋ, ਜਿਹੜੇ 8 ਬੰਦੇ ਬੈਠੇ ਨੇ, ਇਹਨਾਂ 'ਚ ਇੱਕ ਵੀ ਬੰਦਾ ਨਹੀਂ ਉਹਨਾਂ ਦੇ ਮੁਕਾਬਲੇ ਦਾ ਹੈਗਾ। ਹਬੀਬ ਹੁਣ ਮੈਂ ਤੈਨੂੰ ਇੱਕ ਗੱਲ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ, ਮੈਂ ਦੱਸ ਮਾਮਾ ਟੁੱਟੂ ਭਾਈ, ਮੈਂ ਇੱਕ ਪੁਆਇੰਟ ਦੇਣਾ ਵਾ। ਗੱਲ ਹੈ ਵੇ ਕਿ ਉਹਨਾਂ ਦਾ ਕੋਈ ਕਸੂਰ ਨਹੀਂ, ਇਹ ਤੁਹਾਨੂੰ ਜਿੰਨੇ ਲਾਇਆ ਨਾ, ਇਹ ਉਹਦਾ ਕਸੂਰ ਹੈ।
ਸਭ ਤੋਂ ਬਹੁਤਾ ਤੇ ਉਹਦਾ ਕਸੂਰ ਹੈ ਤੇ ਉਹ ਹਾਂਜੀ ਉਹਨਾਂ ਨੇ 1 ਮਿੰਟ ਮੇਰੀ ਪੂਰੀ ਗੱਲ ਤੁਸੀਂ ਸੁਣ ਲੈ ਜੱਗਿਆ 1 ਮਿੰਟ ਪੂਰੀ ਗੱਲ ਸੁਣ ਲੈ ਜੱਗਿਆ 1 ਮਿੰਟ ਪੂਰਾ ਮੇਰਾ ਮੌਕਾ ਸੁਣ ਲਓ। ਗੱਲ ਇਹ ਹੈ ਕਿ ਮੇਰਾ ਕੰਮ ਹੀ ਨਹੀਂ ਬਣਦਾ ਮੈਂ 1122 ਭਾਈ ਨੂੰ ਫੋਨ ਕਰਾਂ ਕਿ ਸਾਰਿਆਂ ਨੂੰ ਥੱਲੇ ਲਾਓ ਤੇ ਮੈਂ ਕੋਈ ਇੱਥੇ ਤਬਲੀਗ ਕਰਨੀ ਹੈ ਜਾਂ ਮੈਂ ਕਿਸੇ ਨੂੰ ਸਮਝਾਉਣਾ। ਨਹੀਂ ਮੈਂ ਦੱਸੋ ਤੁਸੀਂ ਕੱਲ ਹੀ ਜੱਗਾ ਸਾਹਿਬ ਤੁਸੀਂ ਕਰ ਲਓ ਫਿਰ ਬਾਅਦ ਤੁਹਾਨੂੰ ਫੋਨ ਤੁਸੀਂ ਜੋ ਫੋਨ ਕੀਤਾ ਤੇ ਜੇ 1122 ਭਾਈ ਹੋਵੇ ਚੰਗਾ ਉਹ ਕਵੇ ਜੀ ਸਾਰੇ ਕੋਈ ਨਹੀਂ ਗੱਲ ਤੁਸੀਂ ਜੋ ਵੀ ਹੈ ਇੱਥੇ ਬੰਦੇ ਬੈਠੇ ਨੇ ਕੋਈ ਨਹੀਂ ਕੋਈ ਵੀ ਜਿਹੜਾ ਬੋਲੇਗਾ ਥੱਲੇ ਸੁੱਟ ਦਿਆਂਗੇ ਤੁਸੀਂ ਉੱਤੇ ਆ ਕੇ ਗੱਲ ਕਰੋ। ਇਹ 1122 ਦੀ ਬਰਾੜ ਹੈ 1122 ਨੇ ਸਾਰਾ ਕੰਟਰੋਲ ਕਰਨਾ ਹੈ ਨਾ ਹੀ ਤੁਸੀਂ ਕਰ ਸਕਦੇ ਹੋ ਤੇ ਨਾ ਹੀ ਮੈਂ ਕਰ ਸਕਨੇ ਆ ਗੱਲ ਇਹ ਵੇ ਬਾਕੀ ਸ਼ਾਇਦ ਪਤਾ ਨਹੀਂ ਤੁਹਾਨੂੰ ਨਾਲੇ ਮੇਰੀ ਗੱਲ ਸੁਣੋ ਹਾਂ ਮੇਰੀ ਗੱਲ ਸੁਣੋ ਜਿਹੜੀ ਗੱਲ ਹੱਕ ਦੀ ਬਣਦੀ ਅਸੀਂ ਤੇ ਉਹ ਕਰਾਂਗੇ। ਨਾਲੇ ਦੂਸਰੀ ਗੱਲ ਸੁਣੋ ਨਾ ਨਾਲੇ ਇਹ ਵੇ ਕਿ ਜਿਹੜੇ ਵੱਡੇ ਲੋਕ ਇਲਮ ਵਾਲੇ ਲੋਕ ਹੁੰਦੇ ਨੇ ਨਾ ਹਬੀਬੁੱਲਾ ਸਾਹਿਬ ਅਗਰ ਮੇਰੇ ਨਾਲੋਂ ਵੱਧ ਜ਼ਿਆਦਾ ਇਲਮ ਤੁਹਾਡੇ ਕੋਲ ਹੈ ਨਾ ਤੇ ਤੁਹਾਡਾ ਰੁਤਬਾ ਆਟੋਮੈਟਿਕ ਹੀ ਇੱਥੇ ਕਿਉਂਕਿ ਜਿਹੜੀ ਜੰਗ ਹੋ ਰਹੀ ਹੈ ਨਾ ਇਹ ਸਾਰੀ ਇਲਮ ਦੀ ਜੰਗ ਹੋ ਰਹੀ ਹੈ ਠੀਕ ਹੈ ਪੜ੍ਹਾਈ ਦੀ ਜੰਗ ਹੋ ਰਹੀ ਹੈ। ਹੁਣ ਇਹ ਤੁਹਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਤਾਹਰ ਅਠਵਾਲ ਸਾਹਿਬ ਹੋਣ ਜਾਂ ਮੈਂ ਹੋਵਾਂ ਸਾਡੇ ਨਾਲੋਂ ਬਿਹਤਰੀਨ ਸ਼ਖਸ ਉਹੀ ਹੋਏਗਾ ਜਿਹੜਾ ਸਾਡੇ ਦੋਨਾਂ ਨਾਲੋਂ ਜ਼ਿਆਦਾ ਇਲਮ ਵਾਲਾ ਹੋਏਗਾ ਜਿਹੜਾ ਜ਼ਿਆਦਾ ਇਲਮ ਦੀ ਤਾਕਤ ਰੱਖਦਾ ਹੋਏਗਾ ਠੀਕ ਹੈ। ਇਹ ਗੱਲ ਤੁਹਾਨੂੰ ਜ਼ਿਹਨ 'ਚ ਬਿਠਾ ਲੈਣੀ ਚਾਹੀਦੀ ਹੈ। ਮੇਰੀ ਓਨੀ ਇੱਜ਼ਤ ਹੋਏਗੀ ਜਿੰਨਾ ਕੋ ਮੇਰੇ ਕੋਲ ਇਲਮ ਹੈ ਠੀਕ ਹੈ ਤੇ ਮਾਈਂਡ ਰੋਸਟਰ ਸਾਹਿਬ ਜਿਹੜੇ ਨੇ ਉਹਨਾਂ ਦੀ ਓਨੀ ਇੱਜ਼ਤ ਹੋਏਗੀ ਜਿੰਨਾ ਉਹਨਾਂ ਕੋਲ ਇਲਮ ਹੈ। ਹਾਂਜੀ ਮੇਰੀ ਵੀ ਗੱਲ ਸੁਣ ਤੇ ਲਓ ਇਹ ਸਾਰੀ ਜਿਹੜੀ ਹੁੰਦੀ ਹੈ ਨਾ ਕਹਿ ਲਓ ਕਿ ਗੇਮ ਇਹ ਇਲਮ ਦੀ ਹੁੰਦੀ ਹੈ। ਹੁਣ ਤੁਹਾਨੂੰ ਵੀ ਪਤਾ ਹੈ ਕਿ ਉਹਤੇ ਫਾਤਿਹ ਇਸਲਾਮ ਸਾਹਿਬ ਜਾਂ ਰਾਜਾ ਤਾਉਲ ਮਨਾਨ ਸਾਹਿਬ ਜਿਹੜੇ ਨੇ ਉਹ ਇਲਮੀ ਸ਼ਖਸੀਅਤ ਨੇ ਉਹਨਾਂ ਨੇ ਬਾਰਹਾ ਦਫਾ ਕਈ ਜਗ੍ਹਾ 'ਤੇ ਮਨਾਜ਼ਰੇ ਕੀਤੇ ਮੁਬਾਹਸੇ ਕੀਤੇ ਬਹੁਤ ਜਗ੍ਹਾ ਕਹਿ ਲਓ ਕਿ ਮੈਦਾਨ 'ਚ ਉਤਰ ਕੇ ਉਹਨਾਂ ਨੇ ਇਹ ਦੰਗਲ ਲੜੇ ਨੇ ਨਾ ਠੀਕ ਹੈ ਤੇ ਉਹ ਹੁਣ ਸਾਡਾ ਮੁਕਾਬਲਾ ਯਾਨੀ ਨਹੀਂ ਕਰ ਸਕਦੇ ਯਾਨੀ ਕਿ ਉਹ ਉੱਚੇ ਲੈਵਲ ਤੇ ਸੁਣ ਤੇ ਲਵੋ ਹੁਣ ਮੇਰੀ ਗੱਲ ਸੁਣ ਲਓ ਪਿਆਰੇ ਭਾਈ ਸੁਣ ਤੇ ਲਵੋ ਮੇਰੀ ਗੱਲ ਤਾਂ ਮੇਰੇ ਪਿਆਰੇ ਭਾਈ ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੋ ਪੂਰੀ ਗੱਲ ਨਹੀਂ ਨਾ ਹੋਈ ਯਾਦ ਨਹੀਂ ਰਹਿਣੀ ਪਿਆਰੇ ਭਾਈ। ਹਾਂਜੀ ਗੱਲ ਇਹ ਹੈ ਕਿ ਦੰਗਲ ਜਿੱਤਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਗੁੰਡੇ ਬਣ ਜਾਵੋ। ਦੰਗਲ ਜਿੱਤਣ ਸੁਣ ਲਓ ਜਿਹੜੇ ਮੇਰੀ ਗੱਲ ਸੁਣੋ ਗੁੰਡੇ ਸੁਣ ਤੇ ਲਵੋ ਉਹ ਸੁਣ ਲਓ ਮੇਰੀ ਗੱਲ ਸੁਣੋ ਉਹਨਾਂ ਦਾ ਰੁਤਬਾ ਵੀ ਉਹਨਾਂ ਹੀ ਹੈ ਜਿੰਨਾ ਦੂਸਰੇ ਅਹਿਮਦੀ ਦਾ ਵਾ। ਨਹੀਂ ਇੰਜ ਨਹੀਂ ਤੁਸੀਂ ਹੁਣ ਵੇਖੋ ਨਾ ਜੇ ਤੁਸੀਂ ਇਹ ਕਰਨਾ ਵਾ ਤੇ ਫਿਰ ਮੈਂ ਤੁਹਾਨੂੰ ਇਸ ਗੱਲ ਤੋਂ ਫਿਰ ਮੈਂ ਤੁਹਾਨੂੰ ਵੀ ਨਹੀਂ ਕਹਾਂਗਾ ਕਿ ਤੁਸੀਂ ਯਾਰ ਗੱਲ ਤੇ ਪੂਰੀ ਸੁਣ ਲਓ ਗੱਲ ਇਹ ਵੇ ਕਿ ਜਿਹੜੀ ਇਨਸਾਨੀਅਤ ਹੈ ਨਾ ਉਹਦੇ ਵਿੱਚ ਤੁਸੀਂ ਸਹੀ ਹੈ ਤੇ ਖਲੀਫਾ ਵਕਤ ਮਰਬੀਆਨ ਨਾਜ਼ਮ ਸਦਰ ਸਾਰੇ ਇੱਕ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਠੀਕ ਹੈ। ਲੇਕਿਨ ਇਲਮੀ ਮਿਆਰ ਮੈਂ ਕਹਿਣ ਡਿਆ ਕਿ ਇਲਮ ਦੇ ਮਿਆਰ ਦੇ ਮੁਤਾਬਕ ਜਿਹੜਾ ਬੰਦਾ ਜ਼ਿਆਦਾ ਇਲਮ ਵਾਲਾ ਹੋਏਗਾ ਉਹ ਜ਼ਿਆਦਾ ਮੋਤਬਰ ਹੋਏਗਾ ਠੀਕ ਹੈ। ਇਹ ਗੱਲ ਤੁਹਾਨੂੰ ਸਮਝਣੀ ਪਏਗੀ। ਦੂਸਰੀ ਗੱਲ ਇਹ ਵੇ ਕਿ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕੀਤੀ ਹੈ ਨਾ ਕਿ ਬਈ ਸਾਰਿਆਂ ਨੂੰ ਥੱਲੇ ਉਤਾਰੋ ਉਹਨਾਂ ਦੀ ਜਿਹੜੀ ਪੋਜ਼ਿਟਿਵਿਟੀ ਸੀ ਨਾ ਉਹਨੂੰ ਤੁਸੀਂ ਵੇਖੋ ਕਿ ਅਸਲ 'ਚ ਉਹ ਕੀ ਚੀਜ਼ ਸੀ ਉਹ ਕਿਉਂ ਉਤਾਰ ਰਹੇ ਸਨ ਉਹ ਮਸਲੇ ਦਾ ਹੱਲ ਕੱਢਣਾ ਚਾਹ ਰਹੇ ਸਨ। ਮਤਲਬ ਇਹ ਸੀ 1122 ਭਾਈ ਰਾਜਾ ਤਾਲ ਮਨਾਨ ਸਾਹਿਬ ਦਾ ਕਿ ਇੱਥੇ ਅਸੀਂ ਜਦੋਂ ਬਹਿ ਕੇ ਗੱਲ ਕਰੀਏ ਤੇ ਕੋਈ ਬਦਮਜ਼ਗੀ ਨਾ ਹੋਵੇ। ਹਾਂਜੀ ਠੀਕ ਹੈ ਉਹਨਾਂ ਨੇ ਕੋਈ ਗਲਤ ਕੰਮ ਤੇ ਨਹੀਂ ਕਿਹਾ ਜੋ ਵੀ ਉਹਨਾਂ ਨੇ ਵੇਖੋ ਨਾ ਮਸਲਾ ਕਹਿੰਦੇ ਨੇ ਜੀ ਉਹਨਾਂ ਨੇ ਫੋਨ ਕਰਕੇ ਕਿਹਾ ਥੱਲੇ ਲਾ ਦਿਓ ਸਾਰਿਆਂ ਨੂੰ ਇਹ ਤੇ ਉਹਨਾਂ ਦੀ ਗੱਲ ਦਾ ਮਤਲਬ ਇਹ ਸੀ ਕਿ ਜੋ ਵੀ ਇਹ ਗੱਲ ਇਹਨੂੰ ਖਤਮ ਕੀਤਾ ਜਾਵੇ ਇੱਥੇ ਹੀ ਕਿ ਅੱਗੇ ਨਾ ਗੱਲ ਵਧੇ ਤੇ ਉਹ ਮੇਰਾ ਖਿਆਲ ਹੈ ਕਿ ਉਹਨਾਂ ਦਾ ਜਿਹੜਾ ਕਦਮ ਲਿਆ ਸੀ ਉਹ ਸਹੀ ਲਿਆ ਵੇ ਸਮਝਦਾਰ ਨੇ ਜਿਹੜਾ ਤੁਸੀਂ ਉਹਨਾਂ ਦਾ ਪਲੱਸ ਪੁਆਇੰਟ ਨਾ ਮੇਰੀ ਗੱਲ ਸੁਣੋ ਉਹਨਾਂ ਦੀ ਜਿਹੜਾ ਪਲੱਸ ਪੁਆਇੰਟ ਹੈ ਉਹਨੂੰ ਤੁਸੀਂ ਨੈਗੇਟਿਵ ਵਾਲੇ ਪਾਸੇ ਨਾ ਖੜੋ ਠੀਕ ਹੈ। ਅਤਾ ਰਾਜਾ ਤਾਉਲ ਮਨਾਨ ਸਾਹਿਬ ਦਾ ਸਿਰਫ ਮੈਂ ਗੱਲ ਕਰ ਰਿਹਾ ਉਹਨਾਂ ਦਾ ਉਹ ਪਲੱਸ ਪੁਆਇੰਟ ਸੀ ਉਹਨਾਂ ਦੇ ਉੱਤੇ ਉਹਨਾਂ ਦੀ ਐਪਰੀਸ਼ੀਏਸ਼ਨ ਬਣਦੀ ਹੈ ਉਹਨਾਂ ਨੂੰ ਦਾਤ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਬਰਾੜ 'ਤੇ ਆ ਕੇ ਰੌਲੇ ਨੂੰ ਖ਼ਤਮ ਕੀਤਾ। ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹਾਂ ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਅਤੇ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਕੰਮ ਉਹ ਕਰ ਰਹੇ ਸਾਂ ਜਾਂ ਤੁਸੀਂ ਕਰ ਰਹੇ ਸੋ ਮੈਂ ਕਰ ਰਿਹਾ ਸਾਂ ਜਾਂ ਤਾਹਰ ਸਭ ਕਰ ਰਹੇ ਸਨ ਉਹ ਇੱਦਾਂ ਕੰਮ ਨਹੀਂ ਸੀ ਹੈ ਕਿ ਉਹਦੇ ਨਾਲ ਜਮਾਤ ਨੂੰ ਤਰੱਕੀ ਮਿਲ ਜਾਣੀ ਸੀ ਜਾਂ ਜਮਾਤ ਦੀ ਇੱਜ਼ਤ ਵਧਣੀ ਸੀ ਠੀਕ ਹੈ। ਅਗਰ ਮੈਂ ਗਾਲ ਕਿਤੇ ਕੱਢਣਾ ਜਾਂ ਜੱਗਾ ਕੱਢਦਾ ਇਹ ਸਾਰੇ ਅਸੀਂ ਆਪਣੇ ਤੌਰ 'ਤੇ ਲੱਗੇ ਹੁੰਦੇ ਆ ਸਾਨੂੰ ਪਤਾ ਹੁੰਦਾ ਕਿ ਇਹਦੇ ਇਸ ਚੀਜ਼ ਦਾ ਨੁਕਸਾਨ ਹੈ ਇਹ ਖੁਦਕੁਸ਼ੀ ਹੁੰਦੀ ਹੈ
ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ, ਸਮਝ ਰਹੇ ਹੋ। ਤੇ ਉਹ ਇੱਕ ਬੰਦਾ ਆਇਆ, ਉਹਦਾ ਪਲੱਸ ਪੁਆਇੰਟ ਨੂੰ ਤੁਸੀਂ ਨੈਗੇਟਿਵ ਦੇ ਵਿੱਚ ਨਾ ਲਵੋ, ਠੀਕ ਹੈ। ਉਹਦਾ ਕਹਿ ਲਓ ਕਿ ਉਹਨੇ ਬੜਾ ਅੱਛਾ ਅਮਲ ਸੀ ਜਿਹੜਾ ਉਹਨੇ ਕੀਤਾ ਕੱਲ੍ਹ, ਅਤੇ ਉਹ ਕਹਿ ਲਓ ਕਿ ਅੱਲਾਹ ਤਾਲਾ ਉਹਨਾਂ ਨੂੰ ਜਜ਼ਾ ਦੇ। ਪਹਿਲੋਂ ਵੀ ਵੱਡਾ ਉਹਨਾਂ ਨੂੰ ਸਮਝਿਆ ਸੀ ਅਤੇ ਹੁਣ ਵੀ ਉਹ ਸਾਡੇ ਵੱਡੇ ਹੀ ਨੇ, ਅਤੇ ਇੱਜ਼ਤ ਦੀ ਜਗ੍ਹਾ 'ਤੇ ਨੇ। ਅੱਲਾਹ ਤਾਲਾ ਉਹਨਾਂ ਨੂੰ ਅਜਰ ਦੇਵੇ ਇਹਨਾਂ ਸਾਰੇ ਕੰਮਾਂ ਦਾ। ਅਤੇ ਦੂਸਰੀ ਗੱਲ ਵੇਖੋ ਨਾ, ਦੂਜੇ ਪਾਸੇ ਵੀ ਗਏ ਸਨ, ਜਾਂ ਤਾਂ ਹੋਏ ਨਾ ਕਿ ਤੁਹਾਡੇ ਵੱਲ ਕੋਲ ਪਹਿਲੋਂ ਗਏ ਹੁਣ, ਉਹ ਤੁਹਾਡੇ ਮੁਖਾਲਫ ਜਿਹੜੀ ਬਰਾੜ ਲੱਗੀ ਸੀ, ਠੀਕ ਹੈ, ਉੱਧਰ ਵੀ ਗਏ ਨੇ ਉਹ, ਅਤੇ ਉੱਥੇ ਵੀ ਜਾ ਕੇ ਉਹਨਾਂ ਨੇ ਇੰਝ ਹੀ ਕੀਤਾ ਹੈ ਕਿ ਸਭ ਨੂੰ ਥੱਲੇ ਉਤਾਰ ਕੇ ਆਪ ਉੱਤੇ ਬਹਿ ਕੇ ਉਹਨਾਂ ਨੇ ਵੇਖੋ ਨਾ, ਅਗਰ ਉਹ ਬੈਠੇ ਹੁੰਦੇ ਹੁਣ ਵੀ ਆ ਕੇ ਇੱਥੇ ਬਹਿ ਕੇ ਗੱਲ ਕਰਨਗੇ ਨਾ, ਅਤੇ ਉਹ ਗੱਲ ਇੰਝ ਦੀ ਹੋਏਗੀ ਕਿ ਭਾਈ ਜੀ ਸਾਰੇ ਵਿੱਚ ਬੋਲੀ ਜਾਣਗੇ ਇਹ ਉਹ। ਨਹੀਂ ਸਰ, ਇੰਝ ਦਾ ਮਾਹੌਲ ਨਹੀਂ ਉਹ ਚਾਹੁੰਦੇ। ਅਤੇ ਇਹਦੇ 'ਚ ਉਹਨਾਂ ਦੀ ਆਪਣੀ ਕਹਿ ਲਓ ਕਿ ਚੁਆਇਸ ਹੈ, ਉਹ ਜੋ ਮਰਜ਼ੀ ਕਰਨ, ਠੀਕ ਹੈ। ਹਾਲਾਂਕਿ ਮੈਂ ਯਕੀਨ ਮੰਨੋ, ਮੈਂ ਖੁਦ ਉਹਨਾਂ ਦਾ ਅੱਛਾ ਅਮਲ ਹੈ, ਲੇਕਿਨ ਮੈਂ ਚਾਹੁੰਦਾ ਹਾਂ ਕਿ 2 ਕੁ ਦਿਨ ਲੱਗਦੇ ਨਾ, ਠੀਕ ਹੈ, ਚਲੋ ਕਰੋ ਰੌਣਕ ਮੇਲਾ ਲੱਗਾ ਰਹਿੰਦਾ, ਠੀਕ ਹੈ। ਹਾਲਾਂਕਿ ਬੇਸ਼ੱਕ ਉਹ ਨੁਕਸਾਨਦੇਹ ਕੰਮ ਸੀ, ਛੇਤੀ ਹੋ ਗਿਆ ਫੇਰ ਵੀ ਠੀਕ ਹੋ ਗਿਆ, ਲੇਕਿਨ ਕੋਈ 2 ਕੁ ਦਿਨ ਹੋਰ ਚੱਲਦੇ ਨਾ ਸ਼ੋਅ, ਤੇ ਮਜ਼ਾ ਬੜਾ ਆਉਣਾ ਸੀ, ਬਾਬਾ ਰੌਣਕ ਲੱਗੀ ਲੈਣੀ ਸੀ। ਆਹ ਡੈਮੋ ਅਸੀਂ ਵੀ ਵੇਲੇ ਲੈਂਦੇ ਵਿੱਚੋਂ। ਆਹੋ, ਤੇ ਉਹੀ ਨਾ, ਤੇ ਚਲੋ ਹੋਰ ਕੱਖ ਨਹੀਂ, ਬੰਦਾ ਥੱਲੇ ਬੈਠਿਆ ਪੂਰੀ ਦਿਨ ਨਿੰਘ ਜਾਂਦਾ ਯਾਰ, ਬੜਾ ਮਜ਼ਾ ਆਉਂਦਾ ਐਂ ਦਾ ਸ਼ੋਅ। ਮੈਨੂੰ ਖਾਸ ਤੌਰ 'ਤੇ ਨਾ ਜਦੋਂ ਮੇਰਾ ਐਕਸ ਫਰੈਂਡ ਜਿਹੜਾ ਨਾ ਉਹ ਲਾਉਂਦਾ ਨਾ ਲਾਈਵ, ਅਤੇ ਮੇਰੀ ਬਰਾੜ ਬੜੀ ਅੱਛੀ ਗੁਜ਼ਰਦੀ ਹੈ, ਮੇਰਾ ਟਾਈਮ ਬੜਾ ਅੱਛਾ ਗੁਜ਼ਰਦਾ, ਮੈਂ ਥੱਲੇ ਬਹਿ ਕੇ ਤਸੱਲੀ ਦੇ ਨਾਲ ਸੁਣਨਾ, ਠੀਕ ਹੈ, ਕਿਉਂਕਿ ਯਾਰ ਮੇਰਾ ਪੁਰਾਣਾ ਦੋਸਤ ਰਿਹਾ ਉਹ, ਠੀਕ ਹੈ। ਅਤੇ ਪੁਰਾਣੇ ਦੋਸਤਾਂ ਨਾਲ ਤੁਹਾਨੂੰ ਪਤਾ ਫਿਰ ਉਹ ਅਲੱਗ ਹੀ ਪਿਆਰ ਹੁੰਦਾ ਕਿ ਯਾਰ ਉਹ ਗੱਲ ਕਰ ਦੇਣ, ਅਤੇ ਹਾਂ ਬਚਪਨ ਦਾ ਤਾਂ ਨਹੀਂ ਯਾਰ, ਉਂਝ ਇੱਥੇ ਕਹਿ ਲਓ ਕਿ ਉਹ ਕਹਿ ਸਕਦੇ ਹਾਂ। ਹਾਂ, ਕਹਿ ਵੀ ਨਹੀਂ ਸਕਦੇ, ਪਿਆਰ ਨਹੀਂ ਉਹਨਾਂ ਨੂੰ ਕਹਿ ਸਕਦੇ, ਭਰਾ ਹੀ ਕਹਿ ਸਕਦੇ ਸੋ। ਅਤੇ ਲੇਕਿਨ ਉਹ ਵੀ ਹੁਣ ਨਹੀਂ ਰਹੇ, ਲੇਕਿਨ ਚਲੋ ਜਦੋਂ ਰਹੇ ਤਾਂ ਹੈ ਸਨ। ਅਤੇ ਉਹ ਹੁਣ ਭਾਈ ਜਾਨ ਪਿਛਲੇ ਦਿਨਾਂ 'ਚ ਮਾਮਾ ਭੈਣਾਂ ਦੀਆਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਮੈਨੂੰ, ਅਤੇ ਕੋਈ ਮਸਲਾ ਨਹੀਂ, ਫੇਰ ਕੀ ਹੋ ਗਿਆ, ਪੁਰਾਣਾ ਯਾਰ ਹੀ ਸੀ ਨਾ, ਅਤੇ ਉਹਨੂੰ ਹੱਕ ਕੇ ਉਹਨੂੰ ਸੱਤ ਗੁਣ ਮਾਫ ਨੇ। ਉਹਦੀ ਬਰਾੜ ਲੱਗੇ ਹੁਣ ਵੀ ਲਾਏ, ਮੈਨੂੰ ਹੁਣੇ ਕੋਈ ਬੰਦਾ ਆਖੇ ਕਿ ਮੈਂ ਜੱਟ ਨੇ ਲਾਈਵ ਲਾ ਲਈ ਹੈ, ਭਾਵੇਂ ਇੱਥੇ ਬਰਾੜ ਬੰਦ ਕਰਾਂਗੇ, ਥੱਲੇ ਬਹਿ ਕੇ ਤਸੱਲੀ ਦੇ ਨਾਲ ਸੁਣਾਂਗੇ। ਆਹੋ, ਸ਼ਟਰ ਸੁੱਟ ਕੇ, ਤੇ ਭਾਜੀ ਤਸੱਲੀ ਦੇ ਨਾਲ ਥੱਲੇ ਬਹਿ ਕੇ ਉਹਦੇ ਕਦਮਾਂ 'ਚ, ਅਤੇ ਸਾਰੀਆਂ ਗਾਲਾਂ ਸੁਣਾਂਗੇ ਜਿਹੜੀਆਂ ਉਹ ਸਾਨੂੰ ਕੱਢੇਗਾ। ਥੱਲੋਂ ਪਤਾ ਨਹੀਂ ਇਰਫਾਨ ਜੱਟ ਉਹਨੂੰ ਚੁੱਕ ਲਿਆ ਥੱਲੇ 112 ਬਾਈ। अस्सलाम वालेकुम। वालेकुम सलाम जी। अच्छा ਕੀ ਹਾਲ ਚਾਲ ਹੈ ਸਭ ਭਾਈਆਂ ਦਾ, ਠੀਕ ਠਾਕ ਹੋ? ਵਾਲੇਕੁਮ ਸਲਾਮ। ਉਹ ਬਿਸਮਿਲ੍ਲਾ ਕਰੀਏ, ਮੀਆਂ ਸਾਹਿਬ ਆਏ ਸਾਡੀ ਲਾਈਵ ਤੇ, ਸਾਰੇ ਉੱਠ ਕੇ ਸਲੂਟ ਮਾਰੋ, ਸਾਰੇ ਉੱਠ ਕੇ ਸਲੂਟ ਮਾਰੋ, ਮੀਆਂ ਸਾਹਿਬ ਆਏ। ਅੱਛਾ, ਮੈਂ ਯਾਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅਲਹਮਦੁਲਿਲਾ ਸਾਡੀ ਜਮਾਤ ਵਿੱਚ ਵੀ ਨਾ 2 ਲਾਈਵਾਂ ਦਾ ਇਹ ਸਟੇਟਸ ਬਣ ਚੁੱਕਿਆ ਹੈਗਾ ਕਿ ਇੱਕ ਨਜ਼ਾਰਤ ਮੂਰਾਮਾ ਔਰ ਇੱਕ ਨਜ਼ਾਰਤ ਸਦਰ ਅਮੂਮੀ। ਤੇ ਮੈਂ ਕਿ ਮੈਂ ਵੀ ਨਜ਼ਾਰਤ ਮੂਰਾਮਾ ਸਾਡੇ ਮਾਸ਼ਾਅੱਲਾ ਬ੍ਰਾਂਡ ਸਾਹਿਬ ਨੇ, ਅੱਛਾ, ਔਰ ਨਾਜ਼ਰ ਮੂਰਾਮਾ ਸਾਡੇ मोहतरम अली अकबर भाई, ਅੱਛਾ, ਤੇ ਤਾਵਨ ਬ੍ਰਾਂਡ ਸਾਹਿਬ ਦਾ ਨਾ, ਤੇ ਦੂਸਰੀ ਇਹ ਸਾਡਾ ਯਾਰਾ ਭਾਈ ਜਿਹੜਾ ਨੇ ਇਹ ਸਦਰ ਮੁੰਮੀ ਕਰ ਲਓ ਨਾ। ਅਸਤਗਫੁਰullah। ਤੇ ਮੈਂ ਇੱਕ ਦਰਖਾਸਤ ਮਕਸਦ ਲੈ ਕੇ ਹਾਜ਼ਰ ਹੋਇਆ ਸੀ, ਜੇ ਅਗਰ ਕਿਤੇ ਦੋਵਾਂ ਫੋਰਮਾਂ ਚੋਂ ਕਿਤੇ ਸੁਣਵਾਈ ਹੋ ਜਾਏ, ਜੀ ਜੀ ਜੀ, ਕਿਉਂਕਿ ਮੇਰਾ ਕਾਫੀ ਰਿਮਾਂਡ ਹੋਇਆ ਔਰ ਮੈਂ ਇਸ ਲਈ ਆ ਫੇਰ ਵੀ ਹੋ ਗਿਆ ਕਿ ਮੰਨ ਲੈਣੀ ਚਾਹੀਦੀ ਗੱਲ। ਜੀ ਜੀ। ਤੇ ਗੱਲ ਹੈ ਕਿ ਦੇਖੋ ਜਿਹੜੇ ਮੁਖਾਲਫੀਨ ਅਹਿਮਦੀਅਤ ਨੇ, ਮੈਂ ਤੇ ਉਹਨਾਂ ਨੂੰ ਉਹੀ ਸਟੇਟਸ ਦੇਣਾ ਜੋ ਇੱਕ ਨਾਨ ਮੁਸਲਿਮ ਹੁੰਦਾ ਔਰ ਉਹ ਇਸਲਾਮ ਵਾਸਤੇ ਜਾਂ ਨਬੀ ਪਾਕ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਜੋ ਜਜ਼ਬਾਤ ਰੱਖਦਾ। ਜਿਹੜਾ ਮੁਖਾਲਫ ਕਿਸੇ ਦਾ ਕੱਟਰ ਮੁਖਾਲਫ ਹੁੰਦਾ, ਇੱਕ ਤੇ ਆਮ ਮੁਖਾਲਫ ਹੁੰਦੇ ਨਾ ਵੀ ਕੋਈ ਨਹੀਂ ਚਲੋ ਦੁਨੀਆ ਚੱਲਦੀ ਰਹੇ, ਲੇਕਿਨ ਜਿਹੜੇ ਇਲਮੀ ਮੁਖਾਲਫ ਹੁੰਦੇ ਨਾ ਉਹਨਾਂ ਦਾ ਤੁਹਾਨੂੰ ਪਤਾ ਕੀ ਕਫੀਅਤ ਹੁੰਦੀ ਹੈ। ਜੀ ਜੀ। ਤੇ ਇਸੇ ਤਰ੍ਹਾਂ ਸਾਡੇ ਵੀ ਮਤਲਬ ਜਮਾਤ ਦੇ ਕਾਮ ਨਾਰਮਲ ਮੁਖਾਲਫਿਨ ਨੇ, ਇੱਕ ਖਾਸ ਨੇ ਜਿਹੜੇ ਫਾਈਟਰ ਹੈਗੇ ਨੇ। ਤੇ ਅੱਜ ਕੱਲ੍ਹ ਮਾਹੌਲ ਐਸਾ ਕਿ ਅਲਹਮਦੁਲਿਲਾ ਸਾਰੇ ਆਪਣੇ ਆਪਣੇ ਘਰਾਂ 'ਚ ਨੇ, ਮਤਲਬ ਕਿ ਮੁਕਾਤੇ ਹੋਏ ਨੇ, ਕੱਟ ਆਫ ਹੋਏ ਨੇ, ਨਹੀਂ ਜਾਣਾ ਆਣਾ, ਔਰ ਸਭ ਨੇ ਇਕਤਰਫਾ ਤੌਰ ਤੇ ਯਾਦ ਕੀਤਾ ਹੈ। ਇਹ ਵੀ ਬੜੀ ਅੱਛੀ ਗੱਲ ਹੈ, ਬਾਇਸ ਖੁਸ਼ੀ ਹੈ। ਲੇਕਿਨ
ਜਿਹੜੇ ਸਾਡੇ ਭੈਣ ਭਰਾ ਉਹਨਾਂ ਦੀਆਂ ਲਾਈਵਾਂ ਤੇ ਜਾ ਕੇ ਨੀਚੇ ਕਲਮਕਾਰੀ ਕਰਦੇ ਨੇ ਔਰ ਫਿਰ ਉੱਤੇ ਮਕਸਦ ਹੈ ਕਿ ਬੇਅਦਬੀ ਕਰਾਉਂਦੇ ਨੇ। ਮੈਂ ਕਿਉਂਕਿ ਗੁਸਤਾਖੀ ਜੈਸੇ ਵਰਡ ਜਾਂ ਕੋਈ ਸ਼ਾਤਮੀਅਤ ਜੈਸੇ ਵਰਡ ਨੂੰ ਅੱਛਾ ਨਹੀਂ ਸਮਝਦਾ ਔਰ ਨਾ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਜਮਾਤ ਖੁਦ ਉਹਦੀ ਬੜੀ ਵਿਕਟਮ ਹੈਗੀ ਹੈ ਤੇ ਇਸ ਲਈ ਇਹੋ ਜਿਹੇ ਅਲਫਾਜ਼ ਤੋਂ ਮੈਂ ਮਤਲਬ ਅਵਾਇਡ ਕਰਨਾ। ਲੇਕਿਨ ਉੱਥੇ ਜਾ ਕੇ ਨੀਚੇ ਜਮਾਤ ਦੇ ਬਾਰੇ, ਜਮਾਤ ਅਹਿਮਦੀਆ ਜ਼ਿੰਦਾਬਾਦ ਜਾਂ ਮਿਰਜ਼ਾ ਸਾਹਿਬ ਕੀ ਜੈ ਜਾਂ ਉਹ ਜਿਵੇਂ ਸਮਝ ਸਕਦੇ ਹੋ ਨਾ, ਜਾਂ ਕੋਈ ਹੋਰ 72 ਜਨਮੀ ਜਾਂ ਫਲਾਂ 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 ਤੁਸੀਂ ਸੂਰ ਬਾਂਦਰ ਇਹ ਉਹ, ਤੇ ਇਹ ਜੀ ਬਹਾਦਰੀ ਦੇ ਮਕਸਦ ਹੈ ਕਿ ਕਲਮਕਾਰੀਆਂ ਕਰਕੇ ਤੇ ਉੱਤੇ ਫਿਰ ਦੇ ਮਾਰ 4.5 ਹੁੰਦੀ ਹੈ ਤੇ ਉਹਦੇ ਬਾਰੇ ਮਕਸਦ ਹੈ ਕਿ ਕਦੋਂ ਐਕਸ਼ਨ ਲਿਆ ਜਾਏਗਾ ਸਾਡੇ ਨਜ਼ਾਰਤ ਹੈ ਮੁਰਾਮਾ ਔਰ ਸਦਰ ਮੂਮੀ। ਠੀਕ ਹੋ ਗਿਆ। ਗੱਲ ਇਹ ਵੇ ਕਿ ਆਪਣਾ ਮੀਆਂ ਸਾਹਿਬ ਤੇ ਤੁਸੀਂ ਸਦਰ ਮੂਮੀ ਦਾ ਨਾਮ ਲਿਆ ਤੇ ਫਿਰ ਕਹਿ ਲਓ ਕਿ ਸਾਰੀ ਗੱਲ ਤੁਸੀਂ ਮੈਨੂੰ ਮੁਖਾਤਬ ਕੀਤਾ ਹੈ। ਤੇ ਇਹ ਇਸ ਟਾਈਮ ਹੋ ਚੁੱਕੇ ਜਿਹੜੇ ਸਦਰ ਮੁੰਬਈ ਤੇ ਸ਼ੋਭੇ ਨਾ ਉਹਨਾਂ ਦੀ ਤੁਹਾਡਾ ਹੀ ਦਫ਼ਤਰ ਓਪਨ ਹੈਗਾ। ਬੜਾ ਵਧੀਆ ਮੌਕਫ ਪੇਸ਼ ਕੀਤਾ ਹੈ, ਸਦਕੇ ਜਾਵਾਂ। ਪਹਿਲੇ ਹੀ ਅੱਜ ਸਵੇਰ ਦੀ ਅੱਛੀ ਗੱਲ ਸੁਣੀ ਹੈ ਕਿ ਕੌਮ ਜਿਹੜੇ ਨੇ ਥੱਲੇ ਅੱਛੇ ਕਰਨੇ ਚਾਹੀਦੇ ਨੇ। ਨਹੀਂ ਤੁਸੀਂ ਹਬੀਬੁੱਲਾ ਸਾਹਿਬ, ਮੈਂ ਤੁਹਾਨੂੰ ਦੱਸਾਂ ਸੱਚੀ ਗੱਲ, ਸਮਝੇ ਨਹੀਂ ਗੱਲ, ਸੁਣ ਲਓ। ਜਾਂ ਤੁਸੀਂ ਹਬੀਬੁੱਲਾ ਸਾਹਿਬ ਹੈਂਡ ਫਰੀ ਲਵੋ ਚੰਗੀ, ਠੀਕ ਹੈ, ਤੇ ਜਾਂ ਫਿਰ ਨਾ ਤੁਸੀਂ ਇੱਕ ਵਾਰੀ ਸਿਰ ਨੂੰ ਨਾ ਇੰਝ ਕਰਕੇ ਨਾ ਹਿਲਾਓ ਤਾਂ ਕਿ ਕੋਈ ਸ਼ੈ, ਯਕੀਨ ਮੰਨੋ ਮੈਂ ਪਿਆਰੇ ਹੋ ਤੁਸੀਂ, ਮੇਰੇ ਬੜੇ ਪਿਆਰੇ ਹੋ, ਮਤਲਬ ਕਿ ਜਿਹੜੀ ਗੱਲ ਹੁੰਦੀ ਹੈ ਨਾ ਉਹਨੂੰ ਸਮਝ ਸਕੋ ਕਿ ਕੀ ਗੱਲ ਹੋਈ। ਇਹ ਪਿਆਰੇ ਕਮੈਂਟਾਂ ਦੀ ਗੱਲ ਨਹੀਂ ਹੋ ਰਹੀ, ਠੀਕ ਹੈ, ਕਿ ਪਿਆਰੇ ਕਮੈਂਟ ਕੀਤੇ ਜਾਣ। ਇਹ ਕਹਿ ਰਹੇ ਨੇ ਕਿ ਪਿਆਰੇ ਕਮੈਂਟ ਨਾ ਕੀਤੇ ਜਾਣ, ਠੀਕ ਹੈ। ਇਹ ਕਹਿ ਰਹੇ ਨੇ, ਮੈਂ ਉਹ ਕਮੈਂਟ ਕਰ ਰਿਹਾ ਕਿ ਇੱਕ ਤੇ ਅਗਲੇ ਵੈਸੇ ਹੀ ਮੁਖਾਲਫ। ਹਾਂਜੀ ਮੈਂ ਸਮਝ ਗਿਆ ਪਿਆਰੇ ਭਾਈ, ਮੇਰੀ ਇੱਕ ਮਿੰਟ ਗੱਲ ਸੁਣੋ। ਮੈਨੂੰ ਉਹਨਾਂ ਨੇ ਗੱਲ ਕੀਤੀ ਹੈ, ਮੈਂ ਉਹਨਾਂ ਦੀ ਸਾਰੀ ਗੱਲ ਗੌਰ ਨਾਲ ਸੁਣੀ ਹੈ। ਜੋ ਇਹਨਾਂ ਨੇ ਕਿਹਾ ਬਿਲਕੁਲ ਸਹੀ ਕਿਹਾ ਹੈ। ਕਮੈਂਟ ਨਾ ਤੁਹਾਨੂੰ ਅੱਛੇ ਕਰਨ ਦੀ ਜ਼ਰੂਰਤ ਹੈ ਤੇ ਨਾ ਮਾੜੇ ਕਰਨ ਦੀ ਜ਼ਰੂਰਤ ਹੈ। ਹਾਂ ਬਸ ਇਹ ਹੁਣ ਤੁਸੀਂ ਬਿਲਕੁਲ ਠੀਕ ਪਹਿਲੀ ਗੱਲ ਇਸੇ ਗੱਲ ਤੋਂ ਮੈਂ ਲੜਿਆ, ਮੈਂ ਉਸ ਕਮੈਂਟ ਦੀ ਵਜ੍ਹਾ ਤੋਂ ਮੈਂ ਲੜਿਆ ਜਿਹੜਾ ਉਹਨਾਂ ਨੇ ਗਲਤ ਕੀਤਾ ਸੀ। ਬਿਲਕੁਲ ਯਾਰ ਦੇਖੋ ਕਹਿੰਦੇ ਪਏ ਨੇ ਕਿ ਤੁਸੀਂ ਗੈਰ ਅਹਿਮਦੀਆਂ ਦੀ ਬਰਾਡਾਂ ਦੇ ਉੱਤੇ ਜਾ ਕੇ ਤੁਸੀਂ ਇੰਜ ਦੇ ਕਮੈਂਟ ਕਰਦੇ ਹੋ ਤੇ ਉੱਤੋਂ ਫਿਰ ਉਹ ਜਿਹੜਾ ਤੁਹਾਡੇ ਤੇ ਹਮਲਾ ਕਰਦੇ ਨੇ, ਤੁਹਾਡੇ ਕਾਬਰੀ ਨੂੰ ਬੁਰਾ ਭਲਾ ਬੋਲਦੇ ਨੇ, ਉਹਨਾਂ ਦੀ ਗੱਲ ਦਾ ਮਤਲਬ ਇਹ ਹੈ। ਮੈਂ ਵੀ ਹਮਲਾ ਕੀਤਾ ਵਾ, ਅਹਿਮਦੀ ਵੀ ਨਹੀਂ ਖਲੋਂਦੇ। ਮੈਂ ਆਪਣੀ ਗੱਲ ਕਰਨਾ, ਮੈਂ ਮੇਰੇ ਤੇ ਕੱਲ ਗਲਤ ਕਮੈਂਟ ਹੋਏ ਨੇ ਤੇ ਮੈਂ ਵੀ ਹਮਲਾ ਕੀਤਾ ਅੱਜ। ਉਹ ਚਾਚੂ ਤੁਹਾਡੀ ਉਸ ਬਾਰੇ ਗੱਲ ਨਹੀਂ ਕਰ ਰਹੇ, ਉਹ ਤੇ ਆਪਣੇ ਕੋਈ ਵੀ ਹੋਵੇ, ਅਹਿਮਦੀ ਹੋਵੇ ਗੈਰ ਅਹਿਮਦੀ ਹੋਵੇ, ਜੋ ਉਹਨਾਂ ਦੀ ਗੱਲ ਤੁਹਾਨੂੰ ਸਮਝ ਨਹੀਂ ਆਈ, ਮੀਆਂ ਸਾਹਿਬ ਸਮਝਾਓ ਜੀ ਗੱਲ ਇਹਨਾਂ ਨੂੰ। ਚਾਹੀਦੇ ਕਮੈਂਟ ਜਿਹੜੇ ਨੇ ਕਰਨੇ ਨਹੀਂ ਚਾਹੀਦੇ। ਆਪਣੀ ਜਿਹੜੀ ਹੈ ਨਾ ਹਬੀਬੁੱਲਾ ਸਾਹਿਬ, ਤੁਸੀਂ ਜਿਹੜਾ ਨਾ ਹੁਣ ਮੀਆਂ ਸਾਹਿਬ ਦਾ ਮਸਲਾ ਸਾਰਾ ਸਮਝ ਗਏ ਹੋ, ਇਹਨਾਂ ਨੂੰ ਸਮਝਾਓ ਸਾਰੀ ਗੱਲ ਹੁਣ ਮੀਆਂ ਸਾਹਿਬ, ਠੀਕ ਹੈ। ਮੀਆਂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਬਿਲਕੁਲ ਸਹੀ ਕਹੀ ਹੈ ਕਿ ਜਿਹੜੇ ਏਡੇ ਇਲਮ ਵਾਲੇ ਲੋਕ ਨੇ ਉਹ ਆਪਣੇ ਘਰ ਆਪਣੇ ਬੱਚੇ ਨੂੰ ਸਮਝਾਉਣ, ਲਿਖ ਕੇ ਤੇ ਪੜ੍ਹ ਕੇ ਤੇ ਜਿੰਨਾ ਮਰਜ਼ੀ। ਅਬੇ ਭਾਈ ਜੀ ਅਗਰ ਟਾਈਮ ਦਿਓਗੇ ਨਾ ਤੇ ਮੇਰਾ ਇੱਕ ਦੁੱਖ ਨਹੀਂ ਨਾ ਹੈਗਾ, ਮੇਰੇ ਤੇ ਦੁੱਖ ਦੇ ਪਿੱਛੇ ਇੱਕ ਉਸ ਤੋਂ ਵੱਡਾ ਦੁੱਖ ਵੀ ਹੈਗਾ। ਉਹ ਵੀ ਮੈਂ ਤੁਹਾਡਾ ਸੁਣਾਂਗਾ। ਜਿਸ ਤਰ੍ਹਾਂ ਤੁਸੀਂ ਸੁਣਾਈ ਇਹ ਗੱਲ, ਇਹਨਾਂ ਨੂੰ ਸਮਝ ਨਹੀਂ ਆਈ, ਸਮਝਾਉਣ ਮੈਨੂੰ ਡੇ ਨੇ। ਉਹਨਾਂ ਨੇ ਕਿਹਾ ਕਿ ਮੇਰੀ ਗੱਲ ਸੁਣੋ, ਤੁਸੀਂ ਇਹੀ ਕਿਹਾ ਨਾ ਕਿ ਤੁਸੀਂ ਜਾ ਕੇ ਜਿਹੜੇ ਥੱਲੇ ਕਮੈਂਟ ਲਿਖਦੇ ਜੇ ਕਿ ਨਹੀਂ ਮੈਂ ਤੁਸੀਂ ਵਾਲੀ ਗੱਲ ਵਿੱਚੋਂ ਹਜ਼ਫ ਕਰ ਲਓ ਤੁਸੀਂ, ਮੈਂ ਕਿਸੇ ਨੂੰ ਵੀ ਮੈਂਸ਼ਨ ਨਹੀਂ ਕੀਤਾ। ਬੜੇ ਮੁਜਾਹਿਦ ਨੇ। ਮੈਂ ਸਵੇਰ ਅਗਰ ਤੁਸੀਂ ਮਾਈਕ ਥੋੜਾ ਜਿਹਾ ਬੰਦ ਕਰ ਲਓ ਨਾ ਤਾਂ ਮੈਂ ਫਿਰ ਆਪਣੀ ਗੱਲ ਦਾਸਤਾਨੇ ਦੁੱਖ ਸਮਝਾ ਸਕਾਂ। ਮੈਂ ਸਵੇਰ ਗੈਰ ਅਹਿਮਦੀਆਂ ਦੇ ਵੀ ਇੱਕ ਬੰਦੇ ਦੇ ਕਮੈਂਟ ਉੱਥੇ ਓਪਨ ਆਈਜ਼ ਦੀ ਲਾਈਵ ਤੇ ਵਿਖਾਏ ਨੇ, ਜਿੰਦੀ ਵਜ੍ਹਾ ਤੂੰ ਸਾਡੇ ਤੇ ਇਲਜ਼ਾਮ ਪੈਂਦਾ ਜੀ ਇਹ ਨੌਜ਼ ਬਿੱਲਾ ਮਕਸਦ ਬੇਅਦਬੀ ਕਰਦੇ ਨੇ। ਤੇ ਹੁਣ ਮੈਂ ਅੱਜ ਦੀ ਤੁਹਾਡਾ ਕੋਈ ਜ਼ਿਕਰ ਨਹੀਂ ਵੇਚੇਗਾ, ਤੁਹਾਡੇ ਤੋਂ ਬੜੇ ਵੱਡੇ ਮੁਜਾਹਿਦ ਔਰ ਮੁਜਾਹਿਦਾਤ ਪਏ ਨੇ ਜਿਨ੍ਹਾਂ ਨੂੰ ਸਿਰਫ ਅਮਰ ਨਜ਼ੀਰ ਦੀ ਸ਼ਹਿਨशाह ਦੀ ਲਾਈਵ ਲੱਭਦੀ ਏ ਜਾਂ ਹੋਰ ਇਸ ਕਿਸਮ ਦੀ, ਮਤਲਬ ਈਵਨ ਮੈਂ ਤੇ ਆਕਾਸ਼ ਮਲਕ ਦੀ ਲਾਈਵ ਤੇ ਵੀ ਵੇਖਿਆ। ਹਮ ਹੱਕ ਬਾਤ ਕਰਤੇ ਆ, ਉੱਥੇ ਬੜੇ ਮੁਜਾਹਿਦ ਮੈਂ ਵੇਖੇ ਨੇ ਕਿ ਜਿਹੜੇ ਖਤਮੇ ਨਬੂਵਤ ਦੇ ਜਾ ਕੇ ਲਾ ਕੇ ਕਿ ਕਾਰੋਬਾਰ ਹੈ ਔਰ ਇਹ ਹੈ, ਤੇ ਬਾਅਦ ਵਿੱਚ ਉੱਤੇ ਫਿਰ ਅਗਲੇ ਮਕਸਦ ਹੈ ਕਿ ਉਹ ਤਾਂ ਪਹਿਲੇ ਹੀ ਲੱਗੇ ਹੁੰਦੇ ਨੇ, ਲੇਕਿਨ ਉਹ ਅਲਹਮਦੁਲਿਲਾ ਫਿਰ ਮਿਸਾਲੇ ਹੋਰ ਪੈ ਜਾਂਦੇ ਨੇ। ਲੇਕਿਨ ਫਿਰ ਉੱਤੋਂ ਜਿਹੜੀ ਮੈਨੂੰ ਤਕਲੀਫ ਦੀ ਗੱਲ ਹੈਗੀ ਹੈ, ਦੁੱਖ ਵਾਲੀ ਗੱਲ ਹੈ ਕਿ ਜਦੋਂ ਕੋਈ ਵੀ ਬੰਦਾ ਗੈਰ ਜਮਾਤ, ਚਾਹੇ ਜ਼ਾਰੀ ਗੱਲ ਮੁਖਾਲਫ ਹੈ, ਉਹਨਾਂ ਤੇ ਮੁਖਾਲਫਤ ਹੀ ਕਰਨੀ ਹੈ, ਉਹ ਕਿਸੇ ਅੱਛੇ ਮਾਹੌਲ 'ਚ ਆ ਕੇ ਗੱਲ ਕਰਨਾ ਚਾਹੁੰਦਾ ਇੱਜ਼ਤ ਨਾਲ, ਤੇ ਉੱਥੇ ਜਾ ਕੇ ਇਹ ਮਕਸਦ ਹੈ
ਕਦਾ ਬਣਾ ਦਿੰਦੇ ਨੇ ਕਿ ਜੀ ਇਹ ਗਸਤਾਗ ਹੈ, ਫਲਾਣਾ ਹੈ, ਟਮਕਾਣਾ। ਉਹੀ ਲੋਕ ਦੁੱਖ ਇਸ ਗੱਲ ਦਾ ਹੈਗਾ ਕਿ ਚਲੋ ਕੋਈ ਉਹੋ ਜਿਹਾ ਬੰਦਾ ਹੈ ਨਾ ਜਿਹੜਾ ਉਹਨਾਂ ਦੀ ਲਾਈਵਾਂ ਤੇ ਨਾ ਜਾਂਦਾ ਹੈ ਜਾਂ ਗੱਲ ਨਾ ਕਰਦਾ ਹੈ, ਉਹਦੀ ਗੱਲ ਹੁਜਤ ਹੀ ਬਣ ਸਕਦੀ। ਬੰਦਾ ਸੁਣਵੇ, ਜਿਹੜੇ ਬੰਦੇ 24 ਆਵਰ ਉੱਥੇ ਹਾਜ਼ਰੀ ਦਿੰਦੇ ਨੇ ਔਰ ਅਗਲਿਆਂ ਨੇ ਤੇ ਜੇ 10 ਵਾਰੀ ਭੈੜਾ ਗਣਾ ਤੇ 100 ਵਾਰੀ ਘੁਆਉਂਦੇ ਨੇ, ਫਿਰ ਉਹ ਇੱਕ ਐਸੀ ਲਾਈਵ ਤੇ ਆ ਜਾਂਦੇ ਨੇ ਜਿੱਥੇ ਆਪਣੇ ਅਹਿਮਦੀਆ ਦੀ ਲਾਈਵ ਹੁੰਦੀ, ਜਿੱਥੇ ਹਰ ਸ਼ਾ ਕੰਟਰੋਲ ਹੁੰਦੀ ਹੈ, ਔਰ ਉੱਥੇ ਆ ਕੇ ਉਹ ਬੰਬ ਛੱਡ ਦਿੰਦੇ ਨੇ ਕਿ ਜੀ ਇਹ ਤੇ ਗੁਸਤਾਖ, ਇਹਨੂੰ ਕਿਉਂ ਬਿਠਾਇਆ, ਇਹ ਫਲਾਣਾ ਹੈ, ਫਲਾਣਾ 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 ਫਲਾਣਾ। ਤੇ ਉੱਥੇ ਮਾਹੌਲ ਜਿਹੜਾ ਸਾਰਾ ਤਬਾਹ ਕਰਕੇ ਬਰਬਾਦ ਕਰਕੇ ਉਹ 9-2-11 ਫਿਰ ਉੱਥੇ ਹੀ ਉਹਨਾਂ ਦੀਆਂ ਲਾਈਵਾਂ ਦੇ। ਇੱਕ ਤੇ ਵੇਖੋ, ਮੈਂ ਕਮੈਂਟ ਤੇ ਦੂਰ ਦੀ ਗੱਲ ਹੈ, ਤੁਹਾਡੀ ਕਿਸੇ ਅਹਿਮਦੀ ਦੀ ਐਂਟਰੀ ਪੈ ਜਾਏ ਨਾ, ਸਿਰਫ ਨਾਮ ਅਹਿਮਦੀ, ਸਾਰਿਆਂ ਨੂੰ ਪਤਾ ਕਿਹੜੀ ਕਿਹੜੀ ਅਹਿਮਦੀ ਐਂਟਰੀ ਹੈ, ਸਾਨੂੰ ਵੀ ਪਤਾ ਕਿਹੜਾ ਕਿਹੜਾ ਮਤਲਬ ਵਹਾਬੀ ਹੈ, ਕਿਹੜਾ ਕਿਹੜਾ ਦਿਓਬੰਦੀ, ਕਿਹੜਾ ਕਿਹੜਾ ਸ਼ੀਆ ਹੈ, ਤੇ ਕੰਮ ਪੈ ਜਾਂਦਾ ਹੈਗਾ। ਤੇ ਬਜਾਏ ਤੁਸੀਂ ਐਂਟਰੀ ਹੋਇਆ ਤੇ ਕੰਮ ਪੈਣਾ, ਤੇ ਤੁਸੀਂ ਤੇ ਥੱਲੇ ਕਲਮਕਾਰੀ ਵੀ ਕਰ ਰਹੇ ਹੋ। ਫਿਰ ਉਹਦੇ ਰਿਜ਼ਲਟ 'ਚ ਅਗਲਾ ਮਕਸਦ ਹੈ ਕਿ ਸਾਰਾ ਬੇਅਦਬੀਆਂ ਕਰਦੇ ਨੇ, ਔਰ ਫਿਰ ਤੁਸੀਂ ਕਿਸੇ ਆਪਣੇ ਅਹਿਮਦੀ ਦੀ ਲਾਈਵ ਤੇ ਉੱਥੇ ਮੁਸਲੇ ਵੀ ਬਣ ਜਾਂਦੇ ਹੋ। ਤੇ ਮਕਸਦ ਮੇਰਾ ਇਹ ਨਹੀਂ ਕਿ ਕਿਸੇ ਨੂੰ ਟੰਗੋ, ਸਿਰਫ ਜਿਸ ਤਰ੍ਹਾਂ ਤੁਹਾਡਾ ਇੱਕ ਫੋਰਮ ਹੈ ਇਹਨਾਂ ਮਾਮਲਾਤ ਵਿੱਚ, ਸਾਡੇ ਮਾਸ਼ਾਅੱਲਾ 2 ਫੋਰਮ ਨੇ, ਤੇ ਫਿਰ ਜਿਹੜੇ ਵਾਚ ਕਰਨ ਵਾਲੇ ਹੁੰਦੇ ਨੇ ਹਰ ਚੀਜ਼ ਨੂੰ ਵਾਚ ਕਰਦੇ ਨੇ, ਸਿਰਫ ਇੱਕੋ ਚੀਜ਼ ਨੂੰ ਨਹੀਂ। ਜੇ ਤੁਸੀਂ ਡਿਊਟੀ ਜਾਂ ਫਰਜ਼ ਲੈਣਾ ਤਾਂ ਪੂਰਾ ਲਵੋ, ਹਰ ਤਰ੍ਹਾਂ ਦੀ ਸਫਾਈ ਕਰਾਓ। ਤੇ ਇਹ ਹੁਣ ਵੀ ਮੈਂ ਜਿਵੇਂ ਉਹਨਾਂ ਦੇ ਸਕਰੀਨਸ਼ਾਟ ਲਏ ਨੇ ਨਾ, ਉਹ ਜਿਹੜੇ ਸਵੇਰੇ ਓਪਨ ਆਈਜ਼ ਦੀ ਲਾਈਵ ਤੇ ਗੈਰ ਜਮਾਤ ਤੇ, ਮੈਂ ਉਸ ਤੋਂ ਹੁਣ ਘੰਟਾ ਡੇਢ ਬਾਅਦ ਆਪਣੇ ਇੱਕ ਸ਼ਹਿਨशाह ਦੀ ਲਾਈਵ ਲੱਗੀ ਸੀ, ਉੱਥੇ ਸਾਡੇ 3-4 ਜਾਲੇ ਬੈਠੇ ਸੀ, ਤੇ ਉਹਨਾਂ ਦੇ ਮੈਂ ਕਮੈਂਟ ਜਿਹੜੇ ਨੇ ਉਹਨਾਂ ਦੇ ਸਕਰੀਨਸ਼ਾਟ ਲਏ ਨੇ। ਤੇ ਚਲੋ ਪਰਦਾ ਪੋਸ਼ੀ ਕਰ ਲੈਣਾ, ਲੇਕਿਨ ਕਹੋਗੇ ਤਾਂ ਮੈਂ ਤੁਹਾਨੂੰ ਇਨਬਾਕਸ 'ਤੇ ਘੱਲ ਦਾਂਗਾ। ਔਰ ਫਿਰ ਉਹਨਾਂ ਕਮੈਂਟਾਂ ਦੇ ਜ਼ਿੰਮੇ ਥੱਲੇ ਕਮੈਂਟ ਪੜੋ, ਉਹਨਾਂ ਨੇ ਥੱਲੇ ਲਿਖਣ ਦੇ ਨੇ, मियां साहब बात कर रहे हैं गैर जमात की ब्रॉड की, अपने अहमदिया की नहीं कर रहे। इन्होंने मेरे से सुबह गलत कमेंट किया थी, इन्होंने माफी मंगो सारे हबीबुल्ला साहब को माफी मंगो जिन्होंने भी गलत कमेंट किए ने। फिर मैं आया तो उन्होंने फिर इतने घंटा बैठे रहे, म्यूट भी नहीं गूंगे वांगू पुटिया कोई गल। अच्छा वो जिन्ने ਇਹ ਮੇਰਾ ਤਾਂ ਮੁਕਦਮਾ ਖਤਮ ਹੋ ਜਾਣਾ ਫਿਰ, ਜੇ ਤੁਸੀਂ ਤਾਂ ਪਹਿਲੇ ਵੀ ਮਾਸ਼ਾਅੱਲਾ ਘੰਟਾ ਡੇਢ ਕੀਤੀ ਮੁਕਦਮਾ ਪੇਸ਼, ਤੇ ਮੈਂ ਮਾਫੀ ਮੰਗ ਲੈਣਾ ਵੀ ਹਬੀਬ ਸਾਹਿਬ ਮਾਜ਼ਰਤ माफी भी नहीं गल। हुण देख लो उन्हें अपना सबूत दे दिता है कि मियां साहब ने गैर अहमदिया की बात की है। अहमदिया ने गलत ਚਾਚਾ ਬੀਬੁੱਲਾ ਯਾਰ ਤੁਸੀਂ ਥੋੜੀ ਦੇਰ ਲਈ ਮਿਊਟ ਕਰ ਲਓ ਉਹਨਾਂ ਨੂੰ ਗੱਲ। ਮੈਂ ਗੈਰ ਅਹਿਮਦੀਆਂ ਦੀ ਲਾਈਵ ਤੇ ਇਹ ਅਰਜ਼ ਕਰ ਰਿਹਾ ਕਿ ਜਿਹੜੇ ਸਾਡੇ ਅਹਿਮਦੀ ਜਾ ਕੇ ਉੱਥੇ ਐਂਟਰੀ ਆਈਡੀ ਦੀ ਹੋ ਜਾਏ ਤੇ ਕੰਮ ਸ਼ੁਰੂ ਹੋ ਜਾਂਦਾ, ਤੇ ਇਹ ਉੱਤੇ ਸੋਨਾ ਤੇ ਸੁਹਾਗਾ ਜਦੋਂ ਤਹਿਰੀਰਾਂ ਲਿਖਦੇ ਨੇ ਤੇ ਉੱਤੋਂ ਫਿਰ ਜਿਹੜੀ ਬਰੂਦ ਤੇ ਬੰਬਾਰਮੈਂਟ ਸ਼ੁਰੂ ਹੁੰਦੀ ਹੈ, ਉਹਦਾ ਜ਼ਿੰਮੇਦਾਰ ਕੌਣ ਹੈ? ਨਹੀਂ ਮੀਆਂ ਸਾਹਿਬ ਇੱਥੇ ਮੇਰਾ ਸਵਾਲ ਲਿਖਦੇ ਕੌਣ ਨੇ? ਐਮਦੀ ਕਰੀ ਜਾਣ ਰਹੇ ਹੋ, ਜਿਹੜੇ ਜਾਂਦੇ ਨੇ ਉਹਨਾਂ ਦਾ ਨਾਂ ਲਵੋ ਸਾਹਮਣੇ ਵਾਜ਼ੇ ਤੌਰ ਤੇ। ਮੀਆਂ ਸਾਹਿਬ ਇਹਦੇ ਵਿੱਚ ਹੁਣ ਸਾਨੂੰ ਹੁਣ ਜੁੱਲੇ ਦੇ ਵਿੱਚ ਲੰਮੇ ਪਏ ਹੁਣ ਅਹਿਮਦੀ, ਤੁਸੀਂ ਇੱਥੇ ਐਲਾਨ ਕਰੀ ਜਾਣ ਰਹੇ ਹੋ ਅਹਿਮਦੀ ਜਾਂਦੇ ਨੇ, ਅਹਿਮਦੀ ਜਾਂਦੇ ਨੇ, 2 ਨੇ 4 ਨੇ 6 ਨੇ 10 ਨੇ, ਉਹਨਾਂ ਨੂੰ ਨਾਮੀਨੇਟ ਕਰੋ। ਉਹਨਾਂ ਨੂੰ ਕਿਵੇਂ ਸਮਝਾਇਆ ਜਾਏ? ਕੋਈ ਪਰਸਨਲ ਕੰਟੈਕਟ ਕਰਕੇ ਜਾਂ ਇੱਥੇ ਕੱਲ ਇੱਕ ਬੰਦਾ ਸੀ ਰਲੀ ਇਹਦੇ ਜਨਾਬ ਖੇਖਣ ਵੇਚੀ ਜਾਣ ਵਾਲੇ ਦੇ ਵਿੱਚ ਹੀ ਆਉਣ ਵਾਲੇ ਦੇ ਵਿੱਚ ਹੀ ਦੱਸਣ ਵਾਲੇ ਕਿ ਜਾਂਦੇ ਨੇ ਤੇ ਆਉਂਦੇ ਨੇ ਤੇ ਰਹਿੰਦੇ ਨੇ ਤੇ ਪੈਂਦੇ ਨੇ। ਸਿੱਧੀ ਗੱਲ ਦੱਸੋਗੇ ਫਲਾਣਾ ਬੰਦਾ ਜਾਂਦਾ, ਹਰ ਬੰਦਾ ਆਪਣੀ ਆਪ ਜ਼ਿੰਦਗੀ ਦਾ ਆਪ ਜ਼ਿੰਮੇਦਾਰ ਹੈ। ਜਿੱਥੇ ਜਿੱਥੇ ਜਾ ਰਿਹਾ ਕਿਸੇ ਨੂੰ ਡੱਕ ਨਹੀਂ ਸਕਿਆ ਜਿੱਦਾਂ ਦੀ ਟਿਕਟੋਕ ਬਣੀ ਹੈ ਕਿ ਕੌਣ ਜਾਂਦਾ ਤੇ ਕੌਣ ਆਉਂਦਾ। ਬ੍ਰੇਕ ਤੇ ਹੁਣ ਪੈਰ ਛੇਤੀ ਫਟਾਫਟ ਰੱਖ ਲੈਣਾ, ਉਦੋਂ ਤੇ ਤੁਸੀਂ ਜਈ ਕਰਕੇ ਸੁਣੀ ਜਾਣ ਡਏ ਹੋ। ਤੇ ਸਿੱਧੀ ਗੱਲ ਕਰੋ, ਕਿਹੜਾ ਗੁੱਟ ਕਿਸੇ ਨੂੰ ਡੱਕ ਸਕਦਾ ਯਾਰ? ਉਹੀ ਤਾਂ ਪੁੱਛਣ ਲੱਗਿਆ ਯਾਰ, ਗੱਲ ਤੇ ਕਰ ਲੈਂਦੇ ਉਹਨਾਂ ਨੂੰ ਪਹਿਲਾਂ ਪੂਰੀ। ਨਹੀਂ ਉਹ ਜਗ੍ਹਾ ਭਾਈ ਕੋਲ ਹੀ ਸਾਰੇ ਬੈਠੇ ਨੇ, ਜਾਣ ਵਾਲੇ ਵੀ ਕੋਲ ਬੈਠੇ ਨੇ, ਆਉਣ ਵਾਲੇ ਵੀ ਕੋਲ ਬੈਠੇ ਨੇ, ਸਦਰ ਭੂਮੀ ਵੀ ਕੋਲ ਬੈਠੀ ਹੈ, ਮੂਰੇ ਆਮਾ ਵੀ ਕੋਲ ਹੀ ਬੈਠੀ ਹੈ। ਕਿਹੜੀ ਸਦਰ ਭੂਮੀ ਤੇ ਕਿਹੜੀ ਮੂਰੇ ਆਮਾ? ਆਪਣੇ ਘਰ ਹੀ ਬੈਠੇ ਹੋ, ਟਿਕਟੋਕ ਦੇ ਉੱਤੇ ਹੀ ਮਾਮੇ ਬਣਾਈ ਫਿਰਦੇ ਹੋ ਸਾਰਾ ਕੁਝ ਹੀ। ਅੱਛਾ ਨਾ ਕੋ ਪੁੱਛਦਾ ਨਾ ਕੋ ਗੱਲ ਨਾ ਕੋ ਬਾਤ। ਇਹ ਮੈਂ ਕੌਣ? ਮੈਂ ਮੁੰਡੇ ਦੀ ਤਾਈ, ਮੈਂ ਕੌਣ? ਇਹ ਮੈਂ ਖਾਮ। ਅੱਛਾ ਉਹ ਸਦਰ ਬਣੇ ਨੇ, ਸਦਾਰਤਾਂ ਹੋਣ ਡਈਆਂ ਨੇ ਇੱਥੇ। ਘਰ ਜਾ ਕੇ ਆਪਣਾ ਜਾ ਕੇ ਗੈਸ ਕੱਢੋ ਘਰਾਂ ਦੇ ਵਿੱਚ। ਲਓ ਜੀ ਫੈਸਲਾ ਹੋ ਗਿਆ ਕਿ ਅੱਜ ਤੋਂ ਬਾਅਦ ਆਪਣਾ ਉਕਾਬ ਸਾਹਿਬ ਨੇ ਫੈਸਲਾ ਦਿੱਤਾ ਕਿ ਕੋਈ ਕਿਸੇ ਤੇ ਕੋਈ ਗੱਲ ਨਹੀਂ ਕਰੇਗਾ, ਜਿੱਥੇ ਮਰਜ਼ੀ ਕੋ ਜਾਏ, ਜੋ ਮਰਜ਼ੀ ਕਰੇ, ਕੋਈ ਕਿਸੇ ਦਾ ਮੀਆਂ ਸਾਹਿਬ ਦੱਸੋ ਕਿਸੇ ਨੂੰ ਡੱਕਿਆ ਅੱਜ ਤੱਕ? ਕਿਸੇ ਨੂੰ ਨਾ ਕੋਈ ਨਹੀਂ ਡੱਕਿਆ। ਤੇ ਫੈਸਲਾ ਹੋ ਗਿਆ। ਵੇਖੋ
ਸਾਰੀ ਜਿਹੜੀ ਸਦਾਰਤ ਸਦੂਰਤ ਇੱਕ ਸਾਈਡ ਤੇ ਉਕਾਬ ਸਾਹਿਬ ਦੀ ਸਾਡੇ ਯਾਰ 7,000 ਅਕਾਬ ਭਾਈ ਕਿਲੋਮੀਟਰ ਤੁਸੀਂ ਦੀ ਥੋੜੀ ਦੇਰ ਲਈ ਬੁਲੰਦੀ ਮਿਊਟ ਇੱਕ ਕਰ ਲਓ ਪਾਸੇ। ਉਹਨਾਂ ਨੂੰ ਗੱਲ ਕਰ ਲੈਂਦੇ ਅਕਾਬ ਭਾਈ ਅਕਾਬ ਭਾਈ ਅਸਲਾਮ ਵਾਲੇਕੁਮ ਰਹਿਮਤੁल्लाह मैं ਫੈਸਲਾ ਮਨਜ਼ੂਰ ਨਹੀਂ ਨਹੀਂ ਉਹ ਮੀਆਂ ਗੱਲ ਸਾਹਿਬ ਉਹ ਹੁੰਦੀ ਹੈ ਸੁਣ ਜਿਹੜੀ ਲਓ ਖਰੀ ਹੁੰਦੀ ਹੈ ਤੇ ਸੱਚੀ ਹੁੰਦੀ ਹੈ। ਜਗਿਆ ਮਿਊਟ ਕਰਨ ਦੇ ਨਾਲ ਕੱਖ ਨਹੀਂ ਹੁੰਦਾ। ਮਿਊਟ ਬਿਸ਼ੱਕ ਮੈਨੂੰ ਥੱਲੇ ਉਹ ਚੁੱਕ ਕੇ ਮਾਰੋ, ਯਾਰ ਮੇਰੀ ਗੱਲ ਉਹੀ ਹੀ ਲਵਾਓ। ਸਵਾਲ ਪੁੱਛਣ ਲੱਗੇ ਆ ਅਸੀਂ ਹੁਣ ਕਿਸੇ ਤਰੀਕੇ ਪਿਆਰ ਨਾਲ ਅਕਾਬ ਭਾਈ ਗੱਲ ਗੱਲ ਸੁਣਨ ਮੁਕਾਣੀ ਦਿਓ, ਹੈ ਕਿ ਗੱਲ ਸੁਣਨ ਦਿਓ। ਉਹ ਕੋਈ ਵੱਡੇ ਨੇ ਉਹ ਕੋਈ ਸਾਨੂੰ ਦੱਸਣਗੇ ਨਾ ਕਿ ਇੰਜ ਗੱਲ ਕਰਨੀ ਹੈ ਜਾਂ ਇੰਜ ਉਹਨਾਂ ਨੂੰ ਅਕਾਬ ਸਮਝਾਉਣਾ, ਸਾਹਿਬ, ਉਹਨਾਂ ਨੂੰ ਅਕਾਬ ਕਿੱਦਾਂ ਸਾਹਿਬ, ਸਮਝਾਉਣਾ। ਅਕਾਬ ਸਾਹਿਬ, ਉਹਨਾਂ ਨੇ ਅਕਾਬ ਕੋਈ ਸਾਹਿਬ। ਹੱਲ ਕੱਢਿਆ ਹੋਵੇ ਤੇ ਫੇਰ ਹੈ ਨਾ। ਹਾਂ ਸੁਣੋ ਅਕਾਬ ਸਾਹਿਬ ਨੇ ਜਿਹੜੀ ਜੀ ਗੱਲ ਮੀਆਂ ਕੀਤੀ ਮੈਂ ਸੁਣ ਸਾਰੀ ਲਈ ਏ ਠੀਕ ਹੈ। ਗੱਲ ਇਹ ਵੇ ਕਿ ਮੀਆਂ ਸਾਹਿਬ ਦੀ ਗੱਲ ਹੋਈ ਸੀ, ਮੀਆਂ ਸਾਹਿਬ ਦੀ ਗੱਲ ਹਬੀਬ ਸਾਹਿਬ ਅੱਲਾ ਸਾਹਿਬ ਨੂੰ ਸਮਝ ਆ ਗਈ ਸੀ, ਬਾਕੀ ਸਾਰਿਆਂ ਨੂੰ ਉਹਨਾਂ ਨੇ ਸਮਝਾ ਦਿੱਤੀ ਹੈ। ਹੁਣ ਸ਼ਹੀਨ ਸਾਹਿਬ ਜਿਹੜੇ ਨੇ ਅਕਾਬ ਸਾਹਿਬ ਅਸੀਂ ਗੱਲ ਤੁਹਾਡੀ ਨਹੀਂ ਕਰ ਰਹੇ ਠੀਕ ਹੈ ਨਾ, ਇਹ ਗੱਲ ਕਰ ਰਹੇ ਨੇ ਓਵਰਆਲ। ਉਹਨਾਂ ਨੇ ਪਰਦੇ 'ਚ ਗੱਲ ਕੀਤੀ ਹੈ ਕਿ ਥੱਲੇ ਜਾ ਕੇ ਜਿਹੜੇ ਲੋਕ ਕਮੈਂਟ ਕਰਦੇ ਨੇ ਤੇ ਉੱਤੋਂ ਫਿਰ ਗਾਲਾਂ ਪੈਂਦੀਆਂ ਨੇ ਠੀਕ ਹੈ। ਨਹੀਂ ਤੇ ਮੈਂ ਆਖਣ ਡਿਆ ਮੇਰੀ ਕੋਈ ਕਰ ਸਕਦਾ ਹੈ, ਕੋਈ ਕਰ ਵੀ ਲਏਗਾ ਤੇ ਮੈਨੂੰ ਕੋਈ ਫਰਕ ਪੈਣਾ ਕਿਸੇ ਦੇ ਨਾਲ ਕਰਨ ਦੇ ਨਾਲ। ਮਤਲਬ ਤੁਹਾਡਾ ਕੀ ਕਹਿਣਾ ਹੈ ਕਿ ਇਹਦੇ ਉੱਤੇ ਗੱਲ ਨਹੀਂ ਕਰਨੀ ਚਾਹੀਦੀ, ਜੋ ਜਿਹੜਾ ਦਿਲ ਕਰਦਾ ਕਰੀ ਜਾਏ? ਗੱਲ ਕਰੀ ਨਹੀਂ ਜਾਏ। ਗੱਲ ਇਹ ਵੇ ਕਿ ਸਾਰਾ ਕੁਝ ਆਪੇ ਹੀ ਕਰੀ ਜਾ ਰਹੇ ਨੇ ਤੇ ਆਪੇ ਹੀ ਸਾਰਾ ਕੁਝ ਜਨਾਬ ਜੀ ਉਹਨੂੰ ਅਗਰ ਪਰਦੇ ਪਾਈ ਜਾ ਰਹੇ ਨੇ। ਸ਼ਹੀਨ ਹੁਣ ਇੱਥੇ ਸਾਹਿਬ ਠੰਡੇ ਹੋ ਕੇ ਸੁਣ ਬੈਠੇ ਤੇ ਨੇ, ਲਵੋ। ਜਾ ਕੇ ਆਲਮਾਂ ਦੇ ਨਾਲ ਮਨਾਜ਼ਰੇ ਕਰੋ। ਮੇਰੀ ਗੱਲ ਤੇ ਸੁਣ ਲਓ, ਜਿਨ੍ਹਾਂ ਨੂੰ ਚੋਂਬੜਾ ਲਾਉਂਦੇ ਹੋ, ਮਨਾਜ਼ਰਾ ਉਹ ਮੇਰੀ ਗੱਲ ਤੇ ਸੁਣ ਲਓ ਯਾਰ। ਕਰ ਤੁਸੀਂ ਚੁੱਪ ਕਰੋ ਜੱਗਾ ਸਾਹਿਬ ਚੁੱਪ ਕਰੋ। ਸ਼ਹੀਨ ਸਾਹਿਬ ਜਿਹੜਾ ਮਨਾਜ਼ਰਾ ਪਰਸੋਂ ਦੀ ਦਿਨ ਹੋਇਆ ਹੈ ਠੀਕ ਹੈ ਤੁਹਾਡਾ ਤੇ ਅਮਨ ਨਜ਼ੀਰ ਸਾਹਿਬ ਦਾ, ਕਿਆ ਇੰਜ ਦੇ ਮਨਾਜ਼ਰੇ ਸਾਰੇ ਕਰਨ ਲੱਗ ਪੈਣ? ਨਹੀਂ ਮੇਰਾ ਤੇ ਮਨਾਜ਼ਰਾ ਹੋਇਆ ਕੋ ਨਹੀਂ, ਅੱਜ ਤੱਕ ਮੈਂ ਕਿਸੇ ਨੇ ਮਨਾਜ਼ਰਾ ਕੀਤਾ ਹੀ ਨਹੀਂ। ਮੇਰੇ ਉਹ ਪਹਿਲੇ ਮਨਾਜ਼ਰੇ ਹੋਏ ਨੇ ਸ਼ਾਹਰਾਂ ਦੇ ਨਾਲ, ਹੋਏ ਨੇ ਮੌਲਵੀਆਂ ਦੇ ਨਾਲ, 6 ਮੌਲਵੀਆਂ ਨਾਲ ਇਕੱਠਾ ਮਨਾਜ਼ਰਾ ਕੀਤਾ ਸੀ, ਉਹ ਹੀ ਮਨਾਜ਼ਰਾ ਕੀਤਾ। ਉਸ ਤੋਂ ਅਮਰ ਨਜ਼ੀਰ ਸਾਹਿਬ ਦੇ ਨਾਲ ਜਿਹੜਾ ਪਰਸੋਂ ਕੰਮ ਹੋਇਆ ਜਿਹਦਾ ਤੁਸੀਂ ਉਹ ਉੱਤੇ ਤੇ ਗਏ ਮੈਂ ਸੀ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਪੇਸ਼ਗੋਈ ਦੇ ਮੁਤਾਬਕ ਜਨਾਬ ਅਲੀ ਬਦਤਰੀਨ ਜਿਹੜੀ ਮਖਲੂਕ ਸੀ ਸੂਵਰ ਤੇ ਬਾਂਦਰ, ਉਹਦੀ ਜਨਾਬ ਅਲੀ ਨਿਸ਼ਾਨਦੇਹੀ ਕਰਾ ਰਿਹਾ ਹਾਂ ਉਮਤ ਮੁਸਲਮਾਨ ਨੂੰ। ਉਹ ਗਲਤ ਤੇ ਗੱਲ ਤੁਹਾਨੂੰ ਕੰਮ ਪਤਾ ਕਰ ਹੈ ਰਿਹਾ। ਹਾਂ ਸੁਣ ਲਓ ਹੁਣ ਮੈਂ ਵੇਖੋ ਨਾ ਤੁਹਾਨੂੰ ਇੱਕ ਚੀਜ਼ ਦੀ ਗਾਹੀ ਦੇਣ ਲੱਗਾ। ਤੁਹਾਨੂੰ ਪਤਾ ਹੈ ਕਿ ਤੁਹਾਡਾ ਮੈਂ ਤੁਹਾਨੂੰ ਇੱਕ ਵਾਰੀ ਮਾਇਕ ਉਹਨੇ ਲਾ ਲਿਆ ਤੇ ਇਹਦਾ ਮਕਸਦ ਹੈ ਕਿ ਮੇਰੇ ਕੋ ਬੋਲਿਆ ਨਹੀਂ ਗਿਆ ਤੇ ਮੈਂ ਜਨਾਬ ਅਲੀ ਭੈੜਾ ਹੋ ਗਿਆ ਤੇ ਉਹ ਬੜਾ ਚੰਗਾ ਹੋ ਗਿਆ। ਉਹਨੂੰ ਸਿੰਗ ਲੱਗ ਗਏ ਨੇ ਹੁਣ ਇਸ ਗੱਲ ਦੇ ਨਾਲ। ਸੁਣ ਤੇ ਲਵੋ, ਮੈਂ ਕਹਿਣ ਡਿਆ ਕਿ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰੀ ਸਿਰਫ ਉਹਨੇ ਕੀਤਾ। ਤੁਸੀਂ ਜਦੋਂ ਵੀ ਜਾਂਦੇ ਹੋ ਨਾ ਤੁਹਾਡੀ ਅਲਹਮਦੁਲਿਲਾ ਆਵਾਜ਼ ਕਿਸੇ ਐਮਡੀ ਨੇ ਸੁਣੀ ਕੋਈ ਨਹੀਂ। ਸੁਣ ਤੇ ਲਵੋ ਹੁਣ ਮੇਰੀ ਗੱਲ ਸੁਣਨਾ। ਹੁਣ ਇਹ ਗੱਲ ਜਿਹੜੀ ਤੁਹਾਨੂੰ ਤੁਹਾਡੇ ਫਾਇਦੇ ਵਾਸਤੇ ਦੱਸਣ ਦੇ ਆ ਨਾ ਅਸੀਂ ਤੁਹਾਨੂੰ, ਕਿ ਜਦੋਂ ਤੁਸੀਂ ਉੱਤੇ ਜਾਂਦੇ ਹੋ ਤੇ ਉਹ ਬਗੈਰਤ ਲਾ ਲੈਂਦੇ ਨੇ ਮਾਈਕ ਤੇ ਤੁਹਾਡੀ ਆਵਾਜ਼ ਥੱਲੇ ਨਹੀਂ ਆਉਂਦੀ। ਹੁਣ ਇਹ ਤੁਹਾਨੂੰ ਦੱਸੀ ਪਹਿਲੇ ਨੰਬਰ ਦੇ ਉੱਤੇ ਤੇ ਮੈਨੂੰ ਜਾਂਦੇ ਆ ਉਹਨਾਂ ਦੇ ਕੋਲ ਇੱਕ ਵਾਰੀ ਮੈਨੂੰ ਮੈਂ ਗੱਲ ਤੇ ਸੁਣ ਲਓ। 3-4 ਮਹੀਨੇ ਹੋ ਚੱਲੇ ਨੇ ਮੈਂ ਉਹਨਾਂ ਦੇ ਕੋਲ ਗਿਆ ਹੀ ਕੋਈ, ਤੁਸੀਂ ਆਪਣੇ ਕੋਲੋਂ ਹੀ ਛੱਡੀ ਜਾਣ। ਮੇਰੀ ਗੱਲ ਤੇ ਸੁਣ ਲਓ। ਰਿਕਾਰਡਿੰਗਾਂ ਜਿਹੜੀਆਂ ਨੇ ਫਿਰ ਰਿਕਾਰਡਿੰਗਾਂ ਜਿਹੜੀਆਂ ਨੇ ਉਹ ਮੇਰੀਆਂ ਚੜੀਆਂ ਨੇ ਜਨਾਬ ਅਲੀ, ਮੇਰੀ ਆਵਾਜ਼ ਉੱਚੀ ਏ। ਉਹਨੇ ਤੇ ਜਦੋਂ ਮਾਈਕ ਲਾਇਆ ਅਗਲੇ ਦਿਨ ਉਹਨੇ ਮਾਈਕ ਲਾਇਆ ਤੇ ਉਸ ਗੱਲ ਨੂੰ ਤੁਸੀਂ ਜਨਾਬ ਅਲੀ ਉੱਤੇ ਸਮਾਨਾਂ ਤੇ ਚਾੜ ਲਿਆ ਜਿਹੜੀ ਇੱਕ ਸੁਣ ਲਈਏ। ਮੇਰੀ ਗੱਲ ਤੇ ਸੁਣ ਲਓ, ਤੁਹਾਡੀ ਇਹ ਤੇ ਨਾ ਆਵਾਜ਼ ਗੱਲ ਕਰੋ ਕੋਈ ਵੀ ਕਿ ਇੱਕ ਗੱਲ ਨੂੰ ਸੁਣ ਤੇ ਲਵੋ। 100 ਗੱਲਾਂ ਦੇ ਨਾਲ ਮਾਰਨ ਅਕਾਬ ਸਾਹਿਬ ਸੁਣ ਤੇ ਲਵੋ, ਅਗਲੇ ਬੰਦੇ ਦੀ ਸੁਣ ਲਿਆ ਕਰੋ। ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਖੁਦ ਰਿਕਾਰਡਿੰਗ ਕਰਦੇ ਹੋ ਨਾ ਆਪਣੇ ਕਹਿ ਲਓ ਕਿ ਮੋਬਾਈਲ ਤੋਂ, ਤੁਹਾਨੂੰ ਦੋਵਾਂ ਦੀ ਸੁਣ ਤੇ ਲਵੋ ਯਾਰ, ਸੁਣ ਤੇ ਲਵੋ, ਤੁਹਾਨੂੰ ਦੋਨਾਂ ਦੀ ਆਵਾਜ਼ ਰਿਕਾਰਡ ਹੁੰਦੀ ਹੈ ਠੀਕ ਹੈ। ਲੇਕਿਨ ਜਦੋਂ ਤੁਸੀਂ ਥੱਲੇ ਬੈਠੇ ਹੁੰਦੇ ਹੋ ਨਾ ਤੇ ਖੁਦ ਉੱਤੇ ਤੁਸੀਂ ਬੋਲਦੇ ਹੁੰਦੇ ਹੋ, ਅਸਲ ਆਵਾਜ਼ ਉਹ ਹੁੰਦੀ ਤੁਸੀਂ ਥੱਲੇ ਪਹੁੰਚਾਣੀ, ਤੁਸੀਂ ਆਪ ਥੋੜੀ ਸੁਣਨੀ ਹੁੰਦੀ ਰਿਕਾਰਡ ਕਰਕੇ। ਤੁਸੀਂ ਥੱਲੇ ਲੋਕਾਂ ਨੂੰ ਸੁਣਾਉਣ ਗਏ ਸੋ ਨਾ, ਤੇ ਥੱਲੇ ਜਿਹੜੇ ਲੋਕਾਂ ਨੂੰ ਸੁਣਾਉਣ ਗਏ ਸੋ ਉਹਨਾਂ ਨੂੰ ਤੁਹਾਡੀ ਆਵਾਜ਼ ਗਈ ਕੋਨੀ ਠੀਕ ਹੈ ਯਾਰ। ਉਹ ਤੇ ਇੱਕ ਵਾਰੀ ਹੋ ਗਈ ਮਿਸਟੇਕ, ਇੱਕ ਵਾਰੀ ਹਮੇਸ਼ਾ ਹੁੰਦੀ ਏ। ਉਹਦੇ ਨਾਲ ਕੀ ਹੋ ਗਿਆ? ਮਿਸਟੇਕ ਹੋ ਗਈ ਹੈ ਤੇ ਕੀ ਹੋ ਗਿਆ ਜਿਹੜੀ ਮੇਰੀ ਥੱਲੇ ਆਵਾਜ਼ ਨਹੀਂ ਗਈ? ਯਾਰ ਕੀ ਹੋ ਗਿਆ ਜਿਹੜਾ ਬੰਦਾ ਮਿਸਟੇਕ ਹੁਣ ਕਿਸੇ ਨੂੰ ਨਾ ਦੱਸੀਏ। ਅਗਰ 2 ਮਿੰਟ ਉਹਨੇ ਜ਼ਿਆਦਾ ਭੌਂਕ ਲਿਆ ਤੇ ਕੀ ਹੋ ਗਿਆ? 2 ਮਿੰਟ ਨਹੀਂ, ਕੀ ਫਰਕ ਪੈ ਗਿਆ? ਸਾਰਾ ਫਰਕ ਇਸ ਚੀਜ਼ ਨਾਲ ਪੈਂਦਾ ਕਿ ਉਹ ਜਿਹੜਾ ਕੁੱਤਾ ਹਰ ਰੋਜ਼ ਭੌਂਕਣ ਡਿਆ ਉਹਦੀ ਜਾ ਕੇ ਝੋਲੀ ਦੇ ਵਿੱਚ ਬਹਿਣ ਦੇ ਨਾਲ ਫਰਕ ਪੈਂਦਾ ਹੈ।
ਝੋਲੀ ਦੇ ਵਿੱਚ ਜਾ ਕੇ ਤੇ ਗਾਲਾਂ ਖਾ ਕੇ ਵਾਪਸ ਆਉਣ ਨਾਲ ਫਰਕ ਪੈਂਦਾ ਕਿ ਨਹੀਂ ਪੈਂਦਾ, ਇਹ ਦੱਸੋ। ਮੈਂ ਇਹੋ ਹੀ ਤੇ ਗੱਲ ਕਰਨ ਡਿਆ ਕਿ ਫਰਕ ਇਸ ਪੈਂਦਾ, ਗੱਲ ਦਾ ਫਰਕ ਪੈਂਦਾ ਨਾ। ਕਿ ਉਹ ਕੁੱਤਾ ਜਿਹੜਾ ਸੁਣ ਤੇ ਜਨਾਬ ਜੀ ਲਵੋ। ਰੋਜ਼ ਭੌਂਕਣ ਡਿਆ ਉਹਦੀ ਜਾ ਯਾਰ ਕੇ ਝੋਲੀ ਦੇ ਸ਼ਹੀਨ ਵਿੱਚ ਜਾ ਸਾਹਿਬ, ਕੇ ਉਹਦੀ ਕੋਠੜੀ ਦੇ ਸ਼ਹੀਨ ਵਿੱਚ ਸਾਹਿਬ ਜਾ ਕੇ ਬਹਿਣ ਅਗਲੇ ਦੇ ਦੀ ਨਾਲ ਵੀ ਸੁਣ ਫਰਕ ਲਓ। ਪੈਂਦਾ ਤੇ ਬਹਿ ਕੇ ਉਹਦੀਆਂ ਮਿੱਠੀਆਂ ਮਿੱਠੀਆਂ ਉਹ ਸੁਣਨ ਯਾਰ ਦੇ ਨਾਲ ਅਗਲੇ ਫਰਕ ਦੀ ਵੀ ਪੈਂਦਾ। ਸੁਣ ਲਓ ਪਿਆਰਿਓ, ਅਗਲੇ ਦੀ ਵੀ ਸੁਣ ਲਓ, ਅਗਲੇ ਦੀ ਵੀ ਸੁਣ ਲਓ। ਮੈਂ ਕਹਿਣ ਡਿਆ ਕਿ ਅਗਲੇ ਦੀ ਝੋਲੀ 'ਚ ਜਾ ਕੇ ਬਹਿ ਕੇ ਗਾਲਾਂ ਸੁਣ ਕੇ ਵਾਪਸ ਆਉਣ ਨਾਲ ਫਰਕ ਪੈਂਦਾ ਕਿ ਨਹੀਂ ਉਹ ਪੈਂਦਾ? ਇੱਕ ਵਾਰੀ ਹੋ ਗਿਆ, ਇੱਕ ਦੇ ਨਾਲ ਨਹੀਂ, ਜਿਹੜਾ ਯਾਰ ਬੰਦਾ ਹਰ ਇੱਕ ਰੋਜ਼ ਵਾਰੀ ਇਹ ਨਹੀਂ, ਕੰਮ ਮੈਂ ਕਰਦਾ ਹੈ। ਮੈਂ ਮੇਰੀ ਗੱਲ ਸੁਣੋ, ਜਿਹੜਾ ਹਰ ਇੱਕ ਰੋਜ਼ ਵਾਰੀ ਇਹ ਕੰਮ ਕਰਦਾ ਹੈ। ਯਾਰ ਮੈਂ ਕਹਿਣ ਡਿਆ ਕਿ ਇੱਕ ਵਾਰੀ ਹੋ ਗਿਆ, 10 ਵਾਰੀ ਹੋ ਗਿਆ, ਅੱਗੋਂ ਬਾਅਦ ਇਹਦੇ ਨਾਲ ਫਰਕ ਪੈਂਦਾ ਕਿ ਨਹੀਂ ਫਰਕ ਪੈਂਦਾ, ਇਹ ਦੱਸੋ। ਮੈਂ ਇਹ ਤੇ ਆਖਣ ਡਿਆ ਕਿ ਜਿਹੜਾ ਹਰ ਰੋਜ਼ ਹੀ ਬਹਿ ਜਾਂਦਾ ਸ਼ਾਮੀ ਜਾ ਕੇ ਜਨਾਬ ਜੀ, ਮਤਲਬ ਰੋਟੀ ਹਰ ਰੋਜ਼ ਖਾ ਨਹੀਂ ਕੇ ਜਾਣਾ ਜਨਾਬ ਚਾਹੀਦਾ, ਜੀ ਕਦੀ-ਕਦੀ ਤੁਰ ਜਾਣਾ ਜਾ ਕੇ ਚਾਹੀਦਾ। ਬਹਿ ਜਾਂਦਾ ਉੱਥੇ। ਸੁਣ ਲਓ, ਹਰ ਰੋਜ਼ ਨਹੀਂ ਉਹ ਜਾਣਾ ਕੀ? ਚਾਹੀਦਾ। ਸੁਣ ਲਓ, ਹਰ ਰੋਜ਼ ਨਹੀਂ ਜਾਣਾ ਚਾਹੀਦਾ, ਕਦੀ-ਕਦੀ ਉਹ ਜਾਣਾ ਫਿਰ ਚਾਹੀਦਾ। ਸਾਨੂੰ ਇੱਥੇ ਤਬਲੀਗ ਨਾ ਕਰਨ ਦੀ ਕੋਸ਼ਿਸ਼ ਕਰਨ ਕੋਈ ਵੀ ਮੈਂ ਟਿਕਟੌਕ ਕਹਿਣ ਦੇ ਡਿਆ ਉੱਤੇ ਕਿ ਹਰ ਰੋਜ਼ ਨਹੀਂ ਜਾਣਾ ਚਾਹੀਦਾ, ਕਦੀ-ਕਦੀ ਜਾਣਾ ਚਾਹੀਦਾ, ਇਹ ਕਹਿ ਰਹੇ ਹੋ। ਆ ਸਾਨੂੰ ਤੇ ਨਾ ਸਮਝਾਉਣ ਦੀ ਕੋਸ਼ਿਸ਼ ਕਰਨ, ਉਹ ਆਪਣੀ ਮੈਂ ਮੰਜੀ ਤੇ ਗੱਲ ਡਾਂਗ ਫੇਰ। ਯਾਰ ਤੁਸੀਂ ਤੇ ਸਮਝਾ ਲਓ ਸਾਨੂੰ। ਮੈਂ ਕਹਿਣ ਡਿਆ ਕਿ ਹਰ ਰੋਜ਼ ਨਹੀਂ ਜਾਣਾ ਚਾਹੀਦਾ, ਕਦੀ-ਕਦੀ ਜਾਣਾ ਚਾਹੀਦਾ। ਮੈਂ ਇਹੋ ਹੀ ਤੇ ਗੱਲ ਕਰਨ ਡਿਆ ਕਿ ਇੱਕ ਬੰਦਾ ਇੱਕ ਵਾਰੀ ਟੁਰ ਗਿਆ, ਉਹਦੇ ਕੋਲੋਂ ਗਲਤੀ ਹੋ ਗਈ ਹੈ, ਤੇ ਦੂਸਰਾ ਬੰਦਾ ਡੇਲੀ ਜਾ ਰਿਹਾ। ਇਹੀ ਤੇ ਗੱਲ, ਮੇਰੀ ਗੱਲ ਸੁਣ ਲਾ। ਹੁਣ ਤੁਹਾਨੂੰ ਪਤਾ ਚੱਲ ਗਿਆ, ਸੁਣ ਲਓ ਤੁਹਾਨੂੰ ਪਤਾ ਚੱਲ ਗਿਆ ਕਿ ਉਹ ਗਲਤੀ ਹੈ। ਮੀਆਂ ਸਾਹਿਬ ਆਏ ਮੈਂ ਨੇ, ਤੇ ਮੰਨਣਾ ਵਾ ਉਹ ਇਸ ਯਾਰ ਚੀਜ਼ ਨੂੰ। ਗੱਲ ਤੇ ਸੁਣ ਲਓ, ਤੁਸੀਂ ਮੰਨ ਗਏ ਉਹ ਗਲਤੀ ਹੈ। ਮੀਆਂ ਸਾਹਿਬ ਆਏ ਨੇ, ਉਹ ਸਭ ਨੂੰ ਦੱਸਣਾ ਚਾਹ ਰਹੇ ਨੇ ਕਿ ਇਹ ਗਲਤੀ ਹੈ। ਦੱਸੋ ਮੀਆਂ ਸਾਹਿਬ ਗਲਤ ਕਿੱਥੇ ਨੇ? ਤੁਸੀਂ ਵੀ ਉਹੀ ਕੰਮ ਕਰ ਰਹੇ ਹੋ। ਉਸੇ ਚੀਜ਼ ਨੂੰ ਤੁਸੀਂ ਗਲਤ ਕਹਿ ਰਹੇ ਹੋ, ਉਸੇ ਚੀਜ਼ ਨੂੰ ਮੀਆਂ ਸਾਹਿਬ ਗਲਤ ਕਹਿ ਰਹੇ ਸਨ, ਤੇ ਗਲਤ ਕਿਸੇ ਦਾ ਨਾਂ ਲੈ ਕੇ ਨਹੀਂ ਕਹਿ ਰਹੇ। ਮੀਆਂ ਸਾਹਿਬ ਓਵਰਆਲ ਸਮਝਾ ਰਹੇ ਸਨ। ਮੈਂ ਦੱਸਦਾ ਕਿੱਥੇ ਮੀਆਂ ਸਾਹਿਬ ਗਲਤ ਨੇ। ਨਹੀਂ ਮੀਆਂ ਸਾਹਿਬ ਹੈ ਹੀ ਗਲਤ ਨੇ ਯਾਰ, ਉਹ ਛੱਡ ਦਿਓ। ਮੈਂ ਇੰਨੀ ਗੱਲ ਕਰ ਰਿਹਾ ਕਿ ਜਿਹੜੇ ਸ਼ਹੀਨ ਸਾਹਿਬ ਤੇ ਮੀਆਂ ਸਾਹਿਬ ਦੋਨੋਂ ਗੱਲ ਕਰ ਰਹੇ ਨੇ, ਸੇਮ ਗੱਲ ਕਰ ਰਹੇ ਨੇ। ਸ਼ਹੀਨ ਸਾਹਿਬ ਕਹਿ ਰਹੇ ਨੇ ਕਿ ਜੇ ਮੈਂ ਇੱਕ ਵਾਰੀ ਗਿਆ ਵਾਂ ਜਾਂ ਕੋਈ ਵੀ ਇੱਕ ਵਾਰੀ ਗਿਆ, ਉਹ ਗਲਤੀ ਹੋਈ ਹੈ ਤੇ ਹਮੇਸ਼ਾ ਨਹੀਂ ਜਾਣਾ ਚਾਹੀਦਾ। ਇਹੀ ਗੱਲ ਮੀਆਂ ਸਾਹਿਬ ਗੱਲ ਕਰ ਰਹੇ ਸਨ ਹੋਰ ਐਂਗਲ ਦੇ ਨਾਲ, ਠੀਕ ਹੈ। ਉਹ ਗੱਲ ਕਰ ਰਹੇ ਹਨ ਕਿ ਥੱਲੇ ਜਾ ਕੇ ਅਗਲੇ ਆਪਸ 'ਚ ਲੜ ਰਹੇ ਨੇ, ਥੱਲੇ ਜਾ ਕੇ ਆਪਣੇ ਜਾ ਕੇ ਕਮੈਂਟ ਨਾ ਕਰੋ ਕਿ 72 ਜਨਮੀਓ ਮਰ ਜਾਓ, 72 ਜਨਮੀਓ ਤੁਹਾਨੂੰ ਕੀੜੇ ਪੈ ਜਾਣ, 72 ਜਨਮੀਓ ਫਨਾ ਹੋ ਜਾਓ, ਤੁਹਾਡੀ ਮਾਂ ਤੁਹਾਡੀ ਭੈਣ ਨਾ। ਠੀਕ ਹੈ ਇਹ ਗੱਲ ਅਗਰ ਮੇਰੀ ਗੱਲ ਤੇ ਸੁਣ ਲਓ ਸ਼ਹੀਨ ਸਾਹਿਬ, ਮੇਰੀ ਗੱਲ ਤੇ ਕੰਪਲੀਟ ਹੋ ਜਾਓ ਯਾਰ। 2 ਮਿੰਟ ਨੇ ਮੇਰੇ ਕੋਲ, ਸਿਰਫ 2 ਮਿੰਟ। ਮੇਰੇ ਵਰਗਾ ਬੰਦਾ ਬਰਾੜ ਲਾ ਲੈਂਦਾ ਤੇ ਆਰਾਮ ਦੇ ਨਾਲ ਗੁਫ਼ਤਗੂ ਹੋ ਜਾਂਦੀ ਏ, ਤੇ ਫੇਰ ਉਹ ਠੀਕ ਏ। ਮਤਲਬ ਕਿ ਆਪਣੀ ਬਰਾੜ ਜਿਹੜੀ ਹੈ ਉਹ ਮੈਂ ਲਾਣੀ। ਗੱਲ ਮੇਰੀ ਸੁਣ ਲਓ, 2 ਮਿੰਟ ਨੇ ਮੇਰੇ ਕੋਲ, ਉਸ ਤੋਂ ਬਾਅਦ ਜੋ ਮਰਜ਼ੀ ਕਰਿਓ। ਮੇਰੀ ਗੱਲ ਸੁਣ ਲਓ, 2 ਮਿੰਟ ਨੇ, ਠੀਕ ਹੈ। ਮੈਂ ਨਹੀਂ ਗੱਲ ਕਰ ਰਿਹਾ ਕਿ ਜਿਹੜੀ ਚੀਜ਼ ਤੁਸੀਂ ਸਮਝ ਗਏ ਹੋ ਕਿ ਉਹ ਗਲਤ ਹੈ, ਇਹ ਚੀਜ਼ ਸਾਰੇ ਥੱਲੇ ਬੈਠੇ 50-70 ਲੋਕ ਨਹੀਂ ਸਮਝਦੇ। ਉਹਨਾਂ ਨੂੰ ਮੀਆਂ ਸਾਹਿਬ ਇੱਕ ਤਰੀਕੇ ਦੇ ਨਾਲ, ਇੱਕ ਤਹਮਲ ਦੇ ਨਾਲ, ਇੱਕ ਪਿਆਰ ਦੇ ਨਾਲ ਉਹ ਗੱਲ ਸਮਝਾਉਣਾ ਚਾਹ ਰਹੇ ਸਨ। ਮੈਨੂੰ ਖੁਦਾ ਦੀ ਕਸਮ ਖਾ ਕੇ ਆਨਾ, ਮੀਆਂ ਸਾਹਿਬ ਜਦੋਂ ਗੱਲ ਸ਼ੁਰੂ ਕਰਨ ਲੱਗੇ ਸਨ ਉਦੋਂ ਹੀ ਪਤਾ ਸੀ ਕਿ ਇਹ ਗੱਲ ਹੋਣੀ ਹੈ, ਇਹ ਗੱਲ ਕਿਸੇ ਪਾਸੇ ਨਹੀਂ ਬਹਿਣੀ, ਠੀਕ ਹੈ। ਲੇਕਿਨ ਫੇਰ ਵੀ ਮੇਰਾ ਦਿਲ ਸੀ ਕਿ ਗੱਲ ਕਿਸੇ ਤਰੀਕੇ ਨਾਲ ਮੂੰਹ ਕੱਢਣ, ਸਾਰਿਆਂ ਦੇ ਕੰਨੀ ਪਵੇ ਕਿ ਗੱਲ ਗਲਤ ਹੈ, ਠੀਕ ਹੈ। ਕੰਨੀ ਪਾਣੀ ਅਸਲ ਗੱਲ ਹੁੰਦਾ, ਅਗਲੇ ਦੇ ਕੰਨੀ ਪਾਣੀ। ਤੁਸੀਂ ਸਾਰੇ ਸਮਝਦੇ ਇੱਥੇ ਗਰੁੱਪ ਬਣੇ ਨੇ ਜਨਾਬ, ਸੁਣ ਤੇ ਲੋਕ ਗਰੁੱਪ ਬੰਦੀ ਨਹੀਂ ਯਾਰ। ਆਪਣਾ ਇੱਕ ਦੂਜੇ ਨੂੰ ਗਰੁੱਪਾਂ ਨੂੰ ਮਸ਼ਵਰੇ ਦੇ ਰਹੇ ਨੇ ਕਿ ਨਹੀਂ ਤੇ ਇੰਜ ਕਰਨਾ ਹੈ, ਸ਼ਹੀਨ ਸਾਹਿਬ ਕੋਈ ਗਰੁੱਪ ਨਹੀਂ। ਸੁਣ ਲਓ ਸਿਰਫ ਇੰਨੀ ਗੱਲ ਕਰ ਰਹੇ ਆ। ਜਗਾ ਸਾਹਿਬ ਸੁਣ ਲਓ, ਜਗਾ ਸਾਹਿਬ 1 ਮਿੰਟ ਰਹਿ ਗਿਆ, ਮਿਹਰਬਾਨੀ। ਇੰਨੀ ਗੱਲ ਕਰ ਰਹੇ ਆ ਕਿ ਅਗਰ ਜਿਹੜੀ ਗਲਤੀ ਤੁਹਾਨੂੰ ਨਜ਼ਰ ਆ ਗਈ ਹੈ ਨਾ, ਇਹੀ ਗਲਤੀ ਮੀਆਂ ਸਾਹਿਬ ਨੇ ਅੱਗੋਂ ਸਾਰਿਆਂ ਨੂੰ ਸਮਝਾ ਰਹੇ ਸਨ। ਮੀਆਂ ਸਾਹਿਬ ਕਿਸੇ ਦਾ ਨਾਂ ਨਹੀਂ, ਉਹਨਾਂ ਨੇ ਸਾਹਿਬ ਨੂੰ ਤੇ ਆਪ ਨਹੀਂ ਪਤਾ ਕੋਈ ਵੀ, ਉਹਨਾਂ ਕਿਸੇ ਨੂੰ ਕੀ ਸਮਝਾਣਾ ਯਾਰ। ਤੇ ਯਾਰ ਇਹੀ ਗੱਲ ਮੈਨੂੰ ਕਹੋ ਕਿ ਮੈਨੂੰ ਕੀ ਪਤਾ, ਮੈਂ ਵੀ ਛਡਾਈ ਆ, ਮੀਆਂ ਸਾਹਿਬ ਵੀ ਛਡਾਈ ਨੇ, ਸਾਰੀ ਦੁਨੀਆ ਛਡਾਈ ਹੈ। ਅਕਲਮੰਦ ਬੰਦਾ ਦੱਸ ਦਿਓ ਕਿਹਦੇ ਕੋਲੋਂ ਨਹੀਂ ਸੁਣਾਣੀਆਂ ਸੀ। ਜਨਾਬ ਅਲੀ ਮੁਨਾਫਿਕ ਬੰਦਾ, ਮੇਰੇ ਕੋ ਪੁੱਛ ਲੈ ਕੌਣ ਮੁਨਾਫਿਕ ਹੈ? ਮੀਆਂ ਜਿਹੜਾ ਤੂੰ ਆਖਣ ਡਿਆ ਕਿ ਬੜਾ ਜਨਾਬ ਅਲੀ ਲੋਕਾਂ ਨੂੰ ਲੈਕਚਰ ਦੇਣ ਡਿਆ ਯਾਰ ਮੁਨਾਫਿਕ ਦਾ ਇਸ ਕਾਬਦੀਆਂ ਤੇ 2 ਮਿੰਟ ਦੇ ਥੱਲੇ ਨਹੀਂ ਹੁੰਦੀਆਂ ਨੇ ਗੱਲਾਂ। ਅੱਛਾ ਜੀ, ਮੈਂ ਹੁਣ ਮਸਰੂਫ ਹੋਣ ਲੱਗਾ ਮੋਡੀਏਟਰ ਸਾਹਿਬ ਦੇ ਤੁਹਾਡੇ ਸਪੁਰਦ ਲਾਈਵ, ਅਸੀਂ ਸਾਰੇ ਉਸੇ ਮੋਡੀਏਟਰਾਂ ਦੇ ਸਪੁਰਦ ਲਾਈਵ ਮੇਰੀ ਗੱਲ ਸੁਣ ਲਓ, 1 ਮਿੰਟ ਮੇਰੀ ਗੱਲ ਸੁਣ ਲਓ ਸਾਰੇ ਜਣੇ। ਮੇਰੀ ਗੱਲ ਸੁਣ ਲਓ ਮੋਡੀਏਟਰ ਸਾਹਿਬ, ਸਾਰੇ ਗੱਲ ਸੁਣ ਲਓ ਮੇਰੀ। ਮੀਆਂ ਸਾਹਿਬ ਦੀ ਪਹਿਲੀ ਗੱਲ ਹੀ ਗਲਤ ਸੀ। ਉਹਨਾਂ ਨੇ ਆ ਕੇ ਅਹਿਮਦੀਆਂ ਦੇ ਵਿੱਚ ਇਲਮ ਦੇ ਹਿਸਾਬ ਨਾਲ ਤਫਰਕਾ ਪਾ ਦਿੱਤਾ ਕਿ ਜਿਹਨੂੰ ਜ਼ਿਆਦਾ ਉਹ ਵੱਡਾ ਅਹਿਮਦੀ ਹੈ, ਵੱਡਾ ਛੋਟਾ ਅਹਿਮਦੀ ਬਣਾਉਣ ਵਾਲੇ ਮੀਆਂ ਸਾਹਿਬ ਕੌਣ ਨੇ?
ਐਮ ਦੀ ਇੰਜ ਕਰ ਰਹੇ ਨੇ ਤੇ ਉਹ ਐਮ ਗੱਲ ਦੀ ਇੰਜ ਸੁਣ ਕਰ ਲੈ, ਰਹੇ ਨੇ ਗੱਲ ਤੇ ਸੁਣ ਲੈ। ਤੂੰ ਕੀ ਕਰ ਨਾ, ਰਿਹਾ ਨਾ, ਹੈਲੋ 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 ਓ ਯਾਰ ਮੇਰੀ ਵੀ ਗੱਲ ਸੁਣ ਲਓ, ਮੇਰੀ ਵੀ ਗੱਲ ਸੁਣ ਲਓ। ਮੈਂ ਇੰਨੀ ਗੱਲ ਕਰ ਰਿਹਾ ਵਾਂ, ਮੀਆਂ ਸਾਹਿਬ ਗਲਤ ਨੇ, ਮੀਆਂ ਸਾਹਿਬ ਸਹੀ ਨੇ। ਜਦੋਂ ਅਕਾਬ ਸਾਹਿਬ ਨੇ ਇਹ ਫਾਈਨਲ ਕਰ ਦਿੱਤਾ ਕਿ ਮੀਆਂ ਸਾਹਿਬ ਮੁਨਾਫਕ ਨੇ, ਠੀਕ ਹੈ, ਤੇ ਜਦੋਂ ਮੁਨਾਫਕ ਬੰਦਾ ਹੋਈਏ ਨਾ, ਉਹਨੂੰ ਉਹਦੇ ਉੱਤੇ ਕੋਈ ਹੋਰ ਫਤਵਾ ਨਹੀਂ ਲੱਗਦਾ, ਠੀਕ ਹੈ। ਜਿਹੜੇ ਬੰਦੇ ਨੂੰ ਇਹ ਪਤਾ ਚੱਲ ਜੇ ਨਾ ਕਿ ਮੁਨਾਫਕ ਹੈ, ਉਹ ਫਿਰ ਸਮਝੋ ਗਿਆ ਬੰਦਾ, ਉਸ ਤੋਂ ਅੱਗੇ ਕੋਈ ਗੱਲ ਨਹੀਂ ਹੁੰਦੀ, ਉਸ ਤੋਂ ਅੱਗੇ ਬਸ ਠੀਕ ਹੈ, ਅੱਲਾ ਹਾਫਿਜ਼, ਠੀਕ ਹੈ। ਆਪਣੀ ਆਪਣੀ ਮੰਜੀ ਥੱਲੇ ਡਾਂਗ ਫੇਰੋ, ਸਿੱਧੀ ਸਿੱਧੀ ਗੱਲ ਏ। ਲੋਕਾਂ ਨੂੰ ਕੀ ਸਮਝਾਉਣ ਬੈਠੇ ਆ ਕੇ ਕਿਸੇ ਨੂੰ ਗਾਲ, ਬੱਚੇ ਨੂੰ ਗਾਲ ਨਹੀਂ ਕਰਦਾ। ਅਕਲਮੰਦ ਆਪਣੀ ਆਪਣੀ ਬੰਦੇ ਮੰਜੀ ਥੱਲੇ ਡਾਂਗ ਫੇਰੋ, ਆਪਣੇ ਆਪਣੇ ਗਿਰੇ ਬਾਨਾਂ 'ਚ ਝਾਤੀ ਮਾਰੋਗੇ ਅਸੀਂ ਕੀ ਕਰਨੇ ਆ ਬਈ, ਕਿ ਤੁਹਾਡੀ ਵਜ੍ਹਾ ਦੇ ਉੱਤੋਂ ਕੀ ਹੋ ਰਿਹਾ ਹੈ ਔਰ ਕੀ ਤੁਸੀਂ ਸ਼ੈਤਾਨੀਆਂ ਕਰਦੇ ਹੋ। ਤੁਸੀਂ ਸਮਝਦੇ ਹੋ ਘੜੀ ਦੀ ਘੜੀ ਮੁਦਾਰੀ ਕਰਕੇ ਤੇ ਤੁਸੀਂ ਬੜੇ ਯਾਰ ਮੁਦਾਰੀ ਕਰ ਐਰਰ ਆ ਜਾਂਦੇ ਰਿਹਾ, ਐਰਰ ਆ ਰਿਹਾ। 1 ਮਿੰਟ ਮੈਂ ਹੁਣ ਸਾਰੀ ਚੁੱਕ ਲਾਂ। ਤੇਰਾ ਬੜਾ ਹੁੰਦਾ ਹੁਣ ਐਰਰ ਐਰਰ ਯਾਰ ਕਾਬ ਮੈਂ ਹਿਸਾਬ ਲੈ, ਤੇਰੀਆਂ ਵੀ ਤਾਰਾਂ ਸ਼ਾਰਟ ਹੋ ਜਾਂਦੀਆਂ। ਤਾਰਾਂ ਮੇਰੀਆਂ ਜਗਿਆ 24 ਘੰਟੇ ਸ਼ਾਰਟ ਰਹਿੰਦੀਆਂ ਨੇ, ਤੂੰ ਮੇਰੀਆਂ ਅਜੇ ਤਾਰਾਂ ਦੇਖੀਆਂ ਮੇਰਾ ਨਹੀਂ ਤੁਹਾਡੇ ਆ। ਨਾਲ ਇੱਕ ਸਵਾਲ ਹੈ, ਕਾਬ ਭਾਈ ਮੇਰੇ ਨਾਲ ਤੁਹਾਡੇ ਨਾਲ ਯਾਰ ਉਹ ਕਿਸੇ ਹੋਰ ਪਾਸੇ ਗੱਲ ਜਾਂਦੀ ਪਈ ਸੀ, ਤੁਸੀਂ ਪਤਾ ਨਹੀਂ ਕਿਹੜੇ ਪਾਸੇ ਲੰਘ ਗਏ। ਜੱਗਿਆ ਸਹੀ ਮੇਰੀਆਂ ਤਾਰਾਂ ਸ਼ਾਰਟ ਹੁੰਦੀਆਂ ਨੇ, ਮੈਂ ਹੱਕ ਤੇ ਗੱਲ ਕਰਨਾ। ਜੱਗਿਆ ਮੈਨੂੰ ਪੁਲੀਸੀ ਕਰਨ ਦੀ ਨਹੀਂ ਜ਼ਰੂਰਤ ਕੋਈ ਵੀ, ਉਹ ਨਾ ਮੈਂ ਕਾਬ ਕਿਸੇ ਦੇ ਭਾਈ ਚੁੱਕੇ ਨੇ ਤੇ ਨਾ ਮੇਰੇ ਕੋਲ ਉਹ ਚੁੱਕੇ ਜਾਣੇ ਕਰਦੇ ਨੇ। ਪਏ, ਉਹ ਸਾਰਿਆਂ ਨੂੰ ਸਮਝਾਉਣਾ ਚਾਹੁੰਦੇ ਪਏ ਸਨ ਕਿ ਯਾਰ ਤੁਸੀਂ ਜਦੋਂ ਜਾਂਦੇ ਹੋ ਉੱਥੇ ਇੰਜ ਕਰਦੇ ਹੋ, ਤੁਸੀਂ ਕਮੈਂਟ ਵੀ ਕਰਦੇ ਹੋ ਤੇ ਉੱਥੇ ਜਿਹੜਾ ਇਹ ਕੰਮ ਹੁੰਦਾ ਵੇ ਕੋ ਗੁਸਤਾਖੀ ਹੁੰਦੀ ਏ, ਅੱਗੋਂ ਮੱਤ ਵੀ ਚੱਲਦੇ ਤੁਸੀਂ ਤਾਂ ਸਮਝ ਗੱਲ ਪਈ ਉਹਨਾਂ ਦੀ ਯਾਰ। ਇੱਕ ਵਾਰੀ ਮੇਰੀ ਗੱਲ ਮੈਂ ਸੁਣੋ। ਕਾ ਛੁੱਟਿਆ ਇੱਕ ਮਿੰਟ ਯਾਰ, ਸਾਰੇ ਚੁੱਪ ਕਰੋ 1 ਮਿੰਟ। ਓਏ ਅਮਰ ਖੰਜ਼ੀਰ, ਤੂੰ ਉਧਰ ਬਹਿ ਕੇ ਸੁਣਨ ਡਿਆ। ਉਹ ਅਹਿਮਦ ਰਜ਼ਾ ਖਾਨ ਕਾਣਾ ਕਹਿੰਦਾ ਸੀ ਵਹਾਬੀਆਂ ਦਾ ਖੁਦਾ ਲਵਾਤਤ ਕਰਦਾ ਸੀ। ਉਹ ਲਾਨਤੀਆ ਉਹਦੇ ਤੇ ਲਾਨਤ ਕਿਉਂ ਨਹੀਂ ਪਾਉਂਦਾ ਓਏ ਅਮਰ ਨਜ਼ੀਰ? ਉਹ ਖੰਜ਼ੀਰਾ, ਉਹ ਅਹਿਮਦ ਰਜ਼ਾ ਖਾਨ ਬਰੇਲਵੀ ਬਕਵਾਸ ਕਰਦਾ ਸੀ, ਕਹਿੰਦਾ ਸੀ ਵਹਾਬੀਆਂ ਦਾ ਖੁਦਾ ਲਵਾਤਤ ਕਰਦਾ ਸੀ, ਡਾਂਸ ਕਰਦਾ ਸੀ, ਖਾਂਦਾ ਪੀਂਦਾ ਸੀ, ਉਹ ਆਪਣਾ ਵੀ ਕੰਮ ਕਰਦਾ ਸੀ ਤੇ ਦੂਜਿਆਂ ਦੇ ਉੱਤੇ ਵੀ ਕਰਦਾ ਸੀ। ਉਹ ਬਗੈਰਤਾ ਲਾਂਤੀਆ, ਉਹ ਓਏ ਦਜਾਲਾ ਜਨਾਈ ਇਹਨੂੰ ਪੁੱਛੋ, ਇਹਨੂੰ ਪੁੱਛੋ, ਉਹ ਇਹਨੂੰ ਆਮਰ ਖੰਜ਼ੀਰ ਨੂੰ ਪੁੱਛੋ ਜਿਹੜਾ ਵਿਆਹ ਕਰਾਇਆ ਸੀ ਇਟਲੀ 'ਚ, ਉਹ ਕਿੰਨੀ ਦੇਰ ਰਿਹਾ ਨਕਾਹ ਤੋਂ ਬਗੈਰ, ਉਹ ਕਿੰਨੀ ਦੇਰ ਉਹਦਾ ਨਾਮੂਤਾ ਕੀਤਾ ਸੀ ਉਹ ਬੁੱਢੀ ਨਾਲ। ਉਹ ਬੱਚੇ ਪੁੱਛੋ ਉਹ ਬਗੈਰਤਾ, ਉਹ ਲਾਂਤੀਆ, ਉਹ ਕਾਣਾ ਅਹਿਮਦ ਰਜ਼ਾ ਖਾਨ ਬਰੇਲਵੀ ਕਾਲਾ ਸ਼ਾਹ, ਉਹ ਲਾਨਤ ਉਹਦੇ ਤੇ ਜਿਹੜਾ ਵਹਾਬੀਆਂ ਦੇ ਖੁਦਾ ਤਾਲਾ ਦੇ ਬਾਰੇ ਇਹ ਬਕਵਾਸ ਕਰਦਾ ਕਿ ਵਹਾਬੀਆਂ ਦਾ ਖੁਦਾ ਲਵਾਤਤ ਕਰਦਾ। ਲਾਂਤੀਆ, ਓਏ ਇਸ ਕੁੱਤੇ ਨੂੰ ਥੱਲੇ ਪਾਓ, ਇਹਨੂੰ ਹੱਡੀ ਪਾਓ। 1122 ਨੂੰ ਮੈਂ ਕਿਹਾ ਮੈਨੂੰ ਮੋਟੀਵੇਟਰ ਬਣਾ ਦੇ, ਤੇਰੇ ਕੋ ਮੈਂ ਮੋਟੀਵੇਟ ਨਹੀਂ ਹੁੰਦਾ। ਇਹ ਲਾਂਤੀ ਬੜਾ ਉੱਥੇ ਬਹਿ ਕੇ ਸੌਂਦਾ ਹੈ। ਉਹ ਲਾਂਤੀਆ ਦਜਾਲਾ, ਉਹ ਬਗੈਰਤਾ, ਉਹ ਨਾਸਾਂ ਚੋੜੀਆਂ ਵਾਲਿਆ ਖੁਸਰਿਆ, ਆਪਣੇ ਕਮਰੇ ਦੇ ਵਿੱਚ ਬਹਿ ਕੇ ਖੁਸਰਿਆਂ ਵਾਂਗੂ ਗੱਲਾਂ ਸੁਣਨਾ। ਤੈਨੂੰ ਪੰਜਾਬੀਆਂ ਨੇ ਸਹੀ ਕਿਹਾ ਸੀ ਘੁੰਡ ਵਾਲੀ ਮਾਈ, ਉਹ ਘੁੰਡ ਵਾਲੀ ਮਾਈ ਹੈ ਤੂੰ, ਉਹ ਖੁਸਰਿਆ, ਉਹ ਬਗੈਰਤਾ। ਅਹਿਮਦ ਰਜ਼ਾ ਖਾਨ ਬਰੇਲਵੀ ਦੇ ਉੱਤੇ ਲਾਨਤ ਕਿਉਂ ਨਹੀਂ ਪਾਉਂਦਾ ਜਿੰਨੇ ਖੁਦਾ ਦੇ ਬਾਰੇ ਇਹ ਗੁਸਤਾਖੀ ਕੀਤੀ ਹੈ? ਲਾਨਤੀਆ, ਉਹਨੇ ਹਜ਼ਰਤ ਆਇਸ਼ਾ ਦੇ ਉੱਤੇ ਜਿਹੜੇ ਸ਼ੇਰ ਲਿਖੇ ਨੇ, ਲਾਨਤੀਆ ਹੈ ਬਗੈਰਤਾ ਕੁੱਤਿਆ, ਉਹਦੇ ਤੇ ਲਾਨਤ ਕਿਉਂ ਨਹੀਂ ਪਾਉਂਦਾ ਹੈ? ਲਾਂਤੀਆ। ਅੱਲਾ ਹੁਣ ਬੰਦ ਕਰਕੇ ਭੱਜ ਗਿਆ ਨਾ। ਸੁਣੋ ਹੁਣ, ਬਸ ਜਜ਼ਾਕ ਅੱਲਾ, ਮੇਰਾ ਇੰਨਾ ਹੀ ਕੰਮ ਸੀ, ਨਸ ਗਏ ਨੇ। ਕਰੋ ਗੱਲ ਆਪਣੀ। ਉਹਨਾਂ ਆਪਣੀ ਬਰਾੜ ਤੇ ਚਲਾਉਂਦੇ ਪਏ ਹਨ ਲਾਈਵ ਸਾਡੀ। ਹਾਂਜੀ ਹਾਂਜੀ, ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਤੇ ਦੰਦ ਕੱਢਣ ਡਿਆ ਸੀ ਮੈਂ, ਤਾਂ ਕਾਲ ਪਾ ਕੇ ਮੈਂ ਕਿਹਾ ਤੂੰ ਅੰਬ ਲੈ ਲੈ। ਕਰੋ ਹੁਣ ਆਪਣੀਆਂ ਗੱਲਾਂ, ਕੋਈ ਮਸਲਾ ਨਹੀਂ। ਔਰ ਇਹ ਤੇ ਕਿਹੜੀ ਬੱਚੀ ਦੀ ਰਿਸ਼ਤੇ ਦੀ ਗੱਲ ਹੋਣ ਜਿਹੜਾ ਉਹ ਤੇ ਸੁਣਨ ਡਿਆ ਸੀ। ਇੱਕ ਤੇ ਭੈਣ ਜਾ ਕੇ ਸਾਡੇ ਆਪਣੇ ਬੰਦੇ ਹੀ ਉੱਥੇ ਲਾ ਕੇ ਸੁਣਾਉਂਦੇ ਨੇ ਇਹਨਾਂ ਨੂੰ। ਇਹ ਸਾਡੇ ਬੰਦੇ ਆਪਣੇ ਮੁਨਾਫਿਕ ਨਹੀਂ, ਮੁਨਾਫਿਕਾਂ ਨਾਲ ਵੀ ਵੱਡੇ ਮੁਨਾਫਿਕ ਨੇ ਜਿਹੜੇ ਇੱਥੇ ਸਾਡੇ ਬੰਦੇ ਨੇ ਜਿਹੜੇ। ਲੜੋਗੇ ਤਾਂ ਆਪਣੀ ਬਰਾੜ ਤੇ, ਸਾਰੇ ਕਹਿ ਕੇ ਲੜੋਗੇ ਆਪਸ ਚ ਕਿ ਉਹ ਤਾਂ ਸੁਣਾਏਗਾ ਨਾ ਆਪਣੀ ਬਰਾੜ ਤੇ। ਫੇਰ ਉਹ ਯਾਰ ਅਸੀਂ ਗੱਲ ਵੀ ਨਹੀਂ ਕਰ ਸਕਦੇ, ਉਹ ਤੇ ਭੈਣ ਚੋਰ ਨੇ ਸਾਨੂੰ ਧੀ ਦਾ ਰਿਸ਼ਤਾ ਦੇਣਾ। ਯਾਰ ਆਪਸ ਚ ਲੜੋਗੇ ਤੇ ਉਹ ਸੁਣਾਏਗਾ, ਮੌਕਾ ਤੁਸੀਂ ਦੇ ਰਹੇ ਹੋ। ਤੁਸੀਂ ਉਹਨਾਂ ਦੇ ਅਹਿਮਦ ਰਜ਼ਾ ਖਾਨ ਦੀ ਭੈਣ ਨੂੰ ਲਾਂਦੇ ਹੋ, ਤੁਸੀਂ ਆਪਸ ਚ ਲੜਨਾ ਸ਼ੁਰੂ ਕਰ ਦਿੰਦੇ ਹੋ। ਔਰ ਵੇਖੋ ਨਾ ਅਹਿਮਦ ਕਾਲੇ ਨੂੰ, ਅਹਿਮਦ ਰਜ਼ਾ ਖਾਨ ਬਰੇਲਵੀ ਨੂੰ ਸੁਣਿਆ ਤੇ ਅਗਲਾ ਦੱਸ ਨਸਿਆ ਫੌਰਨ। 1122 ਸਾਹਿਬ ਤੁਹਾਡਾ ਗਲਿਚ ਖਤਮ ਹੋਇਆ ਲਾਈਵ ਚੋਂ ਕਿ ਨਹੀਂ? ਮੈਂ ਕਿਹਾ ਮੈਨੂੰ ਮੋਡਰੇਟਰ ਬਣਾ ਦਿਓ।
ਘੰਟੇ ਤੋਂ ਬੋਲ ਰਹੇ ਜਦ ਦੋਸਤ ਮੇਰੀ ਸਵਾਰੀ ਆ ਗਈ ਤੇ ਮੈਂ ਇੰਸ਼ਾਅੱਲਾ ਤਾਲਾ ਮੈਂ ਤੇ ਅੱਧੇ ਘੰਟੇ ਯਾਰ ਤੋਂ ਪਤਾ ਨਹੀਂ ਕੀ ਬਦਲ ਅੱਲਾ ਹਾਫਿਜ਼ ਇਸ ਵਜ੍ਹਾ ਨਾਲ ਨਹੀਂ ਕਿ ਭਾਈ ਉਹ ਚੰਗੀ ਭਲੀ ਗੱਲ ਕਰਨ ਦੇ ਹੀ ਨੇ ਆਪਸ ਦੇ ਵਿੱਚ ਚੁੱਕ ਮੈਂ ਕੇ ਇਸ ਵਾਸਤੇ ਮਾਰਿਆ ਬੋਲ ਹੀ ਨਹੀਂ ਸੀ ਰਿਹਾ ਮੈਂ ਇਸ ਵਾਸਤੇ ਬੋਲ ਹੀ ਨਹੀਂ ਸੀ ਰਿਹਾ ਮੈਂ ਕਿ ਲੜਾਈ ਨਹੀਂ ਕਰਨ ਦੋ ਤੁਸੀਂ ਮੈਨੂੰ ਇਹ ਦੱਸੋ ਅਲੀ ਅਕਬਰ ਸਾਹਿਬ ਇਹ ਕਾਬ ਹਨਾ ਨੇ ਤੇ ਆ ਆਪਣੇ ਚਾਚੇ ਬੀਬੁੱਲਾ ਨੇ ਇਹਨਾਂ ਨੇ ਆ ਕੇ ਰੰਗ ਦੇ ਵਿੱਚ ਭੰਗ ਪਾਈ ਧੀਏ ਯਾਰ ਤੇ ਕਿਹੜਾ ਹਰ ਮੀਆਂ ਸਾਹਿਬ ਸਹੀ ਗੱਲ ਕਰਦੇ ਪਏ ਹਨ ਜਾਂ ਗਲਤ ਗੱਲ ਕਰਦੇ ਪਏ ਹਨ ਯਾਰ ਮੇਰੀ ਗੱਲ ਸੁਣੋ ਮੀਆਂ ਸਾਹਿਬ ਜਦੋਂ ਆਪੀ ਕਹਿੰਦੇ ਨੇ ਵੀ ਹਰ ਬੰਦੇ ਦੇ ਕੋਲ ਨੰਬਰ ਇਹ ਫੋਨ ਤੇ ਵੀ ਕਰ ਸਕਦੇ ਨੇ ਯਾਰ ਉਹ ਯਾਰ ਅਲੀ ਅਕਬਰ ਸਾਹਿਬ ਇੰਨੇ ਭਾਈ ਬੰਦੇ ਯਾਰ ਨੇ ਮੈਂ ਇੱਥੇ ਉੱਥੇ- ਕਿਹਨੂੰ ਕਿਹਨੂੰ ਫੋਨ ਤੇ ਕਰਨਗੇ ਜਗ੍ਹਾ ਭਾਈ ਇੱਕ ਨਾ ਯਾਰ ਰੁਕੋ ਇੱਕ ਛੋਟੀ ਜਿਹੀ ਗੱਲ 1122 1122 ਭਾਈ ਜਦੋਂ ਮੁਖਾਤਬ ਨਹੀਂ ਸਨ ਕਿਸੇ ਨੂੰ ਕਰਦੇ ਪਏ ਉਹ ਮੁਖਾਤਬ ਨਹੀਂ ਸਨ ਕਰਦੇ ਪਏ ਉਹ ਇੱਕ ਜੱਗੇ ਯਾਰ ਮੇਰੀ ਗੱਲ ਸੁਣ ਲੈ ਤੂੰ ਵੱਡਾ ਮੀਆਂ ਸਾਹਿਬ ਦਾ ਹਮੈਤੀ ਆ ਗਿਆ ਜਦੋਂ ਮੀਆਂ ਸਾਹਿਬ ਦਾ ਆਪਣਾ ਮਸਲਾ ਬਣਿਆ ਸੀ ਮੀਆਂ ਸਾਹਿਬ ਨੇ ਕਾਨਫਰੰਸ ਕਾਲ ਕੀਤੀ ਸੀ ਇਹ ਗੱਲਾਂ ਕਾਨਫਰੰਸ ਕਾਲ ਤੇ ਕਰ ਲਿਆ ਕਰਨ ਯਾਰ ਉਹ ਅਲੀ ਅਕਬਰ ਸਾਹਿਬ ਗੱਲ ਹੈ ਵੇ ਕਿ ਉਹ ਕਿਸੇ ਨੂੰ ਮੁਖਾਤਬ ਕਰਕੇ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਸਨ ਕਰ ਰਹੇ ਸਰ ਜੋ ਵੀ ਗੱਲ ਤਰਬੀਤੀ ਕਲਾਸ ਹੀ ਬੰਦਾ ਅੱਛਾ ਯਾਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਨਾ ਜਗ੍ਹਾ ਭਾਈ ਇੱਕ ਗੱਲ ਕਰਨੀ ਸੀ ਕਿ 1122 ਦੀ ਬਰਾੜ ਹੈਗੀ ਹੈ ਇੱਥੇ ਉੱਤੇ ਆ ਕੇ ਕੋਈ ਵੀ ਐਮ ਜੀ ਕੋਈ ਗਾਲ ਕੱਢੇ ਭਾਵੇਂ ਮਮੀ ਆ ਚੁੱਕ ਕੇ ਥੱਲੇ ਮਾਰੋ ਤਾਹਰ ਸਾਹਿਬ ਸਾਨੂੰ ਇਹਨਾਂ ਨੇ ਆਪਣਾ ਮੋਡਰੇਟਰ ਬਣਾਇਆ ਕੋਈ ਇਸ ਵਜ੍ਹਾ ਨਾਲ ਤੁਸੀਂ ਪਲੀਜ਼ ਯਾਰ ਕਦੋਂ ਦਾ ਕਲਪੰਦੇ ਆਵਾਂ ਕਿ ਮੋਡਰੇਟਰ ਬਣਾ ਦੇ ਯਾਰ ਕਰਦੇ ਇਹ ਸਾਨੂੰ ਜਿਹੜਾ ਇੱਥੇ ਚੁੱਕਣ ਲਾਣਾ ਤੇ ਬਣੀਏ ਨਾ ਕੋਈ ਵੀ ਐਮ ਦੀ ਯਾਰ ਰੌਲਾ ਪਾਇਆ ਜੇ ਕੋ ਹਵਾਲਾ ਸੁਣਾੜੋ ਕੋ ਹਵਾਲਾ ਪੜ ਛੜੋ ਹਵਾਲਾ ਲਾ ਨਾ ਹੀ ਭਾਈ ਜੀ ਚੁੱਕ ਸਕਨੇ ਆ ਤੇ ਨਾ ਹੀ ਅਸੀਂ ਲਾ ਸਕਨੇ ਆ ਤੇ ਇਹ ਜਿੰਨੇ ਜਿਹੜਾ ਹੈ ਵੀ ਉਹੀ ਕਰੇਗਾ ਅਸੀਂ ਨਹੀਂ ਜੇ ਕੁਛ ਵੀ ਬੜੀ ਮੈਂ ਤੇ ਇਸ ਵਾਸਤੇ ਆ ਕੇ ਕੋਈ ਗਾਲ ਕੱਢੇ ਕੋਈ ਵੀ ਆ ਕੇ ਇੱਥੇ ਕਹੇ ਕਿ ਮੈਂ ਤੇ ਉਹਨੂੰ ਭਾਵੇਂ ਮਮੀ ਆ ਮੈਨੂੰ ਵੀ ਚੁੱਕ ਕੇ ਥੱਲੇ ਮੈਂ ਤੇ ਐਸੇ ਵਜ੍ਹਾ ਨਾਲ ਭਾਈ ਜੀ ਮਿਊਟ ਲਾ ਕੇ ਸਾਈਡ ਤੇ ਹੋ ਗਿਆ ਸੀ ਮੈਂ ਕਿ ਇਹਨਾਂ ਨੂੰ ਕਰਨ ਦਿਓ ਭਾਈ ਅਲੀ ਅਕਬਰ ਸਾਹਿਬ ਕੋ ਹਵਾਲਾ ਹੀ ਸੁਣਾੜੋ ਯਾਰ ਚਲੋ ਯਾਰ ਮਰਜ਼ੀ ਦੱਸੋ ਕਿਹਦੀ ਸੁੱਥਣ ਲੈਣੀ ਇਹੀ ਗੱਲ ਲਾ ਦੋ ਲਾ ਛੜੋ ਯਾਰ ਗੋਲੜੇ ਵਾਲੇ ਦੇ ਪੀਰ ਗੋਲੜੇ ਵਾਲਾ ਨਹੀਂ ਹੈਗਾ ਜਿਹੜਾ ਉਹਦੀ ਲਾ ਦਿਓ ਯਾਰ ਮੈਂ ਇਹ ਪੜਿਆ ਕੋਈ ਨਹੀਂ ਮੈਂ ਪਿਛਾ ਪੜਿਆ ਸਾਰਾ 1400 ਸਾਲ ਪਹਿਲੇ ਦੇ ਵਾਕਿਆਤ ਪੜੇ ਹੋਏ ਨੇ ਸਾਰੇ 1400 ਸਾਲ ਪਿੱਛੇ ਠੀਕ ਹੈ ਯਾਰ ਉਧਰੋਂ ਛੱਡ ਛੜੋ ਆ ਪਿੱਛੇ ਕੀ ਅਸੀਂ ਜਾਣਾ ਇਹ ਹੁਣ ਅਸੀਂ ਨਵਾਂ ਜਾਣਾ ਹੈ ਬਰੇਲਵੀ ਦਿਓਬੰਦੀ ਭਾਬੀ ਇਹ ਮੈਂ ਪੜੇ 1400 ਕੋਈ ਸਾਲ ਨਹੀਂ ਪਿੱਛੇ ਇਹ ਨਹੀਂ ਸੁਣਾ ਹੈਗੇ ਯਾਰ ਇਹ ਪੜੇ ਨੇ ਫਾਇਦੇ ਵਗੈਰਾ ਵੀ ਪੜਨਾ ਸ਼ੁਰੂ ਕਰ ਦਿਓ ਜੀ ਮੈਂ ਕਿਹਾ ਵੀ ਪੜਨਾ ਸ਼ੁਰੂ ਕਰ ਦਿਓ ਯਾਰ ਇਹਨਾਂ ਨੇ ਮੰਨਦੇ ਨਹੀਂ ਨਾ अस्सलाम वालेकुम सारे प्यारे भाइयों ਨੂੰ ਮੇਰੇ ਵੱਲੋਂ अस्सलाम वालेकुम ਮੈਂ ਸਿਰਫ ਇੰਨੀ ਗੱਲ ਕਹਿਣੀ ਹੈ ਕਿ ਮੀਆਂ ਸਾਹਿਬ ਤੇ ਜਦੋਂ ਆਪਣਾ ਮਸਲਾ ਬਣਿਆ ਸੀ ਪਿਆਰੇ ਅਹਿਮਦੀ ਭਾਈਆਂ ਨਾਲ ਬਣਿਆ ਸੀ ਗੈਰ ਅਹਿਮਦੀ ਇਹਨਾਂ ਨੇ ਸੀ ਬਣਿਆ ਅਬਦੁੱਲਾ ਭਾਈ ਛੱਡੋ ਮਿੱਟੀ ਪਾ ਦਿਓ ਤੁਹਾਨੂੰ ਕਿਹੜਾ ਮਤਲਬ ਤੁਸੀਂ ਚੰਗੇ ਭਲੇ ਬਜ਼ੁਰਗ ਬੰਦੇ ਹੋ ਸਿਆਣੇ ਬੰਦੇ ਹੋ ਛੱਡੋ ਯਾਰ ਅਲੀ ਅਕ ਯਾਰ ਕੁਛ ਨਹੀਂ ਯਾਰ ਹਵਾਲਾ ਯਾਰ ਅਲੀ ਅਕਬਰ ਸੁਣਾਈ ਉਦੋਂ ਉਹਨਾਂ ਨੇ ਸਪੀਕਰ ਲਾ ਲਿਆ ਸੀ ਪਤਾ ਤੁਹਾਨੂੰ ਛੱਡ ਦੇ ਯਾਰ ਜਿਹੜੀ ਭੈਣ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਪਤਾ ਕਿਉਂ ਤੁਸੀਂ ਆ ਬਾਹਰ ਇਹਨਾਂ ਗਾਲ ਕੱਢੀ ਆ ਗਾਲ ਕੱਢੋ ਕੱਢੀ ਪਰੇ। ਥੱਲੇ ਲਾਓ ਆ ਥੱਲੇ ਲਾਓ ਗਾਲ ਕੱਢੀ ਅਲੀ ਅਕਬਰ ਸੁਣਾਈ ਯਾਰ ਅਲੀ ਅਕਬਰ ਯਾਰ ਹਵਾਲਾ ਜ਼ਿੰਦਾਬਾਦ ਇਨਸਾਫ ਜ਼ਿੰਦਾਬਾਦ 1400 ਸਾਲ ਪਹਿਲੇ ਦੀ ਮੈਂ ਤਾਰੀਖ ਪੜ੍ਹੀ ਹੈ ਜੇ ਕਹਿੰਦੇ ਹੋ ਤੇ ਮੈਂ ਸ਼ੁਰੂ ਕਰ ਦਿੰਦਾ ਨਹੀਂ ਤੇ ਅੱਜ ਨਵੇਂ ਜਿਹੜੇ ਨੇ ਯਾਰ ਹੁਣ ਦੇ ਜਿਹੜੇ ਕੁੱਤੇ ਬਿੱਲੇ ਨੇ ਇਹਨਾਂ ਦਾ ਸੁਣਾਈ ਯਾਰ ਜਿਹੜੇ ਤਾਜ਼ੇ ਨੇ ਯਾਰ ਇਹ ਇਹਨਾਂ ਨੂੰ ਮੰਨਦੇ ਨਹੀਂ ਨਾ ਇਹ ਕਹਿੰਦੇ ਜੋ ਮਰਜ਼ੀ ਨਾਲ ਕਹੋ ਅਸੀਂ ਮੰਨਦੇ ਨਹੀਂ ਇਹਨਾਂ ਨੂੰ ਨਾ ਇਹ ਮਸਲਾ ਹੈ ਨਾ ਫਿਰ ਉਹਨਾਂ ਨੂੰ ਕਹਿੰਦੇ ਨੇ ਬੋਲੀ ਜਾਓ ਅਸੀਂ ਹੁਣ ਅਹਿਮਦ ਰਜ਼ਾ ਖਾਨ ਨੂੰ ਖੋਲ ਕੇ ਬਹਿ ਜਾਈਏ ਗੌਸ ਪਾਕ ਦੀ ਢੂਈ ਪਾੜ ਦਈਏ ਦੱਸੋ ਇਹਨਾਂ ਇਹ ਮੰਨਦੇ ਵੀ ਲੇਕਿਨ ਕਹਿੰਦੇ ਪਾੜੀ ਜਾਓ ਲੇਕਿਨ ਮਸਲਾ ਇਹ ਵੇ ਕਿ ਜਦੋਂ ਅਸੀਂ ਥੋੜਾ ਜੀ ਅਸਲਾਮ ਵਾਲੇਕਮ ਅਲੀ ਅਕਬਰ ਸਾਹਿਬ ਤੁਹਾਨੂੰ ਪਤਾ ਅਸੀਂ ਗੌਸ ਪਾਕ ਨੂੰ ਖੁਦ ਵੀ ਮੰਨਦੇ ਆ ਸਾਡੇ ਵੀ ਉਹ ਕਾਬਰ ਨੇ ਸਰ ਇਹਨਾਂ ਦੇ ਇਹ ਜਿਹੜਾ ਗੌਸ ਪਾਕ ਨੂੰ ਮੰਨਦੇ ਨੇ ਸਰ ਅਸੀਂ ਉਹ ਜਿਹੜੇ ਹੋਰ ਗੌਸ ਪਾਕ ਨੇ ਜਿਹਨੂੰ ਇਹ ਜਿਹੜਾ ਕਹਿੰਦੇ ਨੇ ਕਿ ਉਹ ਸਾਡੇ ਵੀ ਕਾਬਰ ਨੇ ਤੇ ਉਹਨਾਂ ਬਾਰੇ ਨਾ ਲਫ਼ਜ਼ ਯੂਜ਼ ਕਰਨਾ ਤੁਸੀਂ ਵਾਪਸ ਲਓ ਲਫ਼ਜ਼ ਸਰ ਮੇਰੇ ਲਾਲੇ ਲੈ ਵਾਪਸ ਸਰ ਵਾਪਸ ਲਓ ਤੁਹਾਨੂੰ ਪਤਾ ਹੈ ਗੌਸ ਪਾਕ ਸੁਣ ਲਓ ਗੌਸ ਪਾਕ ਦੀ ਜਦੋਂ ਉਹਨਾਂ ਦੀ ਮਾਂ ਉਹਨਾਂ ਨੂੰ ਜਨਨ ਵਾਲੇ ਸਨ ਨਾ ਪੇਟ 'ਚ ਸਨ ਠੀਕ ਹੈ ਤੇ ਉਹਨਾਂ ਦੀ ਮਾਂ ਨੂੰ ਕਿਸੇ ਨੇ ਗਲਤ ਅਲਫਾਜ਼ ਬੋਲ ਦਿੱਤੇ ਸਨ ਤੇ ਗੌਸ ਪਾਕ 2 ਤਲਵਾਰਾਂ ਦੇ ਨਾਲ ਬਾਹਰ ਆਏ ਸਨ ਉਹਦੇ ਟੋਟੇ ਕਰਕੇ ਤੇ ਗੌਸ ਪਾਕ ਉਸੇ ਤਰ੍ਹਾਂ 2 ਤਲਵਾਰਾਂ ਨਾਲ ਪੇਟ 'ਚ ਵਾਪਸ ਚਲੇ ਗਏ ਸਨ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਇੰਜ ਦੀ ਗਾਲ ਕਰੋ ਕਿ ਇਹ ਨਾ ਹੋਇਆ ਕਿ 2 ਤਲਵਾਰਾਂ ਨਾਲ ਕਬਰ 'ਚੋਂ ਬਾਹਰ ਨਿਕਲ ਕੇ ਤੇ ਤੁਹਾਡੇ 2 ਟੋਟੇ ਕਰ
ਹੁਣ ਮੈਂ ਇਹ ਬਾਬੇ ਪੜ੍ਹੇ ਕੋਈ ਨਹੀਂ, ਯਕੀਨ ਕਰ, ਇਹ ਬਾਬੇ ਤਲਵਾਰਾਂ ਲਿਆ ਕੇ ਆ ਜਾਂਦੇ ਨੇ, ਮੈਨੂੰ ਡਰ ਹੀ ਨਾ ਕੋਈ ਲੱਗਦਾ ਯਾਰ ਰੱਬ ਦਾ ਪੈਰ ਤੇ ਲੱਗਿਆ, ਥੱਲੋਂ ਹੱਥ ਪਾ ਕੇ ਰੱਬ ਨੂੰ ਉਤਾ ਕੀਤਾ ਸੀ। ਮੈਂ ਨਾ ਬਾਬੇ ਕੋਲੋਂ ਬਹੁਤ ਡਰਦਾ ਜੀ, ਯਕੀਨ ਕਰ। ਇਹ ਜਿਹੜੇ ਚਿਲਕ ਤੇ ਲੱਗੇ ਹਾਂਜੀ ਭਾਈ, ਇਹ ਜਿਹੜੇ ਨੇ ਨਾ ਇਹਦੇ ਵਿੱਚ ਮਜ਼ੇ ਵੀ ਨੇ ਤੇ ਲਤੀਫੇ ਵੀ ਨੇ ਤੇ ਸਭ ਕੁਝ ਹੈ। ਕਹਿੰਦੇ ਹਜ਼ਰਤ ਯਾਕੂਬ ਦੇਖਣ ਦੀ ਬਿਨਾਈ ਚਲੀ ਗਈ ਸੀ, ਜਿਹੜੀ ਗਈ ਸੀ ਨਾ, ਉਹ ਹਜ਼ਰਤ ਗੌਸ ਪਾਕ ਤੇ ਲੁਆਬੇਦਾਰ ਨਾਲ ਗਏ ਸੀ। ਇਹਨਾਂ ਨੇ ਜਾ ਕੇ ਆਪਣਾ ਥੋਕੋਂ ਦੇ ਅੱਖਾਂ ਤੇ ਲਾ ਕੇ ਯਾਕੂਬ ਅਲੈਹਿਸਲਾਮ ਦੀ ਬਿਨਾਈ ਵਾਪਸ ਆਈ ਸੀ। ਇਹ ਵੀ ਗੌਸ ਪਾਕ ਦਾ ਮੌਜੂਦ ਬੜਾ ਮੌਜਾ ਯਾਰ, ਬੜਾ ਮਜ਼ਾ ਆਇਆ ਹੈ ਮੌਜੇ ਤੇ। ਕਹਿੰਦੇ ਨੇ ਗੌਸ ਪਾਕ ਸਾਹਿਬ ਬਗਦਾਦ ਵਿੱਚ ਬਹਿ ਕੇ ਤਕਰੀਰ ਕਰਦੇ ਸੀ ਤੇ ਮਿਸਰ ਵਿੱਚ ਲੋਕੀ ਲਾਈਵ ਸੁਣਦੇ ਸੀ। ਉਹ ਤੋਂ ਪਤਾ ਨਹੀਂ ਕਿਹੜਾ ਵਾਈਫਾਈ ਸਿਸਟਮ ਹੈਗਾ ਸੀ। ਗੌਸ ਪਾਕ ਬਗਦਾਦ 'ਚ ਬਹਿ ਕੇ ਜੁਮੇ ਦਾ ਖਿਤਾਬ ਕਰਨਾ ਤੇ ਮਿਸਰ 'ਚ ਲੋਕੀ ਸੁਣਦੇ ਸੀ ਘਰਾਂ 'ਚ ਬਹਿ ਕੇ। ਅੱਲਾਹੁ ਅਕਬਰ, ਐਸਾ ਉਹਨਾਂ ਦਾ ਮੌਜਜ਼ਾ ਹੈਗਾ ਪਿਆ। ਕੀ ਕਰੇ ਬੰਦਾ, ਲਤੀਫੇ ਸੁਣਾਉਂਦੇ ਨੇ ਕਿ ਉਹ ਪੀਰ ਪੁਜਾਰੋਂ ਆਉਂਦੇ ਨੇ ਲਤੀਫੇ ਕਿ ਸੋਟੀ ਇੰਨੇ ਕੋ ਅੰਦਰ ਜਾਏ ਜੇ ਗਿੱਲੀ ਦੂਸਰੇ ਖਿਤਾਬ ਬਣਾਤੇ ਉਹਨਾਂ ਨੇ ਭਾਈ ਜੀ ਫਿਰ ਤੇ। ਹਾਂਜੀ, ਉਹ ਪੀਰ ਪੁਜਾਰੋਂ ਅਲੀ ਅਕਬਰ ਯਾਰ ਗੱਲ ਇਹ ਵੇ ਕਿ ਜਿਹੜੇ ਅੱਜ ਕੱਲ ਜਿੰਨੇ ਖੁਸਰੇ ਨੂੰ ਦਾੜੀਆਂ ਰੱਖ ਕੇ ਤੇ ਉਹ ਮਤਲਬ ਸਲਾਮ ਕਬੂਲ ਕਰੀ ਜਾਂਦੇ ਨੇ, ਇਹ ਕੀ ਚੱਕਰ ਹੈ ਅੱਜ ਕੱਲ ਨਵੇਂ ਤੋਂ ਯਾਰ ਖੁਸਰੇ ਦਾੜੀਆਂ ਰੱਖੀ ਹੋਈਆਂ ਮੌਲਵੀ ਉਹ ਸਾਰੇ ਅਮਰ ਨਜ਼ੀਰ ਦੀ ਨਸਲ ਤੇ ਜਿੰਨੇ ਵੀ ਨੇ ਨਾ ਹੁਣ ਉੱਪਰ ਕੇ ਬਾਹਰ ਆਉਂਦੇ ਨੇ ਖੁੱਡਾਂ 'ਚ। ਇਹ ਕੀ ਚੱਕਰ ਹੈ ਯਾਰ, ਇਹਨੂੰ ਸਮਝ ਨਹੀਂ ਲੱਗਦੀ ਇਹਨਾਂ ਗੱਲਾਂ ਕੀ ਹੋ ਰਿਹਾ। ਇਸ ਵਜ੍ਹਾ ਨਾਲ ਇਹਦੇ ਬਾਅਦ ਦੇਖੋ ਹਰ ਬੰਦੇ ਨੇ ਹੁਣ ਉਹ ਮੇਰੇ ਖਿਆਲ ਪੀਰ ਪੁਜਾਰੋ ਕੋਲ ਲੈ ਗਿਆ ਸਾਰਾ ਰਿਕਾਰਡ ਨਾ ਇਹਨਾਂ ਦਾ, ਅਹਿਮਦ ਰਜ਼ਾ ਖਾਨ ਬਰੇਲਵੀ ਦਾ ਜਾਂ ਬਾਕੀ ਬਾਬਿਆਂ ਦਾ। ਤੇ ਉਹ ਮੇਰੇ ਕੋਲ ਰਿਕਾਰਡ ਸੱਚ ਦੂਸਰਾ ਸੀ ਜੇ ਕਹਿੰਦੇ ਨਵੇਂ ਸਿਰੇ ਵੀ ਸ਼ੁਰੂ ਕਰ ਨਹੀਂ ਤਾਂ ਪੀਰ ਪੁਜਾਰੋ ਨੂੰ ਸੱਦ ਲਵੋ ਕਿਤੇ ਉਹਨਾਂ ਨੂੰ ਆਖੋ ਆਓ ਮੁਹਤਰਮਾਨ ਉੱਤੇ ਆਓ ਯਾਰ। ਅਲੀ ਭਾਈ ਅੱਜ ਮੈਂ ਨਾ ਐਵੇਂ ਥੋੜੇ ਜਿਹੇ ਸਫੇ ਪੜੇ ਫਤਾਵਾ ਰਿਜ਼ਵੀਆ ਦੇ, ਆ ਗਈ ਕੱਟ ਵੇਖਣ ਤੇ ਕੁਝ ਹੋਰ ਗਿਆ ਸਾ, ਲੇਕਿਨ ਤੁਸੀਂ ਉਹ ਪੜੋਗੇ ਨਾ ਤੁਸੀਂ ਕਹੋਗੇ ਕਿ ਬਸ ਐਂਡ ਯਾਦ ਕਰੋ ਨਾ, ਸਾਡੇ ਅੱਗੇ ਪੇਸ਼ ਕਰੋ ਕੀ ਪੜਿਆ ਜੇ, ਸਾਨੂੰ ਵੀ ਨਾਲ ਹੀ ਦਵੋ। ਇਸ ਵਜ੍ਹਾ ਨਾਲ ਉਹ ਤੁਸੀਂ ਸਾਰਾ ਸਿਲਸਿਲਾ ਦੇਖੋ। ਮੇਰੇ ਹਲਾਲ ਕਰਾਰ ਦਿੱਤਾ ਉਹਨਾਂ ਨੇ। ਹਾਂਜੀ ਉਹ ਠੀਕ ਪੜਾਂਗੇ ਇਨਸ਼ਾਅੱਲਾ। ਮੇਰੇ ਕੋਲ ਅਸਲ ਮੈਂ ਵੀ ਉਹ ਡਾਊਨਲੋਡ ਕਰ ਲੈਂਦਾ, ਉਹ ਵੀ ਪੜ੍ਹ ਲੈਂਦਾ। ਮੇਰੇ ਕੋਲ ਜ਼ੈਨਬ ਬਿੰਤ ਜਾਹਸ਼ ਦੇ ਵਾਕਿਆਤ ਲਿਖੇ ਹੋਏ ਨੇ, ਬੀਬੀ ਮਾਰੀਆ ਕਿਬਤੀਆ ਦੇ ਮੇਰੇ ਕੋਲ ਹਵਾਲੇ ਨੇ, ਬੀਬੀ ਅੰਮਾ ਹਫਸਾ ਦੇ ਹਵਾਲੇ ਨੇ। ਇਹ ਕਿਤਾਬਾਂ ਮੇਰੇ ਕੋਲ ਪਈਆਂ ਨੇ ਤੇ ਇਹ ਜਿਹੜੇ ਇਹਨਾਂ ਲਿਖੀਆਂ ਨੇ ਉਹਨਾਂ ਦੇ ਬਾਰੇ ਨਾ, ਤੇ ਉਹ ਉਹਦੇ 'ਚ ਮੇਰੇ ਕੋਲ ਚੀਜ਼ਾਂ ਹੁੰਦੀਆਂ ਨੇ। ਇਹ ਨਵੇਂ ਜਿਹੜੇ ਚੀਜ਼ਾਂ ਨੇ ਇਹਨਾਂ ਤੇ ਘੱਟ ਹੀ ਗੌਰ ਕਰਦਾ, ਕਿਉਂਕਿ ਨਾ ਇਹ ਇਹਨਾਂ ਨੂੰ ਮੰਨਦੇ ਹੈ ਨੇ, ਲੇਕਿਨ ਇਹ ਕਹਿੰਦੇ ਨੇ ਅਸੀਂ ਔਨ ਨਹੀਂ ਕਰਦੇ ਜੋ ਬਾਬੇ ਸਾਡੇ ਕਰਦੇ ਰਹੇ ਨੇ। ਇਹਨਾਂ ਤੇ ਫਿਰ ਕੀ ਗੱਲ ਕਰੀਏ ਸਰ? ਇਹਦਾ ਫਿਰ ਇਹ ਹੱਲ ਹੈ ਕਿ ਜਿਵੇਂ ਉਹ ਫਾਈਟਰ ਨੇ ਆਖਿਆ ਨਾ, ਯਕੀਨ ਮੰਨੋ ਤੁਹਾਨੂੰ ਪਤਾ ਹੀ ਨਹੀਂ ਹੈ ਜਿੰਨਾ ਇਹ ਇਮਾਮ ਮੁਹੰਮਦ ਰਜ਼ਾ ਖਾਨ ਬਰੇਲਵੀ ਦੇ ਫਤਵਿਆਂ ਤੋਂ ਡਰਦੇ ਨੇ ਨਾ, ਯਕੀਨ ਮੰਨੋ ਇਹਨਾਂ ਦੇ ਗਲੇ ਦੀ ਹੱਡੀ ਹੈ ਉਹ, ਠੀਕ ਹੈ ਨਾ। ਉਹਨੂੰ ਇਹ ਕਾਫਰ ਕਰਾਰ ਦੇ ਸਕਦੇ ਨੇ, ਨਾ ਉਹਦੇ ਤੇ ਕੋਈ ਫਤਵਾ ਲਾ ਸਕਦੇ ਨੇ। ਇਹ ਫਤਵਾ ਲਾਉਣ ਅਗਲਿਆਂ ਨੂੰ ਉਹਨਾਂ ਨੂੰ ਤੁੰਨ ਕੇ ਘਰੋਂ ਕੱਢ ਕੇ ਇਟਲੀ 'ਚ ਵੱਢ ਚੁੱਕ ਦੇਣਾ ਇਹਨੂੰ, ਠੀਕ ਹੈ, ਬਰੇਲਵੀਆਂ ਨੇ, ਠੀਕ ਹੈ। ਇਹ ਨਾ ਉਹਨੂੰ ਕਹਿ ਲਓ ਕਿ ਨਿਗਲ ਸਕਦੇ ਨੇ ਤੇ ਨਾ ਹੀ ਕਹਿ ਲਓ ਕਿ ਉਹਨੂੰ ਉਗਲ ਸਕਦੇ ਨੇ, ਉਹ ਐਸਾ ਫਤਵਾ ਹੈ। ਹੁਣ ਵੇਖੋ ਨਾ, ਇੱਥੇ ਬਹਿ ਕੇ ਸਾਡੀ ਲਾਈਵ ਲਾ ਕੇ ਨਾ ਸੁਣਾਉਣ ਡਿਆ ਸੀ, ਉਧਰ ਫਾਈਟਰ ਆਇਆ, ਉਹਨੇ ਇਮਾਮ ਮੁਹੰਮਦ ਰਜ਼ਾ ਖਾਨ ਬਰੇਲਵੀ ਦਾ ਫਤਵਾ ਪੜ੍ਹ ਕੇ ਸੁਣਾਇਆ, ਨਾਲ ਹੀ ਭਾਈ ਪ੍ਰਾਈਡ ਉੱਥੋਂ ਬੰਦ ਕਰਤੀ। ਸਰ ਇਹਨਾਂ ਦੀ ਗਲੇ ਦੀ ਹੱਡੀ ਏ ਅਹਿਮਦ ਰਜ਼ਾ ਖਾਨ ਬਰੇਲਵੀ ਦੇ ਫਤਾਵਾ ਰਿਜ਼ਵੀਆ, ਠੀਕ ਹੈ। ਇਹਨਾਂ ਨੂੰ ਸਿਰਫ ਮੈਂ ਨਾ ਕਿ ਯਕੀਨ ਮੰਨੋ ਇਹਨਾਂ ਦੀ ਨੱਕ 'ਚ ਦਮ ਕਰ ਛੜਿਆ ਸੀ ਉਹਨੇ ਪੜ੍ਹ ਸੁਣਾ ਨਾ ਫਤਵੇ ਉਹਨੇ ਮੀਰ ਸਲੀਮ ਸਾਹਿਬ ਨੇ, ਤੇ ਯਕੀਨ ਮੰਨੋ ਇਹਨਾਂ ਦੀਆਂ ਰਾਤਾਂ ਦੀਆਂ ਨੀਂਦਰਾਂ ਉਡਾੜੀਆਂ ਹਨ ਉਹਨੇ, ਠੀਕ ਹੈ। ਆਹ ਤੇ ਹੁਣ ਕਹਿ ਲਓ ਕਿ ਡੋਜ਼ ਹੀ ਨਹੀਂ ਲੱਭਣ ਡਈ ਇਹਨਾਂ ਨੂੰ ਅਹਿਮਦ ਰਜ਼ਾ ਖਾਨ ਬਰੇਲਵੀ ਦੇ ਫਤਵਿਆਂ ਦੀ, ਵਰਨਾ ਮਾੜੀ ਜੀ ਡੋਜ਼ ਲੱਭ ਜੇ ਨਾ ਇਹਨਾਂ ਨੂੰ ਤੇ ਯਕੀਨ ਮੰਨੋ ਇੰਝ ਠੰਡੇ ਹੋ ਜਾਣਗੇ ਨਾ ਕਿ ਛੱਡ ਗੱਲਾਂ ਦਿਓ। ਹਾਂ ਸਾਹਿਬ ਵਾਕਈ ਗੱਲ ਇਹਨਾਂ ਦੀ ਸਹੀ ਹੈ, ਉਹਨਾਂ ਦੇ ਕੰਨਾਂ ਦੇ ਵਾਲ ਸੜ ਜਾਂਦੇ, ਕੰਨਾਂ ਦੇ ਵਾਲ ਸੜ ਜਾਂਦੇ ਨੇ। ਤੁਸੀਂ ਐਵੇਂ 1400 ਸਾਲ ਪਿੱਛੇ ਜਾਂਦੇ ਹੋ। ਮੇਰੀ ਗੱਲ ਸੁਣੋ, ਤੁਹਾਡੇ ਕੋਲ ਇਮਾਮ ਮੁਹੰਮਦ ਰਜ਼ਾ ਖਾਨ ਉਹਨੇ ਪੂਰਾ ਗਾਣਾ ਹਜ਼ਰਤ ਆਇਸ਼ਾ ਤੇ ਲਿਖ ਛੜਿਆ, ਠੀਕ ਹੈ। ਉਸ ਰਾਮੀ ਨੇ ਉਹਨੇ ਹਜ਼ਰਤ ਆਇਸ਼ਾ ਤੇ ਪੂਰਾ ਗਾਣਾ ਲਿਖਿਆ, ਯਕੀਨ ਮੰਨੋ ਤੁਸੀਂ ਉਹ ਪੜ੍ਹੋ ਤੁਹਾਡੇ ਕੰਨਾਂ 'ਚ ਧੂੰ ਨਿਕਲ ਆਏ। ਉਹ ਪੜ੍ਹੀ ਹੈ ਕਿ ਏਦਾਂ ਦੇ ਕੱਪੜੇ ਪਾਉਂਦੀ ਸੀ ਤੇ ਏਦਾਂ ਦਾ ਜਿਸਮ ਸੀ, ਉਹ ਹੀ ਨਾ ਉਹਨੇ ਏਡੀ ਵੱਡੀ ਗੁਸਤਾਖੀ ਕੀਤੀ ਹੈ ਭਾਈ ਨੇ। ਇਹਨਾਂ ਦੇ ਗਲੇ ਦੀ ਹੱਡੀ ਹੈ ਉਹ, ਠੀਕ ਹੈ। ਉਹਨੂੰ ਇਹ ਨਾ ਨਿਗਲ ਸਕਦੇ ਨੇ ਨਾ ਉਗਲ ਸਕਦੇ ਨੇ। ਉਹਨੇ ਇੰਨੀਆਂ ਕੋ ਇਹਨਾਂ ਦੇ ਕੰਮ ਪਾ ਕੇ ਗਿਆ, ਠੀਕ ਹੈ।
ਹਾਂ ਉਹਨੂੰ ਮਾੜੀ ਜੀ ਪ੍ਰੋਗਰਾਮ ਬਣਾਇਆ ਸੀ ਨਾ, 1 ਮਿੰਟ ਦੇਣਾ, ਅਸੀਂ ਪ੍ਰੋਗਰਾਮ ਬਣਾਇਆ ਸੀ ਕਾਲੇ ਬਲਿਆਣ ਦੀ ਬਰਾਤ ਤੋਂ ਨਾ, ਕੱਲ ਜਾਂ ਪਰਸੋਂ ਪੜ੍ਹਨੀ ਸੀ ਸ਼ਾਵਲੀ ਇੱਕ ਰੰਗੀਲਾ ਰਸੂਲ, ਫਿਰ ਉਹ ਛੱਡ ਕੇ ਤੇ ਅਸੀਂ ਪਤਾ ਬਾਰੇ ਪੜ੍ਹਨੀ ਸ਼ੁਰੂ ਕਰ ਦਿੱਤੀ। ਸਰ ਰੰਗੀਲਾ ਰਸੂਲ 'ਚ ਸਵਾਏ ਗਾਲਾਂ ਤੋਂ ਤੁਹਾਨੂੰ ਮੈਂ ਅੱਗੇ ਵੀ ਦੱਸਣ ਲੱਗਾ ਹਾਂ ਕਿ ਅਗਰ ਤੁਸੀਂ ਪੜ੍ਹਨੀ ਹੈ ਨਾ ਉਹ ਇੱਕ ਵਾਰੀ ਤੁਸੀਂ ਘਰ ਬਹਿ ਕੇ ਪੜ੍ਹੋ, ਤੁਹਾਨੂੰ ਪਤਾ ਚੱਲ ਜਾਏਗਾ। ਉਹ ਅਗਰ ਅੱਜ ਦੇ ਦੌਰ ਦੇ ਵਿੱਚ ਅਗਰ ਕੋਈ ਰਾਜਪਾਲ ਮੌਜੂਦ ਹੈ ਨਾ, ਠੀਕ ਹੈ, ਉਹ ਸ਼ਹਿਨਸ਼ਾਹ ਵਾਨ, ਅਮਨ ਨਜ਼ੀਰ, ਠੀਕ ਹੈ, ਉਸ ਤੋਂ ਇਲਾਵਾ ਇਹ ਜਿਹੜੇ ਨੇ ਕੀ ਨਾਂ ਲਈਦਾ ਦੂਜੇ ਜਿਹੜੇ ਨੇ ਅਬੂ ਬਕਰ ਮੀਰ, ਇਹ ਅੱਜ ਕੱਲ੍ਹ ਦੇ ਰਾਜਪਾਲ ਨੇ। ਉਹ ਕਿਤਾਬ 'ਚ ਸਿਰਫ ਔਰ ਸਿਰਫ ਗਾਲਾਂ ਲਿਖੀਆਂ ਜੇ, ਕੋਈ ਹਵਾਲਿਆਂ ਵਾਲੀ ਗੱਲ ਨਹੀਂ ਜੇ। ਮੈਂ ਯਕੀਨ ਮੰਨੋ ਤੁਹਾਨੂੰ ਹਕੀਕਤ ਗੱਲ ਦੱਸਣ ਡਿਆ ਜੇ, ਉਹਦੇ 'ਚ ਅਗਰ 30% ਉਹਨੇ ਹਵਾਲੇ ਲਏ ਨੇ ਨਾ, 70% ਉਹਨੇ ਗਾਲਾਂ ਕੱਢੀਆਂ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ, ਠੀਕ ਹੈ। ਕੋਈ ਫਾਇਦਾ ਨਹੀਂ ਜੋ ਪੜ੍ਹਨ ਦਾ। ਮੈਂ ਯਕੀਨ ਮੰਨੋ ਮੈਂ ਆਪਣੇ ਇਲਮ ਵਾਸਤੇ ਪੜ੍ਹਨੀ ਸ਼ੁਰੂ ਕੀਤੀ ਸੀ, ਲੇਕਿਨ ਮੈਂ ਅੱਧੀ ਪੜ੍ਹੀ ਹੈ, ਵਿੱਚ ਇੰਨੀਆਂ ਗਾਲਾਂ ਸਨ ਪਰ ਅੱਗੋਂ ਦਿਲ ਹੀ ਨਹੀਂ ਕੀਤਾ ਪੜ੍ਹਨ ਤੇ। ਉਹ ਨਹੀਂ ਜੀ ਪੜ੍ਹਨ ਵਾਲੀ ਕਿਤਾਬ। ਇਹ ਜੇ ਅਗਰ ਬਰਾਡਾ ਹਵਾਲਿਆਂ ਤੇ ਲੱਗਣਾ ਤੇ 4 ਦਿਨ ਆਪੇ ਇਹਨਾਂ ਦੇਖ ਲਿਓ ਜਿੰਨੇ ਬਸਰਾ ਸਾਹਿਬ ਤੁਸੀਂ ਨਹੀਂ ਬਸਰਾ ਸਾਹਿਬ ਜਿੰਨਾ ਆਪਣੇ ਸਿਰਫ ਔਰ ਸਿਰਫ ਬਾਬਿਆਂ ਜਿਹੜਾ ਦਾ ਨਾ ਯਕੀਨ ਹੁੰਦੀ ਹੈ ਨਾ, ਹੋਰ ਕਿਸੇ ਦੀ ਨਹੀਂ ਹੁੰਦੀ। ਓਏ ਅਹਿਮਦ ਰਜ਼ਾ ਖਾਨ ਬਰੇਲਵੀ, ਹੋਰ ਕੋਈ ਬਾਬਾ ਨਹੀਂ, ਸਿਰਫ ਅਹਿਮਦ ਰਜ਼ਾ ਖਾਨ ਬਰੇਲਵੀ। ਭਾਈ 50 ਕਰੋੜ ਬੰਦਾ ਉਹਨੂੰ ਮੰਨਣ ਵਾਲਾ ਹੈ, ਠੀਕ ਹੈ। ਅੱਧੀ ਉਮਤ ਉਹ ਲੈ ਕੇ ਨਿਕਲ ਗਿਆ ਨਾਲ ਆਪਣੇ, ਠੀਕ ਹੈ। ਉਹਨੇ ਅੱਧੀ ਉਮਤ ਘੇਰ ਕੇ ਆਪਣੇ ਨਾਲ ਲਾਈਏ, ਅਤੇ ਉਹ ਅੱਧੀ ਉਮਤ ਜਿਹੜੀ ਹੈ ਨਾ, ਉਹ ਯਕੀਨ ਮੰਨੋ ਉਹਦੇ ਕੋਲੋਂ ਪੂਰੀ ਉਮਤ ਡਰਦੀ ਹੈ, ਠੀਕ ਹੈ। ਉਹ ਜੇਕਾਂ ਛਿਕਰੇ ਵੇ, ਇਹ ਸਮਝੋ ਕਿ ਉਹ ਜੇਕਾਂ ਛਿਕਰੇ ਵੇ, ਠੀਕ ਹੈ। ਉਹ ਇਸਲਾਮ ਦਾ ਜੇਕਾਂ ਛਿਕਰੇ ਵੇ, ਅਤੇ ਉਹ ਭਾਈਜਾਨ ਉਹ ਸਾਰਿਆਂ ਨੂੰ ਰਗੜ ਗਿਆ, ਕਿਸੇ ਨੂੰ ਉਹਨੇ ਛੱਡਿਆ ਨਹੀਂ। ਇੱਕ ਤੇ ਆ ਜਿਹੜਾ ਹੈਲੋ ਹੈ ਨਾ, ਸਨ 1999 ਦੀ ਰਿੰਗ ਟਿਊਨ ਲਾ ਕੇ ਨਾਲ ਅਕਬਰ ਸਾਹਿਬ, ਠੀਕ ਹੈ, ਅਤੇ ਬੈਠੇ ਹੁੰਦੇ ਨੇ। ਉਹ ਜਦੋਂ ਵੀ ਕਾਲ ਆਉਂਦੀ ਹੈ ਉਹ ਹੈਲੋ, ਇਹ 1999 ਦੇ ਵਿੱਚ ਅਸੀਂ ਆ ਰਿੰਗ ਟਿਊਨ ਸੁਣੀ ਸੀ ਜਿਹੜੀ ਹੁਣ ਲਾ ਕੇ ਬੈਠੇ ਨੇ। ਦੂਸਰਾ ਸਰ, ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਤੋਂ ਇਲਾਵਾ ਕੋਈ ਸ਼ੈ ਇਹਨਾਂ ਨੂੰ ਦਰਦ ਨਹੀਂ ਦੇਗੀ। ਇਹਨਾਂ ਨੂੰ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਪੜ੍ਹ ਕੇ ਸੁਣਾਓ, ਠੀਕ ਹੈ, ਹੋਰ ਕੁਛ। ਦੂਸਰਾ, ਜਿਹੜੇ ਅਹਿਲੇ ਤਸ਼ੀਆਂ ਦੇ ਅਕਾਇਦ ਨੇ, ਅਕਾਇਦੇ ਦੀ ਗੱਲ, ਜਿਹੜੇ ਇਲਜ਼ਾਮ ਲਾਉਂਦੇ ਨੇ ਉਹ ਨਹੀਂ, ਜਿਹੜੇ ਅਕੀਦੇ ਨੇ ਨਾ ਉਹਨਾਂ ਦੇ, ਉਹ ਇਹਨਾਂ ਨੂੰ ਦੱਸੋ ਨਾ। ਜਿਵੇਂ ਹੁਣ ਕਿ ਉਹਨਾਂ ਦੇ ਅਕਾਇਦ ਦੇ ਵਿੱਚ ਸ਼ਾਮਲ ਹੈ ਕਿ ਹਜ਼ਰਤ ਉਮਰ ਨੇ ਹਜ਼ਰਤ ਫਾਤਮਾ ਦਾ ਬੱਚਾ ਗਿਰਾਇਆ ਸੀ ਅਤੇ ਨਾਲ ਉਹਨਾਂ ਦੀ ਕਹਿ ਲਓ ਕਿ ਉਹ ਜਿਹੜੀ ਬਾਜ਼ੂ ਮੁਬਾਰਕ ਤੋੜਿਆ ਸੀ, ਠੀਕ ਹੈ। ਇਹ ਹੁਣ ਉਹਨਾਂ ਦੇ ਅਕੀਦੇ ਨੇ, ਉਹ ਇਸੇ ਗੱਲ ਦੇ ਉੱਤੇ ਪਿੱਟਦੇ ਨੇ, ਠੀਕ ਹੈ। ਇਹ ਹੁਣ ਗੱਲ ਇਹਨਾਂ ਨੂੰ ਚੁੱਭਦੀ ਹੈ, ਠੀਕ ਹੈ। ਅਤੇ ਇਹ ਗੱਲਾਂ ਜਿਹੜੀਆਂ ਨਾ ਇਹ ਮਾਰਦੀਆਂ ਨੇ ਇਹਨਾਂ ਨੂੰ ਇਹ ਨਹੀਂ ਮਾਰਦੀਆਂ। ਇਹਨਾਂ ਨੂੰ ਗਾਲਾਂ ਕੱਢੋਗੇ ਮਾਵਾਂ ਭੈਣਾਂ ਦੀਆਂ, ਅੱਜ ਕੱਢੋਗੇ ਸਵੇਰੇ ਕੱਢੋਗੇ, ਇਹ ਭਾਈ ਜੀ ਖੁਸ਼ ਹੋ ਕੇ ਅਤੇ ਚਲੋ ਜੀ ਲੰਮੇ ਪੈ ਰਹਿਣਗੇ। ਗਾਲ ਕੱਢਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਨੂੰ। ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਦਾ ਫਤਵਾ ਪੇਸ਼ ਕਰੋ, ਪੜ੍ਹ ਸੁਣਾਓ ਇਹਨਾਂ ਨੂੰ। ਰਾਤ ਖ਼ਵਾਬ ਦੇ ਵਿੱਚ ਵੀ ਫਤਵਾ ਨਜ਼ਰ ਆਇਆ। ਉਹ ਭੱਟ ਸਾਹਿਬ ਨੇ ਕੋਈ ਹਵਾਲਾ ਦੱਸਿਆ, ਮੈਂ ਉਹ ਪੜ੍ਹਨ ਗਿਆ, ਮੈਂ ਕਿਹਾ ਜ਼ਰਾ ਵੇਖਾਂ ਸਹੀ। ਪਾਕਿਸਤਾਨ ਦੇ ਵਿੱਚ ਤਕਰੀਬਨ ਅੱਧੇ ਤੋਂ ਜ਼ਿਆਦਾ ਬੰਦੇ ਜਿਹੜੇ ਨੇ ਨਾ ਮਕਰੂ ਕੰਮ ਕਰਨ ਦੇ ਨੇ। ਹੁਣ ਉਜਰੀ ਮਕਰੂ ਪਤਾ ਨਹੀਂ ਕੀ ਕੁਛ ਹਰਾਮ, ਤੇ ਹਰਾਮ ਜਿਹੜਾ ਉਹ ਹਲਾਲ ਕਰਾਰ, ਹਲਾਲ ਜਿਹੜਾ ਉਹ ਹਰਾਮ, ਤੇ ਉਹ ਸਾਰਾ ਕੁਛ ਜਿਹੜਾ ਨਾ ਉਹ ਇਹਨਾਂ ਪੜ੍ਹਦੇ ਨੇ। ਜਦੋਂ ਪੜ੍ਹਨ ਡਏ ਥੱਲੇ ਬੰਦਾ ਕਹਿੰਦਾ ਝੂਠ ਬੋਲਣ ਦੇ। ਸਾਰੀਆਂ ਬਰਾਡਾਂ ਜੱਟ ਸਾਹਿਬ ਬੈਤਪੁਰੀਆ ਇਹ ਪੜ੍ਹਨੇ ਹਵਾਲੇ ਚਾਹੀਦੇ ਨੇ ਇਹਨਾਂ ਦੇ। ਬਰਾਡਾਂ ਦੂਜੀਆਂ ਤਬਲੀਗ ਹੋਣੀ ਨਹੀਂ ਚਾਹੀਦੀ। ਜਿੰਨੀਆਂ ਬਰਾਡਾਂ ਲੱਗਦੀਆਂ ਨੇ ਇਹਨਾਂ ਦੇ ਸਾਰੇ ਆਪਣਾ ਜਿਹੜਾ ਨਾ ਇਹਨਾਂ ਦੇ ਹਵਾਲੇ ਹੀ ਪੜ੍ਹੇ ਜਾਣ। ਇਹਨਾਂ ਦਾ ਇਲਾਜ ਇਹ ਬਸਰਾ ਸਾਹਿਬ ਸੁਣੋ, ਇੱਕ ਨਵੀਂ ਗੱਲ ਸੁਣੋ, ਤੁਹਾਡੇ ਵਾਸਤੇ ਬੜੀ ਇਹ ਗੱਲ, ਇਹਨੂੰ ਜ਼ਹਨ 'ਚ ਬਿਠਾ ਲਓ। ਜਿੱਦਣ ਇਹਨਾਂ ਦੇ ਨਾਲ ਗੱਲ ਕਰਨੀ ਹੈ ਨਾ, ਤੁਸੀਂ ਇਹ ਗੱਲ ਕਰਨੀ ਹੈ ਕਿ ਦੱਸੋ ਕਿਆ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਸ ਟਾਈਮ ਕਬਰ ਮੁਬਾਰਕ ਦੇ ਵਿੱਚ ਜ਼ਿੰਦਾ ਨੇ ਅਤੇ ਉਹਨਾਂ ਦੀਆਂ ਬੀਵੀਆਂ ਉਹਨਾਂ ਦੇ ਕੋਲ ਆਉਂਦੀਆਂ ਨੇ, ਉਹ ਮੁਬਾਸ਼ਰਤ ਫਰਮਾਉਂਦੇ ਨੇ? ਅਗਰ ਇਹ ਕਹਿਣ ਨਹੀਂ ਫਰਮਾਉਂਦੇ, ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸ਼ਾਤਮ, ਝੂਠਾ, ਗੁਸਤਾਖ ਸਾਬਤ ਹੋ ਜਾਂਦਾ। ਅਤੇ ਅਗਰ ਇਹ ਫਿਰ ਉਹ ਕਹਿੰਦੇ ਨੇ ਫਰਮਾਉਂਦੇ ਨੇ, ਅਤੇ ਭਾਵੇਂ ਇਹਨਾਂ ਦੇ ਗਲੇ ਦੀ ਹੱਡੀ ਬਣ ਜਾਏਗੀ ਉਹ ਚੀਜ਼, ਠੀਕ ਹੈ। ਤੇ ਮੈਂ ਆਖਣ ਡਿਆ ਕਿ ਇਹੀ ਲੱਗਣੇ ਚਾਹੀਦੇ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਤਬਲੀਗਾਂ ਦੀ। ਹਾਂ, ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਇਹੋ ਜਿਹੀ ਗੱਲ ਕਰਕੇ ਤੁਰ ਗਿਆ। ਯਕੀਨ ਮੰਨੋ, ਅਗਰ ਤੁਸੀਂ ਇੱਕ ਦਿਨ ਰੱਖਣੀ ਸ਼ੁਰੂ ਕਰੋ ਨਾ, ਤੁਹਾਡੀ ਸਾਰੀ ਜ਼ਿੰਦਗੀ ਲੰਘ ਜੇ, ਉਹਦੇ ਫਤਵੇ ਨਹੀਂ ਮੁੱਕਦੇ। ਐਸੇ ਉਹਨੇ ਫਤਵੇ ਦਿੱਤੇ ਨੇ। ਉਹਦੇ ਬਾਰੇ 'ਚ ਮਸ਼ਹੂਰ ਹੈ ਕਿ ਉਹਨੂੰ ਕੋਈ
ਸੱਜੇ ਪਾਸੋਂ ਕੋਈ ਬੰਦਾ ਹੁੰਦਾ ਸੀ ਨਾ, ਆਂਦਾ ਸੀ ਇਮਾਮ ਸਾਹਿਬ ਇਹ ਵਾਲੀ ਗੱਲ ਦਾ ਫਤਵਾ ਦੇ ਦਿਓ, ਤੇ ਉਹ ਸੱਜੇ ਹੱਥ ਨਾਲ ਲਿਖਦਾ ਹੁੰਦਾ ਸੀ। ਤੇ ਜੇ ਖੱਬੇ ਹੱਥ ਤੋਂ ਕੋਈ ਆ ਜਾਂਦਾ ਸੀ ਨਾ, ਤੇ ਉਹ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੰਦਾ ਸੀ। ਯਾਨੀ ਇੱਕ ਟਾਈਮ ਦੇ ਵਿੱਚ ਦੋਵਾਂ ਹੱਥਾਂ ਨਾਲ ਫਤਵਾ ਲਿਖਣਾ। ਉਹਨੇ ਮਸ਼ੀਨ ਗਨ ਰੱਖੀ ਹੁੰਦੀ ਸੀ ਚੌਕ 'ਚ, ਬਰੇਲਵੀ ਦੀ ਮਸ਼ੀਨ ਗਨ ਫਤਵਿਆਂ ਦੀ। ਜਿਹੜਾ ਆਉਂਦਾ ਸੀ ਤਰ 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 ਇੰਜ ਉਹਨੇ ਫਤਵੇ ਮਾਰੇ ਨੇ। ਜੇਲ੍ਹ ਵਿੱਚ ਤੇ ਉਹ ਇਹਨਾਂ ਦੀ ਰੀੜ ਦੀ ਹੱਡੀ, ਉਹ ਉਹਨਾਂ ਦੇ ਗਲੇ ਦੀ ਹੱਡੀ ਬਣੀ ਹੈ ਉਹ ਫਤਵੇ। ਉਹਨੇ ਇਹੀ ਕੀਤਾ ਸੀ ਨਾ, ਤੇ ਇਹੀ ਸਾਰਾ ਕਰਨਾ ਸ਼ੁਰੂ ਕਰ ਦਿਓ। ਆਹੋ। ਤੇ ਹੁਣ ਜਦੋਂ ਵੀ ਤੁਹਾਨੂੰ ਪਤਾ ਚੱਲੇ ਨਾ ਕਿ ਅਮਨ ਨਜ਼ੀਰ ਉਧਰ ਬਹਿ ਕੇ ਸੁਣਦਾ ਪਿਆ, ਨਾਲ ਹੀ ਇਮਾਮ ਮੁਹੰਮਦ ਰਜ਼ਾ ਖਾਨ ਬਰੇਲਵੀ ਦਾ ਫਤਵਾ ਪੜ੍ਹ ਕੇ ਸੁਣਾ ਦਿਓ, ਬਸ ਉਧਰ ਬਰਾੜ ਬੰਦ ਹੋਈ ਹੈਗੀ। ਠੀਕ ਹੈ। ਨਾਲੇ ਜਦੋਂ ਵੀ ਆਪਸ 'ਚ ਕੋਈ ਗੱਲ ਕਰਦੇ ਹੋਵੋ ਨਾ, ਤੇ ਇੱਕ ਬੰਦਾ ਵਿੱਚੋਂ ਮਾਈਕ ਪੁੱਟ ਕੇ 1 ਮਿੰਟ ਖਲੋਇਓ ਜੀ, ਮੈਨੂੰ ਬੜੀ ਜ਼ਰੂਰੀ ਗੱਲ ਆਈ ਹੈ। ਕੀ ਗੱਲ ਆਈ? ਠੀਕ ਹੈ। ਆ ਰਿਕਾਰਡਿੰਗ ਕਰਨ ਵਾਲਾ ਸੁਣੀ। ਇਮਾਮ ਮੁਹੰਮਦ ਰਜ਼ਾ ਖਾਨ ਬਰੇਲਵੀ ਨੇ ਫਰਮਾਇਆ ਕਿ ਵਾਬੀ ਸੂਰਾਂ ਦੇ ਸੂਰ, ਜਹੰਨਮ ਦੇ ਕੁੱਤੇ, ਬਲਦੂ ਹਰਾਮਜ਼ਾਦੇ ਤੇ ਕਾਫਰ ਮੁਰਤਦ ਜ਼ੰਦੀਕ ਨੇ। ਭਾਈ ਇੰਨੀ ਗੱਲ ਵਿੱਚ ਐਡ ਕਰ ਦਿਆ ਕਰੋ। ਇਹ ਰਿਕਾਰਡਿੰਗ ਕਰਦੇ ਹੋਣ ਵਿੱਚ ਇੰਨੀ ਗੱਲ ਆਈ ਹੈ। ਠੀਕ ਹੈ। ਉਹ ਹੀ ਬੜੀ ਹੈ। ਉਹ ਤੂੰ ਬੜਾ ਤੇਜ਼ ਆ ਭਾਈ। 1122 ਤੂੰ ਭਾਬੀ ਮਾਰਦਾ ਸਾਹਿਬ, ਆਈਜੀ ਸਾਹਿਬ ਆਏ ਹੋ, ਇਹਨੂੰ ਉੱਤੇ ਮਾਰਦਾ ਅੱਲਾ ਦੀ ਕਸਮ। ਇਹ ਬੰਦਾ ਹੈ ਸਿਰਫ ਇਹ ਹੀ ਭਾਬੀਆਂ ਨੂੰ ਪਟਾ ਪਾ ਸਕਦਾ, ਉਹਨੂੰ ਇਹ ਹੀ ਬੰਦਾ ਪੂਰੀ ਟਿਕਟੋਕ ਤੇ ਇੱਕ ਹੀ ਬੰਦਾ ਸਿਰਫ। ਕੀ ਸਾਹਿਬ ਗੱਲ ਹੈ ਵੇ ਕਿ ਇੱਧਰ ਉੱਧਰ ਜਾਣਾ ਹੀ ਨਹੀਂ ਚਾਹੀਦਾ, ਹਵਾਲਿਆਂ ਤੇ ਸਾਰੇ ਬਰਾੜ ਲਾ ਕੇ ਤਕਲੀਫ ਵਾਲਾ ਗੱਲ ਹੀ ਨਹੀਂ ਰਹਿ ਗਈ। ਮੈਂ ਤੇ ਕੀ ਰਜ਼ਾ ਖਾਨ ਬਰੇਲਵੀ ਦਾ, ਇਹਨਾਂ ਦਿਓਬੰਦੀਆਂ ਦਾ, ਇਹਨਾਂ ਦੇ ਸਾਰੇ ਬਾਬਿਆਂ ਦੀਆਂ ਕਿਤਾਬਾਂ ਖੋਲ ਲਿਆ ਕਰੋ। ਇਹ ਤੇ ਇੱਕ ਆਈਜੀ ਪੰਜਾਬ ਸਾਹਿਬ ਤੁਸੀਂ ਪਟਾ ਨਹੀਂ ਪਾ ਸਕਦੇ ਭਾਬੀਆਂ ਨੂੰ। ਕਿਉਂ ਕਿ ਪਟਾ ਪੈਂਦਾ ਸਕੇ ਮਦੀਨਾ, ਯਾਨੀ ਮਦੀਨੇ ਦੇ ਕੁੱਤਿਆਂ ਨੂੰ, ਕਾਲਿਆਂ ਕੁੱਤਿਆਂ ਨੂੰ, ਅਹਿਮਦ ਰਜ਼ਾ ਖਾਨ ਬਰੇਲਵੀ ਦੇ ਬੱਚਿਆਂ ਨੂੰ। ਠੀਕ ਹੈ। ਪਟਾ ਉਹਨਾਂ ਨੂੰ ਤੁਸੀਂ ਪਾ ਸਕਦੇ ਹੋ, ਇਹਨਾਂ ਨੂੰ ਭਾਬੀਆਂ ਨੂੰ ਤੁਸੀਂ ਪਟਾ ਨਹੀਂ ਪਾ ਸਕਦੇ। ਕਿਉਂ ਕਿ ਮੌਲਾਨਾ ਅਲਾਮਾ ਖਾਦਮ ਹੁਸੈਨ ਰਿਜ਼ਵੀ ਫਰਮਾ ਗਏ ਨੇ ਕਿ ਸੂਰਾਂ ਦੇ ਸੂਰ ਨੇ। ਠੀਕ ਹੈ। ਕਿ ਵੇਖੋ ਇਹ ਵੀ ਬੜੀ ਗਹਿਰਾਈ ਵਾਲੀ ਰੂਹਾਨੀ ਗੱਲ ਉਹ ਕਰਕੇ ਗਏ ਨੇ। ਆਮ ਲੋਕਾਂ ਦੇ ਸਮਝ ਆਉਣ ਵਾਲੀ ਗੱਲ ਨਹੀਂ ਹੈ ਕਿ ਸੂਰਾਂ ਦੇ ਸੂਰ, ਤੁਸੀਂ ਤਾਂ ਇਹੀ ਆਖੋਗੇ ਉਹ ਸੂਰ ਨੇ। ਉਹ ਨਹੀਂ ਸਰ, ਅਗਰ ਸੂਰ ਨਪਾਕ ਹੈ ਨਾ, ਠੀਕ ਹੈ, ਨਪਾਕ ਸੂਰਾਂ ਦੇ ਵਿੱਚ ਵੀ ਅਗਰ ਕੋਈ ਨਪਾਕ ਚੀਜ਼ ਹੁੰਦੀ ਨਾ, ਠੀਕ ਹੈ, ਤੇ ਉਹ ਹੋਣਾ ਸੀ, ਉਹ ਨੇ ਭਾਬੀ, ਯਾਨੀ ਐਡੇ ਨਪਾਕ ਨੇ। ਤੇ ਨਪਾਕ ਹੋਣ ਕਿਉਂ ਨਾ, ਹੁਣ ਤੁਸੀਂ ਖੁਦ ਸੁਣੋ, ਸੂਰ ਦੀ ਕੀ ਖਲਸਲਤ ਹੈ ਕਿ ਉਹ ਆਪਣਾ ਗੂੰ ਪਿਸ਼ਾਬ ਹਰ ਸ਼ੈ ਖਾ ਪੀ ਜਾਂਦਾ। ਇਹ ਕੀ ਕਰਦੇ ਨੇ, ਇਹ ਊਂਟ ਦਾ ਪਿਸ਼ਾਬ ਪੀਂਦੇ ਨੇ। ਸੁਣ ਲਓ, ਤੇਰੀ ਮਿਹਰਬਾਨੀ। ਉਹ ਸੁਣ ਲਓ ਸੂਰ ਦੀ ਕੀ ਖਲਸਲਤ ਹੈ। ਠੀਕ ਹੈ। ਕਿ ਉਹ ਗੰਦ ਦੇ ਵਿੱਚ ਚੀਜ਼ ਪਈ ਨਾ ਫੜ ਕੇ ਖਾ ਲੈਂਦਾ। ਠੀਕ ਹੈ। ਤੇ ਹੁਣ ਭਾਬੀਆਂ ਦੀ ਕੀ ਹੈ, ਭਾਬੀਆਂ ਦੇ ਨੇ ਊਂਟ ਦਾ ਪਿਸ਼ਾਬ, ਊਂਟ ਦਾ ਗੋਇਆ, ਹਰ ਸ਼ੈ ਪਾ ਕੇ ਹਲਾਲ ਪੀਂਦੇ ਵੀ ਨੇ, ਖਾਂਦੇ ਵੀ ਨੇ। ਕਹਿਣ ਦਾ ਮਕਸਦ ਇਹ ਹੈ ਕਿ ਸਰ ਐਵੇਂ ਨਹੀਂ ਖਾਦਮ ਹੁਸੈਨ ਰਿਜ਼ਵੀ ਇਹਨਾਂ ਨੂੰ ਸੂਰਾਂ ਦਾ ਸੂਰ ਕਹਿ ਗਿਆ। ਉਹਨੇ ਵੇਖਿਆ, ਉਹਨੇ ਇਹਨਾਂ ਨੂੰ ਮੂਤਰ ਪੀਂਦਿਆਂ ਵੇਖਿਆ। ਠੀਕ ਹੈ। ਹੁਣ ਮੂਤਰ ਪੀਣ ਵਾਲਾ ਬੰਦਾ ਤੇ ਸੂਰ, ਦੋਵਾਂ ਦੀ ਖਸਲਤ ਵੇਖੋ ਨਾ ਕਿੰਨੀ ਆਪਸ 'ਚ ਇਹਨਾਂ ਦੀ ਮਿਲਦੀ ਆਦਤ। ਕਿ ਇੱਕ ਜਣਾ ਕੀ ਹੈ, ਭਾਬੀ ਕੀ ਨੇ, ਉਹ ਮੂਤਰ ਪੀਂਦੇ ਨੇ। ਸੂਰ ਕੀ ਹੈ, ਉਹ ਮੂਤਰ 'ਚ ਡਿੱਗੀ ਸ਼ੈ ਵੀ ਖਾ ਲੈਂਦਾ। ਠੀਕ ਹੈ। ਮਤਲਬ ਦੋਵੇਂ ਇੱਕ ਹੋਏ ਕਿ ਨਹੀਂ ਹੋਏ, ਦੱਸੋ। ਉਹ ਸਰ ਬੜੀ ਗਹਿਰਾਈ ਵਾਲੀ ਗੱਲ ਹੈ, ਰੂਹਾਨੀ ਗੱਲਾਂ ਕਰਕੇ ਗਏ ਨੇ ਖਾਦਮ ਹੁਸੈਨ ਰਿਜ਼ਵੀ ਸਾਹਿਬ। ਠੀਕ ਹੈ। ਉਹ ਐਵੇਂ ਨਹੀਂ ਹਣਾਉਂਦੇ ਕਿ ਮੈਂ ਕੁੱਤਾ ਪਾਕ ਰਸੂਲ ਦਾ। ਠੀਕ ਹੈ। ਉਹ ਐਵੇਂ ਨਹੀਂ ਹਨ ਕੁੱਤੇ ਬਣ ਗਏ, ਉਹ ਇਹਨਾਂ ਸੂਰਾਂ ਦਾ ਸ਼ਿਕਾਰ ਕਰਕੇ ਖਾਧਾ ਤੇ ਤਾਂ ਕੁੱਤੇ ਬਣੇ ਨੇ। ਗੱਲ ਕਰਨ ਡਿਆ ਹੈ ਭਾਈ ਸਾਹਿਬ, ਸਹੀ ਗੱਲ ਹੈ। ਸੂਰਾਂ ਦਾ ਸ਼ਿਕਾਰ ਕਰਦੇ ਨਾ, ਸੂਰਾਂ ਦਾ ਸ਼ਿਕਾਰ ਕੁੱਤੇ ਹੀ ਕਰਦੇ ਨੇ। ਡਾਗ ਕੁੱਤੇ ਰੱਖੇ ਹੁੰਦੇ ਨੇ, ਸ਼ਿਕਾਰੀ ਕੁੱਤੀ ਹਲਕੇ ਸਾਰੇ ਛੱਡਦੇ ਨੇ ਸੂਰਾਂ ਦਾ। ਬਾਤ ਨਹੀਂ ਆਇਆ ਕੋਈ